रूह हैगी है, शायद उन्होंने दे कर्मां करके मैनूं इहो जिहे कर्म मिले आ। क्योंकि ਜਿਹੜੀ ਪਹਿਲੀ ਸਿੱਖੀ ਮੈਂ ਜਿਹੜਾ ਸਮਝਦਾ ਕਿ ਚਲੋ ਗੁਰੂ ਘਰ ਚੋਂ ਤਾਂ ਮਿਲਦੀ ਹੈ, ਪਰ ਜਿਹੜੀ ਸਾਡੇ ਮਾਂ ਪਿਓ ਤੋਂ ਜਿਹੜੇ ਸੰਸਕਾਰ ਮਿਲਦੇ ਆ ਉਹ ਬਹੁਤ ਵੱਡਾ ਰੋਲ ਪਲੇ ਕਰਦੇ ਸਾਡੀ ਜ਼ਿੰਦਗੀ ਦੇ ਵਿੱਚ। ਤੇ ਕਿਤੇ ਨਾ ਕਿਤੇ ਮੇਰਾ ਦੁਨਿਆਵੀ ਪਿਓ ਹੋਣ ਦੇ ਨਾਲੇ ਮੈਂ ਉਹਨਾਂ ਦਾ ਵੀ ਭਲਾ ਚਾਹੁੰਦਾ ਸੀਗਾ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਮੇਰੇ ਵਰਗੇ ਕੀੜੇ ਤੇ ਤਰਸ ਕਰਤਾ, ਮੇਰੇ ਵਰਗੇ ਮੈਂ ਕਿੱਥੇ ਨੰਗਾ ਸੀ ਮੈਨੂੰ ਕੱਪੜੇ ਪਹਿਨਾ ਦਿੱਤੇ ਤੁਸੀਂ, ਤੇ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹਨਾਂ ਦਾ ਵੀ ਕੁਝ ਸਬਰ ਜੇ। ਕਿਉਂਕਿ ਸੰਗਤ ਦੀ ਕਥਾ ਸੁਣ ਕੇ ਗੁਰਬਾਣੀ ਦੀ ਵਿਚਾਰ ਕਰ ਕਰਕੇ ਮੈਨੂੰ ਆਪਣੇ ਪਰਿਵਾਰ ਦੀ ਫਿਕਰ ਹੋਣ ਲੱਗੀ ਸੀਗੀ। ਹੁੰਦਾ ਹੀ ਹੈ, ਵਈ ਸੁਭਾਵਿਕ ਹੈ ਕਿ ਮੇਰੇ ਪਰਿਵਾਰ ਦਾ ਕੀ ਬਣੂਗਾ ਅਗਰ ਗੁਰੂ ਵਾਲੇ ਪਾਸੇ ਨਾ ਜੁੜੇ। ਮੈਂ ਬਹੁਤ ਰੋਂਦਾ ਵੀ ਸੀਗਾ ਗੁਰੂ ਪਾਤਸ਼ਾਹ ਜੀ ਅੱਗੇ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਮੇਰੇ ਪਰਿਵਾਰ ਤੇ ਮਿਹਰ ਕਰ ਦਿਓ, ਉਹਨਾਂ ਦਾ ਕੁਝ ਸਵਾਰ ਦਿਓ ਗੁਰੂ ਪਾਤਸ਼ਾਹ। ਨਹੀਂ ਮੱਤ ਹੈ ਕਿ ਉਹਨਾਂ ਨੂੰ ਮੱਤ ਦੇ ਦਿਓ ਗੁਰੂ ਪਾਤਸ਼ਾਹ, ਤੁਸੀਂ ਘਰ ਵਿੱਚ ਲੈ ਆਓ। ਮੈਂ ਇਸ ਚੀਜ਼ ਵਾਸਤੇ ਮੈਨੂੰ ਯਾਦ ਹੈ ਕਿ ਦਿੱਲੀ ਸਮਾਗਮ ਸੀਗਾ ਵਿੱਕੀ ਵੀਰ ਜੀ ਦੇ ਘਰੇ, ਤੇ ਉੱਥੇ ਸਾਰੇ ਸਿੰਘ ਆਏ ਹੋਏ ਸੀਗੇ ਤੇ ਮੈਂ ਪਹਿਲੀ ਵਾਰੀ ਦਿੱਲੀ ਆਇਆ ਸੀ ਉਦੋਂ। ਤੇ ਅੰਮ੍ਰਿਤ ਛਕਣ ਤੋਂ ਮੇਰੇ ਖਿਆਲ ਨਾਲ 8-9 ਮਹੀਨੇ ਦੇ ਬਾਅਦ ਦੀ ਗੱਲ ਹੈਗੀ ਹੈ। ਤੇ ਮੈਨੂੰ ਸੰਗਤ ਨੇ ਕਿਹਾ ਦਿੱਲੀ ਸਮਾਗਮ ਹੈ ਤੇ ਅਸੀਂ ਜਾਣਾ ਹੈ। ਤੇ ਵਿੱਕੀ ਵੀਰ ਜੀ ਦੇ ਘਰੇ ਸਮਾਗਮ ਸੀਗਾ ਤੇ ਉੱਥੇ ਮੈਂ ਭਾਈ ਸਾਹਿਬ ਜੀ ਕਥਾ ਕਰਦੇ ਪਏ ਸੀਗੇ ਤੇ ਗਗਨਵੀਰ ਜੀ ਵੀ ਨਾਲ ਸੀਗੇ, ਸਾਰੇ ਸੰਗਤ ਨਾਲ ਸੀਗੀ। ਮੈਂ ਸਾਰੇ ਚਿਹਰੇ ਵੇਖਦਾ ਪਿਆ ਸੀਗਾ ਤੇ ਮੈਨੂੰ ਨਾ ਆਪਣੇ ਪਿਓ ਦਾ ਚਿਹਰਾ ਚੇਤੇ ਆਈ ਜਾ ਰਿਹਾ ਸੀਗਾ ਕਿ ਮੈਂ ਸ਼ਾਇਦ ਮੇਰੇ ਪਿਓ ਦੇ ਚਿਹਰੇ ਤੇ ਵੀ ਦਾੜੀ ਆ ਜਾਏ ਤੇ ਉਹ ਵੀ ਦਸਤਾਰ ਬਣ ਕੇ ਮੇਰੇ ਸਾਹਮਣੇ ਆ ਕੇ ਮੈਨੂੰ ਫਤਿਹ ਬੁਲਾਉਣ ਤੇ ਮੈਂ ਕਿੰਨਾ ਖੁਸ਼ ਹੋਊਂਗਾ। ਤੇ ਮੈਂ ਆਪਣੀ ਸੰਗਤ ਨੂੰ ਇਹ ਵੀ ਕਹਿਣਾ ਚਾਹੁੰਦਾ ਸੀਗਾ ਕਿ ਮੈਨੂੰ ਗੁਰੂ ਸਾਹਿਬ ਨੇ ਇੰਨਾ ਕੁਛ ਬਖਸ਼ ਦਿੱਤਾ ਸੀ। ਮੇਰੀ ਬਸ ਇੱਕ ਇੱਛਾ ਇਹ ਰਹਿ ਗਈ ਸੀ ਕਿ ਮਤਲਬ ਕਿ ਗੁਰੂ ਪਾਤਸ਼ਾਹ ਜੀ ਮੈਨੂੰ ਹਜੇ ਨਾ ਲੈ ਕੇ ਜਾਇਓ, ਜਦੋਂ ਮੇਰੇ ਮੰਮੀ ਪਾਪਾ ਨੂੰ ਅੰਮ੍ਰਿਤ ਛਕ ਜਾਣਗੇ ਨਾ, ਮਤਲਬ ਕਿ ਮੈਨੂੰ ਉਦੋਂ ਲੈ ਜਾਓ ਤੁਸੀਂ, ਫਿਰ ਮੈਨੂੰ ਕੋਈ ਡਰ ਨਹੀਂ ਮੇਰੇ ਮਾਂ ਪਿਓ ਦਾ ਕੀ ਬਣਨਾ ਮੇਰਾ। ਤੇ ਇਹ ਮੇਰੀ ਦੁਨਿਆਵੀ ਵੀ ਸੋਚ ਸੀ, ਕੁਛ ਆਤਮਿਕ ਵੀ ਸੋਚ ਸੀ ਕਿ ਮੈਂ ਉਹਨਾਂ ਦਾ ਕੁਛ ਸਵਾਰਨਾ ਚਾਹੁੰਦਾ ਸੀਗਾ ਗੁਰੂ ਸਾਹਿਬ ਜੀ ਤੋਂ ਲੈ ਕੇ। ਤੇ ਮੈਂ ਨਾ ਵਿੱਕੀ ਵੀਰ ਜੀ ਨੂੰ ਕਿਹਾ, ਮੈਂ ਕਿਹਾ ਵੀਰ ਜੀ ਮੈਂ ਨਾ ਪਾਪਾ ਵਾਸਤੇ ਅਰਦਾਸ ਕਰਾਉਣੀ ਆ। ਤੇ ਕਿਉਂਕਿ ਵਾਹਿਗੁਰੂ ਲਿਮਟਿਡ, ਜਿੱਦਾਂ ਹੁਣ ਸਮਾਗਮ ਦੀ 3 ਸੀਟਿੰਗ ਟੋਟਲ 6-7 ਸੀਟਿੰਗਾਂ ਹੁੰਦੀਆਂ ਤੇ 6-7 ਸੀਟਿੰਗਾਂ ਦੇ ਵਿੱਚ ਸਾਰੇ ਨੇ ਆਪਣੀ ਅਰਦਾਸਾਂ ਵੀ ਕਰਾਉਣੀਆਂ ਹੁੰਦੀਆਂ ਸੀਗੀਆਂ। ਤੇ ਮੈਂ ਪਹਿਲੀ ਸੀਟਿੰਗ 'ਚ ਸੋਚਿਆ ਤਾਂ ਨਹੀਂ ਮਤਲਬ ਕਿ ਅਰਦਾਸ ਹੋਈ ਮੇਰੀ। ਤੇ ਫਿਰ ਦੂਜੀ ਸੀਟਿੰਗ 'ਚ ਗੁਰੂ ਪਾਤਸ਼ਾਹ ਜੀ ਨੇ ਹੋਰ ਸਿੰਘਾਂ ਦੀ ਅਰਦਾਸਾਂ ਸੀਗੀਆਂ ਭਾਈ ਸਾਹਿਬ ਨੇ ਕੀਤੀਆਂ। ਫਿਰ ਤੀਜੀ ਸੀਟਿੰਗ ਦੇ ਵਿੱਚ ਵੀ ਏਦਾਂ ਹੀ ਹੋਇਆ। ਫਿਰ ਚੌਥੀ ਮੈਂ ਹਰ ਸੀਟਿੰਗ ਤੋਂ ਬਾਅਦ ਗੁਰੂ ਸਾਹਿਬ ਕੋਲ ਬਹਿ ਕੇ ਜ਼ਰੂਰ ਕਰਦਾ, ਮੈਂ ਕਿਹਾ ਗੁਰੂ ਪਾਤਸ਼ਾਹ ਜੀ ਮੇਰਾ ਨੰਬਰ ਨਹੀਂ, ਮੈਨੂੰ ਉਹ ਇੰਨਾ ਸਮਝ ਨਹੀਂ ਸੀ ਕਿ ਮੈਂ ਖੁਦ ਵੀ ਕਰ ਸਕਦਾ ਅਜੇ ਨਹੀਂ ਅਰਦਾਸ, ਪਰ ਮੇਰੀ ਚਾਹੁੰਦਾ ਸੀਗਾ ਕਿ ਸੰਗਤੀ ਰੂਪ 'ਚ ਅਰਦਾਸ ਹੋਵੇ, ਤੇ ਉਹ ਮੇਰਾ ਅਸਲ 'ਚ ਚਾਅ ਸੀਗਾ। ਤੇ ਮੈਂ ਹਰ ਵਾਰ ਸੀਟਿੰਗ ਤੋਂ ਬਾਅਦ ਗੁਰੂ ਸਾਹਿਬ ਦੀ ਗੋਦ 'ਚ ਬਹਿ ਕੇ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰਨੀ, ਗੁਰੂ ਪਾਤਸ਼ਾਹ ਮੇਰੇ ਪਾਪਾ ਦਾ ਸੁਭਾਅ ਬਹੁਤ ਚੰਗਾ ਹੈਗਾ, ਬਹੁਤ ਭੋਲਾ ਹੈਗਾ, ਬਿਲਕੁਲ ਗਾਂ ਹੈਗੇ ਆ, ਤੇ ਉਹਨਾਂ ਨੂੰ ਨਾ ਤੁਸੀਂ ਅੰਮ੍ਰਿਤ ਦੀ ਦਾਤ ਬਖਸ਼ ਦਿਓ ਤੁਸੀਂ। ਤੇ ਮੈਨੂੰ ਇੰਨਾ ਪਤਾ ਸੀਗਾ ਕਿ ਮੈਨੂੰ ਇਸ ਚੀਜ਼ ਦਾ ਥੋੜੀ ਇਸ ਨੂੰ ਇਹ ਵੀ ਕਹਿ ਲਓ ਕਿ ਅਗਰ ਪਾਪਾ ਅੰਮ੍ਰਿਤ ਛਕ ਜਾਂਦੇ ਆ ਤੇ ਸ਼ਾਇਦ ਮੇਰੇ ਪਰਿਵਾਰ ਵਿੱਚ ਸਭ ਤੋਂ ਵੱਡੇ ਪਾਪਾ ਹੈ ਤੇ ਉਹਨਾਂ ਦਾ ਜਿਹੜਾ ਅਸਰ ਹੈ ਸਾਰਿਆਂ ਤੇ ਹੋਏਗਾ ਜ਼ਰੂਰ। ਤੇ ਮੈਂ ਗੁਰੂ ਪਾਤਸ਼ਾਹ, ਚਲੋ ਮੈਂ ਫਿਰ ਵਿੱਕੀ ਵੀਰ ਜੀ ਨੂੰ ਤੇ ਗੁਰਪਾਲ ਵੀਰ ਜੀ ਵੀ ਸਾਰੇ ਉੱਥੇ ਹੀ ਸੀਗੇ ਤੇ ਉਦੋਂ ਕਹਿੰਦੇ ਆਪਾਂ ਕਰਵਾ ਦਿੰਦੇ ਅਰਦਾਸ ਤੇਰੀ। ਤੇ ਫਿਰ ਇਹਨਾਂ ਨੇ ਭਾਈ ਸਾਹਿਬ ਨੂੰ ਸੰਗਤ 'ਚ ਅਰਦਾਸ, ਮੇਰੀ ਹਿੰਮਤ ਵੀ ਨਹੀਂ ਸੀਗੀ ਭਾਈ ਸਾਹਿਬ ਨੂੰ ਕਹਿਣ ਦੀ ਕਿ ਅਰਦਾਸ ਕਰ ਦਿਓ, ਕਿਉਂਕਿ ਇੱਕ ਹੁੰਦਾ ਨਾ, ਇੱਕ ਰਿਸਪੈਕਟ ਹੁੰਦੀ ਹੈ, ਇੱਕ ਆਦਰ ਹੁੰਦਾ ਕਿ ਹਰ ਕੋਈ ਆਪਣੇ ਆਪ 'ਚ ਇੰਨਾ ਸ਼ੈਡਿਊਲਡ ਹੈਗਾ ਕਿ ਉਹਨਾਂ ਨੂੰ ਮੈਂ ਉਹਨਾਂ ਦਾ ਕੋਈ ਸਿਸਟਮ ਚੇਂਜ ਹੀ ਨਹੀਂ ਕਰਨਾ ਚਾਹੁੰਦਾ ਸੀਗਾ ਸੰਗਤ ਦਾ। ਤੇ ਪਰ ਨਿਆਣੀ ਮਾਸ ਸੀਗੀ, ਮੈਂ ਭਾਈ ਸਾਹਿਬ ਦੋਨੋਂ ਜਿਹੜੇ ਭਾਈ ਸੀ ਗੁਰਪਾਲ ਵੀਰ ਜੀ ਸੀਗੇ ਤੇ ਉੱਥੇ ਵਿੱਕੀ ਵੀਰ ਜੀ ਉਹਨਾਂ ਨੇ ਕਿਹਾ ਕਿ ਠੀਕ ਆਪਾਂ ਅਰਦਾਸ ਕਰਾ ਦਿੰਦੇ ਹਾਂ। ਤੇ ਉੱਥੇ ਮੇਰੀ ਅਰਦਾਸ ਹੋ ਗਈ ਪਾਪਾ ਵਾਸਤੇ ਤੇ ਮੈਂ ਬੜਾ ਰੋਇਆ ਗੁਰੂ ਪਾਤਸ਼ਾਹ ਜੀ ਕੋਲ ਬੈਠ ਕੇ। ਬਹੁਤ ਮੇਰਾ ਮਤਲਬ ਕਿ ਅੰਦਰ ਦਾ ਮੈਨੂੰ ਇੰਨਾ ਭਰੋਸਾ ਹੋ ਗਿਆ ਜਦੋਂ ਮੇਰੀ ਅਰਦਾਸ ਹੋਈ ਨਾ ਸੰਗਤੀ ਰੂਪ 'ਚ। ਮੈਨੂੰ ਪਤਾ ਕੀ ਮਹਿਸੂਸ ਹੋਇਆ ਸੰਗਤ ਜੀ, ਮੈਨੂੰ ਇਹ ਮਹਿਸੂਸ ਹੋਇਆ ਕਿ ਅੱਜ ਤੋਂ ਡੈਡੀ ਦੀ ਉਲਟੀ ਗਿਣਤੀ ਸ਼ੁਰੂ। ਮੈਨੂੰ ਏਦਾਂ ਅਹਿਸਾਸ ਹੋ ਗਿਆ ਕਿ ਮੈਂ ਕਿਹਾ ਹੁਣ ਇਹ ਮਨਮੁਖ ਵਾਲੀ ਜਿਹੜੀ ਗਿਣਤੀ ਹੈ ਉਲਟੀ ਸ਼ੁਰੂ ਹੋ ਗਈ। ਤੇ ਵਾਹਿਗੁਰੂ ਚਲੋ ਸਮਾਗਮ ਤੋਂ ਵਾਪਿਸ ਆਏ, ਮੈਂ ਘਰ ਵੀ ਗੱਲ ਨਹੀਂ ਕੀਤੀ ਕਿਉਂਕਿ ਜ਼ਿਆਦਾ ਘਰ ਗੱਲ ਕਰਦਾ ਨਹੀਂ ਸੀ ਤੇ ਘਰ ਕੋਈ ਜ਼ਿਆਦਾ ਪਸੰਦ ਕਰਦਾ ਵੀ ਨਹੀਂ ਸੀ ਮੈਨੂੰ ਉਦੋਂ, ਤੇ ਨਾ ਦੁਨੀਆਦਾਰੀ ਤਾਂ ਵੈਸੇ ਛੁੱਟ ਗਈ ਸੀ ਮੇਰੀ। ਤੇ ਮੈਂ ਕੁਛ ਦਿਨ ਬਾਅਦ ਆਪਣੇ ਭਰਾ ਨੂੰ ਫੋਨ ਕੀਤਾ ਕਿਸੇ ਕੰਮ ਕਰਕੇ, ਤੇ ਮੈਂ ਕਿਹਾ ਪਾਪਾ ਕਿੱਥੇ ਆ? ਉਹ ਕਹਿੰਦਾ ਗੁਰਦੁਆਰੇ ਗਏ ਹੋਇਆ। ਮੈਂ ਕਿਹਾ ਹੈਂ? ਮੈਂ ਕਿਹਾ ਦੁਬਾਰਾ ਕੀ, ਸੱਚੀ ਤੂੰ ਕੀ ਬੋਲ ਰਿਹਾ? ਮੈਂ ਕਿਹਾ ਹਾਂ। ਕਹਿੰਦਾ ਉਹ ਗੁਰਦੁਆਰੇ ਗਏ ਹੋਇਆ। ਮੈਨੂੰ ਲੱਗਿਆ ਕੋਈ ਜਿੱਦਾਂ ਪਾਪਾ ਹੈਲਪ ਕਰਾ ਦਿੰਦੇ ਹੁੰਦੇ, ਕਿਸੇ ਦਾ ਕੋਈ ਸਮਾਗਮ ਵਗੈਰਾ ਹੋਵੇ ਕੁਛ ਹੋਵੇ ਤੇ ਘਰ ਦੇ ਕੋਲ। ਮੈਂ ਕਿਹਾ ਕਿਸੇ ਦੇ ਘਰ ਕੋਈ ਪ੍ਰੋਗਰਾਮ ਹੈ ਕੀ? ਕਹਿੰਦੇ ਨਹੀਂ ਉਹ ਗੁਰਦੁਆਰੇ ਗਏ ਹੋਏ। ਕਹਿੰਦੇ 2-3 ਦਿਨ ਤੋਂ ਜਾਣ ਲੱਗ ਗਏ ਗੁਰਦੁਆਰੇ, ਸ਼ਾਮੀ ਜਾਂਦੇ ਜਦੋਂ ਵਿਹਲੇ ਹੁੰਦੇ ਆ ਤੇ 2 ਘੰਟੇ ਬੈਠ ਜਾਂਦੇ ਉੱਥੇ ਜਾ ਕੇ। ਸੰਗਤ ਜੀ ਉਹ 2-3 ਦਿਨ ਪਹਿਲਾਂ ਜਿਹੜਾ ਸਮਾਗਮ ਸੀ ਉਹ ਉਹੀ ਦਿਨ ਸੀਗਾ। ਮੈਂ ਆਪ ਜੀ ਨੂੰ ਉਹ ਦਿਨ ਹੁਣੇ ਦੱਸਿਆ ਨਾ ਕਿ ਜਿੱਦਣ ਅਰਦਾਸ ਹੋਈ ਉਹ ਤੋਂ ਠੀਕ ਮੇਰੇ ਮਨ 'ਚ ਇਹ ਗੱਲਾਂ ਸ਼ੁਰੂ ਹੋ ਗਿਆ ਸੀ ਕਿ ਆਹ ਮਨਮੁਖ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਡੈਡੀ ਦੀ ਹੁਣ।
ਤੇ ਮੈਂ ਜਦੋਂ ਮੈਂ 3-4 ਦਿਨ ਬਾਅਦ ਭਰਾ ਨੂੰ ਫੋਨ ਕੀਤਾ, ਉਹ ਕਹਿੰਦਾ 2-3 ਦਿਨ ਹੋ ਗਏ ਆ ਕਿ ਉਹ ਗੁਰਦੁਆਰੇ ਸਾਹਿਬ ਜਾਣਾ ਸ਼ੁਰੂ ਹੋ ਗਿਆ। ਤੇ ਮੈਂ ਗੁਰੂ ਸਾਹਿਬ ਕੋਲ ਆ ਕੇ ਮੈਂ ਭੱਜ ਕੇ ਰੂਮ ਚੋਂ ਨਾ ਗੁਰੂ ਸਾਹਿਬ ਕੋਲ ਗਿਆ ਤੇ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ। ਮੈਂ ਕਿਹਾ ਗੁਰੂ ਸਾਹਿਬ ਜੀ, ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਅਗਰ ਕਿਸੇ ਨੂੰ ਬਦਲਣਾ ਤਾਂ ਨਾ ਉਹਦੇ ਅੰਦਰ ਵੜ ਕੇ ਬਦਲ ਦੋ ਕਿਸੇ ਨੂੰ। ਤੇ ਮੈਂ ਕਿਹਾ ਦੇਖੋ, ਮੈਂ ਤੁਹਾਨੂੰ ਅਰਦਾਸ ਕੀਤੀ, ਤੁਸੀਂ ਉਦੋਂ ਦਾ ਵਾਹਿਗੁਰੂ ਨੂੰ ਅਰਦਾਸ ਕੀਤੀ ਤੇ ਲਿੰਕ ਨਾਲ ਲਿੰਕ ਬਣ ਗਿਆ ਤੇ ਤੁਸੀਂ ਕੰਮ ਕਰਤਾ ਮੇਰਾ। ਤੇ ਚਲੋ ਜੀ, ਸਮਾਂ ਬੀਤਦਾ ਗਿਆ, ਸਮਾਂ ਬੀਤਦਾ ਗਿਆ ਤੇ ਮੈਂ ਜ਼ਿਆਦਾ ਪੁੱਛ ਗਿੱਛ ਵੀ ਨਹੀਂ ਕੀਤੀ ਪਾਪਾ ਨੂੰ ਤੁਸੀਂ ਕੀ ਕਰਦੇ ਹੋ। ਮੈਨੂੰ ਪਤਾ ਜਦੋਂ ਮੈਂ ਸਾਰੀ ਪੰਡ ਗੁਰੂ ਸਾਹਿਬ ਦੇ ਸਿਰ ਤੇ ਛੱਡਤੀ ਤੇ ਹੁਣ ਉਹਨਾਂ ਨੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਚੇਂਜ ਕਰਨਾ ਤੇ ਉਹਨਾਂ ਨੂੰ ਉਹਨਾਂ ਦੇ ਅੰਦਰ ਦਾ ਪਤਾ। ਤੇ ਮੈਂ ਕੋਈ ਮੱਤ ਨਹੀਂ ਵਾੜੀ ਆਪਣੀ, ਮੈਂ ਕੋਈ ਉਪਦੇਸ਼ ਨਹੀਂ ਦਿੱਤਾ ਉਹਨਾਂ ਨੂੰ, ਕੋਈ ਵੀ ਕੁਛ ਦੱਸਿਆ ਨਹੀਂ ਉਹਨਾਂ ਨੂੰ। ਹਾਂ, ਇਹ ਜ਼ਰੂਰ ਕਿਹਾ ਗੁਰੂ ਪਾਤਸ਼ਾਹ ਜੀ ਮਤ, ਮੈਂ ਕਿਹਾ ਡੈਡੀ ਭਾਵੇਂ ਇੱਕ ਜੋੜੇ ਨੂੰ ਮੱਥਾ ਲਾ ਕੇ ਆਇਆ ਕਰੋ, ਸਿਮਰਨ ਜ਼ਰੂਰ ਕਰਿਆ ਕਰੋ ਬੈਠ ਕੇ, ਕਿਉਂਕਿ ਮੇਰੇ ਪਾਪਾ ਪੜ੍ਹੇ ਲਿਖੇ ਨਹੀਂ ਹੈਗੇ ਤੇ ਉਹਨਾਂ ਨੂੰ ਉਹ ਸਿਰਫ ਸੁਣ ਸਕਦੇ ਆ, ਬਾਣੀ ਪੜ੍ਹ ਨਹੀਂ ਸਕਦੇ। ਤੇ ਮੈਂ ਕਿਹਾ ਤੁਸੀਂ ਸੁਣਦੇ ਹੋ ਨਾ ਤੇ ਨਾਲ ਨਾਲ ਸਿਮਰਨ ਸੁਣਿਆ ਕਰੋ, ਕਰਿਆ ਕਰੋ ਤੇ ਨਾਲ ਜੋੜੇ ਦੀ ਸੇਵਾ ਜ਼ਰੂਰ ਕਰਿਆ ਕਰੋ। ਤੇ ਚਲੋ ਮੈਂ ਇਹ ਗੱਲ ਕਿਹਾ ਕਿ ਮੈਂ ਗੁਰੂ ਸਾਹਿਬ ਜੀ ਨੂੰ ਵੀ ਅਰਦਾਸ ਕਰਤੀ। ਉਦੋਂ ਕਿਸੇ ਨੇ ਸੰਗਤ ਵਿੱਚ ਸੀਗਾ ਤੇ ਅਸੀਂ ਦੇਗ ਸਜਾਈ ਹੋਈ ਸੀਗੀ ਤੇ ਦੇਗ ਸਜਾ ਕੇ ਅਸੀਂ ਗੁਰੂ ਪਾਤਸ਼ਾਹ ਜੀ ਨੂੰ ਅਰਦਾਸ ਕਰਤੀ, ਗੁਰੂ ਪਾਤਸ਼ਾਹ ਜੀ ਡੈਡੀ ਨੂੰ ਨਾ ਚਰਨ ਧੂੜ ਦੀ ਸੇਵਾ ਲੈ ਲਓ, ਸ਼ੁਰੂ ਕਰ ਦਿਓ। ਤੇ ਬਹੁਤ ਕਿਰਪਾ, ਮੈਂ ਚਾਹੁੰਦਾ ਕਿ ਇਹ ਕਰਮ ਜਿਹੜੇ ਅੱਗੇ ਪਿੱਛੇ ਆਣਗੇ, ਕਦੀ ਕਰਮ ਹੀ ਸਾਡੀ ਮੱਤ ਬਦਲ ਜਾਂਦੇ ਆ ਤੇ ਉਹ ਵੀ ਨਹੀਂ ਆਣਗੇ ਅੱਗੇ, ਫਿਰ ਉਹ 100% ਰਸਤਾ ਕਲੀਅਰ ਹੋ ਜਾਏਗਾ। ਮੈਂ ਇਸ ਤਰੀਕੇ ਨਾਲ ਚੱਲਦਾ ਪਿਆ ਸੀਗਾ ਕਿ ਤੇ ਜਦੋਂ ਥੋੜੇ ਦਿਨਾਂ ਬਾਅਦ ਇਹ ਮੈਨੂੰ ਪਤਾ ਲੱਗਾ ਇਸ ਚੀਜ਼ ਦਾ ਕਿ ਮੇਰਾ ਫਰੈਂਡ ਹੈਗਾ ਇੱਕ ਰਾਜਨ, ਤੇ ਮੈਨੂੰ ਕਹਿੰਦਾ ਆ ਗੁਰਨੂਰ ਸਿੰਘ, ਕਹਿੰਦਾ ਉਹ ਵੈਸੇ ਮੈਨੂੰ ਪੰਡਿਤ ਹੀ ਕਹਿੰਦਾ ਹੁੰਦਾ ਸੀਗਾ ਤੇ ਪਰ ਜਦੋਂ ਮੈਂ ਮਤਲਬ ਕਿ ਗੁਰਨੂਰ ਸਿੰਘ ਬਣਿਆ ਤੇ ਉਹਨੇ ਮੈਨੂੰ ਫਿਰ ਕਹਿੰਦਾ ਹੋਰ ਗਿਆਨੀ ਜੀ, ਫਿਰ ਕਈ ਵਾਰੀ ਆਦਤ ਹੁੰਦੀ ਨਾ, ਬਾਬਾ ਬਣ ਗਿਆ, ਗਿਆਨੀ ਬਣ ਗਿਆ। ਤੇ ਮੈਨੂੰ ਕਹਿੰਦਾ ਗਿਆਨੀ ਤੇਰੇ ਪਾਪਾ ਬਹੁਤ ਸੇਵਾ ਕਰਦੇ ਆ। ਮੈਂ ਕਿਹਾ ਕਿਹਦੀ ਸੇਵਾ ਕਰਦੇ? ਕਹਿੰਦੇ ਜੋੜਿਆਂ ਦੀ। ਤੇ ਮੈਂ ਕਿਹਾ ਅੱਛੀ ਗੱਲ ਹੈ, ਮੈਂ ਕਿਹਾ ਤੂੰ ਵੀ ਕਰ ਲਿਆ ਕਰ ਨਾਲ ਬੈਠ ਕੇ ਫਿਰ। ਤੇ ਕਹਿੰਦਾ ਨਹੀਂ, ਇਹ ਸਾਡੇ ਤੋਂ ਨਹੀਂ ਹੁੰਦੀ ਯਾਰ ਇਹ ਚੀਜ਼ਾਂ। ਮੈਂ ਕਿਹਾ ਠੀਕ ਹੈ ਵਾਹਿਗੁਰੂ, ਮੈਂ ਗੁਰੂ ਸਾਹਿਬ ਅੱਗੇ ਬੇਨਤੀ ਕਰੇਗਾ, ਸਭ ਹੋ ਜਾਏਗਾ। ਤੇ ਦੇਖੋ ਡੈਡੀ ਨੂੰ ਮੈਂ ਇੱਕ ਦਿਨ ਫਿਰ ਵੈਸੇ ਹੀ ਪੁੱਛ ਲਿਆ, ਮੈਂ ਕਿਹਾ ਡੈਡੀ ਤੁਸੀਂ ਤੁਹਾਡਾ ਕੀ ਸ਼ਡਿਊਲ ਹੈਗਾ ਇਸ ਸ਼ਡਿਊਲ ਜਦੋਂ ਤੁਸੀਂ ਗੁਰੂ ਸਾਹਿਬ ਕੋਲ ਜਾਂਦੇ ਹੋ? ਡੈਡੀ ਕਹਿੰਦੇ ਗੁਰਨੂਰ ਸਿੰਘ ਮੈਂ ਜਾਂਦਾ, ਮੱਥਾ ਟੇਕਦਾ, ਬੈਠਦਾ, ਉੱਥੇ ਸਿਮਰਨ ਕਰਦਾ ਰਹਿੰਦਾ। ਜਦੋਂ ਮੇਰੇ ਅੰਦਰ ਆਵਾਜ਼ ਆਉਂਦੀ ਚਰਨ ਧੂੜ ਦੀ ਸੇਵਾ ਕਰਨੀ ਹੈ ਤੇ ਮੈਂ ਉੱਠ ਕੇ ਆ ਜਾਂਦਾ, ਫਿਰ ਚਰਨ ਦੀ ਸੇਵਾ ਕਰਕੇ ਹੱਥ ਧੋ ਕੇ ਫਿਰ ਅੰਦਰ ਬਹਿ ਜਾਂਦਾ। ਜਦੋਂ ਮੇਰੇ ਜਿਹੜੇ ਡੈਡੀ ਨੇ ਇਹ ਗੱਲ ਕਹੀ ਨਾ, ਜਦੋਂ ਮੈਨੂੰ ਲੱਗਦਾ ਕਿ ਚਰਨ ਧੂੜ ਦੀ ਸੇਵਾ ਕਰਨੀ ਚਾਹੀਦੀ ਹੈ, ਅੰਦਰੋਂ ਆਵਾਜ਼ ਆਉਂਦੀ ਹੈ, ਤੇ ਮੈਨੂੰ ਇੰਨਾ ਯਕੀਨ ਹੋ ਗਿਆ ਕਿ ਉਹ ਆਵਾਜ਼ ਗੁਰੂ ਪਾਤਸ਼ਾਹ ਦਿੰਦੇ, ਚੱਲ ਜਾ ਕੇ ਸੇਵਾ ਕਰ। ਤੇ ਉਹ ਡੈਡੀ ਉੱਠ ਵੀ ਜਾਂਦੇ ਆ ਤੇ ਉਹ ਸੇਵਾ, ਕਈ ਵਾਰੀ ਅਸੀਂ ਉਸ ਆਵਾਜ਼ ਨੂੰ ਇਗਨੋਰ ਕਰਦੇ ਹਾਂ ਤੇ ਉਹ ਆਵਾਜ਼ ਸਾਨੂੰ ਕਰਨ ਨੂੰ ਕਰਦੀ, ਪਰ ਅਸੀਂ ਕਰਦੇ ਨਹੀਂ ਹੈਗੇ। ਤੇ ਵਾਹਿਗੁਰੂ ਸਮਾਂ ਬੀਤਦਾ ਗਿਆ ਤੇ ਡੈਡੀ ਸ਼ੇਵ ਜ਼ਰੂਰ ਕਰਾ ਰਹੇ ਸੀਗੇ। ਪਰ ਮੈਂ ਇੱਕ ਦਿਨ ਫਿਰ ਮੈਨੂੰ ਇਹ ਸੀਗਾ ਕਿ ਏਦਾਂ ਤੇ ਗੱਲ ਬਣਨੀ ਨਹੀਂ। ਤੇ ਫਿਰ ਮੈਂ ਉਹਨਾਂ ਤੱਕ ਨਾ ਅਪਰੋਚ ਕਰਦੇ ਹੋਏ ਮੈਂ ਗੁਰੂ ਸਾਹਿਬ ਨੂੰ ਅਪਰੋਚ ਕੀਤਾ। ਮੈਂ ਕਿਹਾ ਗੁਰੂ ਪਿਤਾ, ਮਤਲਬ ਕਿ ਦੇਖੋ, ਕਹਿੰਦੇ, ਮੈਂ ਕਿਹਾ ਤੂੰ ਵੀ ਮੇਰਾ ਪਿਤਾ ਤੇ ਉਹ ਮੇਰਾ ਦੁਨਿਆਵੀ ਪਿਤਾ। ਮੈਂ ਕਿਹਾ ਦੇਖ ਕਿੰਨਾ ਫਰਕ ਹੈਗਾ। ਮੈਂ ਕਿਹਾ ਤੁਹਾਡੇ ਸਾਰਾ ਤੁਸੀਂ ਸਾਬਤ ਸੂਰਤ ਹੋ, ਦੁਮਾਰਾ ਸਜਾ, ਸੋਹਣਾ ਦਸਤਾਰ, ਸੋਹਣਾ ਚਿਹਰਾ, ਸੋਹਣਾ ਸਭ ਕੁਝ। ਮੈਂ ਕਿਹਾ ਉੱਧਰ ਦੇਖੋ, ਤੁਹਾਨੂੰ ਤਰਸ ਨਹੀਂ ਆਉਂਦਾ ਉਹਨਾਂ ਤੇ? ਫਿਰ ਮੈਂ ਮਾਤਾ ਸਾਹਿਬ ਕੋਲ ਨੂੰ ਸਿਫਾਰਿਸ਼ ਪਾਤੀ। ਮੈਂ ਕਿਹਾ ਮਾਤਾ ਸਾਹਿਬ ਤੁਸੀਂ ਪਿਓ ਨੂੰ, ਪਿਤਾ ਜੀ ਨੂੰ ਕਹੋ, ਗੁਰੂ ਪਿਤਾ ਨੂੰ, ਕਿ ਉਹ ਪਾਪਾ ਤੇ ਕਿਰਪਾ ਕਰਨ ਥੋੜੀ ਜੀ, ਤੇ ਉਹਨਾਂ ਨੂੰ ਕਹਿ ਦਿਓ ਨਾ ਤੁਸੀਂ। ਮੈਂ ਕਿਹਾ ਇੰਨੀ ਪਾਵਰ ਤਾਂ ਤੁਹਾਡੇ ਕੋਲ ਵੀ ਹੈਗੀ ਆ ਕਿ ਤੁਸੀਂ ਮੈਂ ਕਈ ਵਾਰੀ ਬਿਲਕੁਲ ਏਦਾਂ ਹੀ ਗੱਲਾਂ ਕਰਦਾ ਸੀ ਜਿੱਦਾਂ ਮੈਂ ਕਿਸੇ ਦੀ ਕੰਪਲੇਨ ਕਰ ਰਿਹਾ ਵਾਂ। ਤੇ ਮੈਂ ਕਿਹਾ ਮਾਤਾ ਤੁਸੀਂ ਕਹਿੰਦੇ ਕਿਉਂ ਨਹੀਂ ਉਹਦੇ? ਤੇ ਚਲੋ ਜੀ, ਇਹ ਮੇਰੀ ਆਪ ਦੀ ਗੱਲਾਂ ਮੈਂ ਗੁਰੂ ਸਾਹਿਬ ਨਾਲ ਕਰਦਾ ਰਹਿੰਦਾ ਸੀ। ਤੇ ਇਹ ਸਮਾਂ ਬੀਤਦਾ ਗਿਆ 6-7 ਮਹੀਨੇ ਬਾਅਦ ਹੈਰਾਨ ਹੋ ਗਏ ਵਾਹਿਗੁਰੂ, ਮੇਰੇ ਘਰ ਵਾਲੇ ਨੇ ਵੀ ਨਹੀਂ ਦੱਸਿਆ ਮੈਨੂੰ ਕਿ ਪਾਪਾ ਨੇ ਕੇਸ ਕਤਲ ਕਰਨੇ ਛੱਡ ਦਿੱਤੇ। ਤੇ ਉਹ ਦੁਨਿਆਵੀ ਸਾਰੀ ਲੋਚ ਲੱਜਾ ਜਿਹੜੇ ਡੈਡੀ ਛੱਡ ਦਿੱਤੀਆਂ ਸਾਰੀਆਂ। ਮਤਲਬ ਕਿ ਮੈਂ ਆਪ ਜੀ ਨੂੰ ਇਹ ਵੀ ਗੱਲ ਦੱਸਣਾ ਚਾਹੁੰਦਾ ਕਿ ਕਈ ਵਾਰੀ ਏਦਾਂ ਵੀ ਹੁੰਦਾ ਸੀਗਾ ਕਿ ਕਈਆਂ ਦੇ ਜਿੱਦਾਂ ਕਿਸੇ ਦਾ ਮਰਗ ਹੋ ਗਿਆ, ਕਿਸੇ ਦਾ ਕੁਛ ਹੋ ਗਿਆ, ਤੇ ਸਾਡੇ ਪਰਿਵਾਰ ਚੋਂ ਲੈ ਕੇ ਜਾਂਦੇ ਸੀ ਕਿਸੇ ਨੂੰ ਕਿ ਚਲੋ ਇਹ ਪੰਡਿਤ ਜੀ ਆ ਕੇ ਇਹਨਾਂ ਨੂੰ ਲੰਗਰ ਛਕਾਣਾ। ਤੇ ਜਿੱਦਾਂ ਇਹ ਦੁਨਿਆਵੀ ਜਿਹੜੀ ਉਹਨਾਂ ਦੀ, ਤੇ ਡੈਡੀ ਨੇ ਬਿਲਕੁਲ ਉੱਥੇ ਕਰਨਾ ਮਨਾ ਕਰ ਦਿੱਤਾ ਕਿ ਨਹੀਂ, ਮੈਂ ਨਹੀਂ ਜਾਣਾ ਇਸ ਜਗ੍ਹਾ ਤੇ। ਤੇ ਕਹਿੰਦਾ ਮੇਰਾ ਹੁਣ ਮਨ ਨਹੀਂ ਕਰਦਾ। ਤੇ ਨਾ ਮੇਰੇ ਭਰਾ ਨੇ ਦੱਸਿਆ ਕਿ ਡੈਡੀ ਨੇ ਕੇਸ ਰੱਖਣੇ ਸ਼ੁਰੂ ਕਰਤੇ ਆ। ਕਿਉਂਕਿ ਦੇਖੋ ਵਾਹਿਗੁਰੂ, ਜਿਹੜੀ ਮਾਇਆਵੀ ਸੋਚ ਮੇਰੇ ਪਰਿਵਾਰ ਤੇ ਹਾਵੀ ਹੋ ਰਹੀ ਸੀ, ਉਹ ਮੇਰੇ ਗੁਰੂ ਪਿਤਾ ਨੇ ਐਨੀ ਬਖਸ਼ਿਸ਼ ਕੀਤੀ ਕਿ ਪਿਤਾ ਜੀ ਨੂੰ ਗੁਰਦੁਆਰੇ ਲੈ ਕੇ ਆਉਣਾ ਸ਼ੁਰੂ ਕਰਤਾ। ਤੇ ਜਿੱਥੇ ਉਹ ਸੇਵਾ ਸੰਗਤ ਸਿਮਰਨ ਹੁੰਦਾ ਤੇ ਉੱਥੇ ਵਾਈਬ੍ਰੇਸ਼ਨ ਆਲਰੇਡੀ ਚੇਂਜ ਹੋ ਜਾਂਦੀਆਂ। ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਕਿਹਾ ਕਿ ਠੀਕ ਹੈ ਵਾਹਿਗੁਰੂ, ਕੋਈ ਗੱਲ ਨਹੀਂ। ਤੇ ਮੈਂ ਜਦੋਂ ਇੱਕ ਦਿਨ ਨਾ ਡੈਡੀ ਨੇ ਮੈਨੂੰ ਕਿਹਾ ਕਿ ਗੁਰਨੂਰ ਸਿੰਘ, ਮੈਂ ਕਿਹਾ ਕੁਰਾਲੀ ਸਮਾਗਮ ਹੈਗਾ ਤੇ ਤੁਸੀਂ ਆ ਜਾਓ ਆਪ ਜੀ। ਤੇ ਕਹਿੰਦੇ ਕਿ ਮੈਂ ਕਿੱਦਾਂ ਆਵਾਂ ਦੱਸ? ਮੈਂ ਕਿਹਾ ਤੁਸੀਂ ਆ ਜਾਓ। ਤੇ ਡੈਡੀ ਮੈਨੂੰ ਕਹਿੰਦੇ ਕਿ, ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਕੁਰਾਲੀ ਆ ਜਾਓ
ਤੇ ਮੈਂ ਇਸ ਚੀਜ਼ ਨੂੰ ਮੈਂ ਦੇਖ ਲਾਂਗਾ ਆ ਕੇ। ਤੇ ਕੁਰਾਲੀ ਸਮਾਗਮ ਸੀਗਾ ਤੇ ਅਸੀਂ ਬੜੇ ਚਾਅ ਨਾਲ ਸਮਾਗਮ ਰੱਖਦੇ ਹੁੰਦੇ ਸੀਗੇ, ਬਹੁਤ ਚਾਅ ਨਾਲ, ਕਿ ਬਹੁਤ ਮਤਲਬ ਕਿ ਇੰਨਾ ਚਾਅ ਹੁੰਦਾ ਸੀ ਸਾਨੂੰ ਸੰਗਤ ਕਰਨ ਦਾ ਕਿ ਮੈਂ ਆਪ ਜੀ ਨੂੰ ਦੱਸਾਂ, ਸਾਡੇ ਆਪਾਂ ਕਈ ਸਿੰਘ ਤਾਂ ਕਸ਼ਹਿਰੇ ਵਿੱਚ ਹੀ ਸਾਰੇ ਸ਼ਹਿਰ 'ਚ ਘੁੰਮਦੇ ਰਹਿੰਦੇ ਹੁੰਦੇ ਸੀਗੇ ਕਿ ਸਾਡਾ ਸਮਾਨ ਇੱਥੋਂ ਲੈ ਕੇ ਆਉਣਾ, ਸਕੂਟਰ ਫੜਨਾ, ਮਤਲਬ ਕਿ ਏਦਾਂ, ਮਤਲਬ ਕਿ ਸਾਨੂੰ ਇੰਨਾ ਚਾਅ ਹੁੰਦਾ ਸੀ। ਲੋਕ ਲੱਜਾ ਤਾਂ ਖਤਮ ਹੀ ਹੋ ਗਈ ਸੀ ਕਿ ਲੋਕਾਂ ਨੇ ਕੀ ਸੋਚਣਾ ਕਿ ਯਾਰ ਬਨੈਣ ਪਾਈ ਹੈ, ਕਸ਼ਹਿਰੇ ਪਾਏ ਹੋਏ, ਸ਼ੀਸ਼ਾ ਪਾਈਏ, ਚਲੋ ਜੀ ਕਦੀ ਉਧਰ ਆਟਾ ਲੈ ਕੇ ਆ ਰਿਹਾ, ਕੋਈ ਸਬਜ਼ੀਆਂ ਲੈ ਕੇ ਆ ਰਿਹਾ, ਕੋਈ ਕੁਛ ਲੈ ਕੇ ਆ ਰਿਹਾ। ਤੇ ਮੈਨੂੰ ਫੋਨ ਆਇਆ ਕਿ ਵੱਡੇ ਭਰਾ ਦਾ ਕਿ ਡੈਡੀ ਆ ਗਏ, ਉਹ ਬਿਠਾ ਦਿੱਤਾ ਉਹਨਾਂ ਨੂੰ, ਤੇ ਤੂੰ ਨਾ ਮਤਲਬ ਕਿ ਉਹਨਾਂ ਨੂੰ ਲੈਣ ਆ ਜਾ ਉੱਥੇ। ਤੇ ਮੈਨੂੰ ਮੇਰੇ ਮਨ 'ਚ ਇਹ ਚਾਹ ਸੀਗਾ ਕਿ ਮੈਂ ਕਿਹਾ ਇਸ ਵਾਰੀ ਮੈਂ ਸੰਗਤ ਤੋਂ ਅਰਦਾਸ ਕਰਾਣੀ ਆ ਕਿ ਡੈਡੀ ਨਾ ਕੇਸ ਕਤਲ ਨਾ ਕਰਾਉਣ, ਕਿ ਬਸ ਤੁਸੀਂ ਹਲਕੇ ਹਲਕੇ ਸਟੈਪ ਬਾਈ ਸਟੈਪ ਚੱਲਾਂਗਾ ਤਾਂ ਸ਼ਾਇਦ ਹੋਰ ਖੇਡ ਮਜ਼ਬੂਤ ਬਣੇਗੀ। ਤੇ ਮੈਂ ਕਿਹਾ ਠੀਕ ਆ। ਮੈਂ ਸਵੇਰੇ 9 ਵਜੇ ਟ੍ਰੇਨ ਪਹੁੰਚੀ ਤੇ ਇੱਧਰ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਸੀਗੀਆਂ ਤੇ ਮੈਂ ਫਿਰ ਡੈਡੀ ਨੂੰ ਨਾ ਸਕੂਟਰ ਤੇ ਲੈਣ ਗਿਆ। ਵਾਹਿਗੁਰੂ, ਮੈਂ ਸੀਨ ਤੁਹਾਨੂੰ ਅਗਰ ਮੈਂ ਦੱਸਾਂ, ਉਹ ਵਾਲਾ ਸੀਨ ਇਹ ਸੀਗਾ ਕਿ ਡੈਡੀ ਮੇਰੇ ਸਾਹਮਣੇ ਥੱਲੇ ਉਤਰੇ ਤੇ ਮੈਂ ਡੈਡੀ ਦੇ ਸਾਹਮਣੇ ਨਿਕਲ ਗਿਆ, ਤੇ ਡੈਡੀ ਸਾਹਮਣੇ ਨਿਕਲ ਗਿਆ ਤੇ ਡੈਡੀ ਨੂੰ ਮੈਂ, ਕਿਉਂਕਿ ਜਦੋਂ ਬੰਦਾ ਟ੍ਰੇਨ ਤੋਂ ਥੱਲੇ ਉਤਰਦਾ ਨਾ ਤੇ ਉਹਨੂੰ ਆਪਣਾ ਧਿਆਨ ਉਹਦਾ ਥੱਲੇ ਵੱਲ ਹੁੰਦਾ ਹੈ, ਤੇ ਉਹਨਾਂ ਨੇ ਮੈਨੂੰ ਵੇਖਿਆ ਨਹੀਂ, ਤੇ ਮੇਰੇ ਨਾਲ ਵੇਖਿਆ ਨਹੀਂ ਕਿ ਮੈਂ ਸਿੱਧਾ ਚੱਲੀ ਗਿਆ। ਮੈਂ ਕਿਹਾ ਕਿਤੇ ਖੜੇ ਹੋਣਗੇ ਏਦਾਂ ਹੀ, ਮੈਂ ਭਾਲਦਾ ਪਿਆ ਸੀ ਮੋਨਾ ਚਿਹਰਾ, ਕਿ ਮੈਂ ਕਿਹਾ ਮੋਨਾ ਚਿਹਰਾ ਹੋਏਗਾ ਤੇ ਮੈਂ ਚਲੋ ਜਿੱਦਾਂ ਮੈਂ ਪਹਿਲਾਂ ਮੇਰੇ ਪਿਤਾ ਜੀ ਦੀ। ਤੇ ਮੈਂ ਬਰਦਰ ਨੂੰ ਫੋਨ ਕੀਤਾ, ਮੈਂ ਕਿਹਾ ਕਰਨ ਯਾਰ ਉਹ ਡੈਡੀ ਮੈਨੂੰ ਆਏ ਨਹੀਂ, ਉਤਰੇ ਨਹੀਂ। ਮੈਂ ਕਿਹਾ ਤੂੰ ਸੱਚੀ ਹਾਂ, ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਏਦਾਂ ਤਾਂ ਉਤਰਨਾ ਹੈਗਾ। ਤੇ ਪਿੱਛੋਂ ਮੇਰੀ ਆਵਾਜ਼ ਆਈ, ਮੇਰੇ ਪਾਪਾ ਤੋਂ ਮੈਨੂੰ ਅੰਕੁਰ ਹੀ ਕਹਿੰਦੇ ਹੁੰਦੇ ਸੀਗੇ, ਕਹਿੰਦੇ ਅੰਕੁਰ। ਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਜਦੋਂ ਮੈਂ ਡੈਡੀ ਦਾ ਸਰੂਪ ਦੇਖਿਆ, ਡੈਡੀ ਨੇ ਜਿੱਦਾਂ ਵੀ ਉਦੋਂ ਡੈਡੀ ਦੇ ਕੇਸ ਮੇਰੇ ਮਤਲਬ ਕਿ ਆ ਸੋਚ ਲਓ ਆਪਣੀ ਉਂਗਲੀਆਂ ਜਿੰਨੇ ਹੋਣੇ ਆ ਬਸ, ਤੇ ਦਾੜੀ ਪੂਰੀ, ਡੈਡੀ ਦੀ ਇਸ ਕਰਕੇ ਬਹੁਤ ਜਲਦੀ ਵਧੀ ਡੈਡੀ ਦੀ। ਮਤਲਬ ਮੈਂ ਤੁਹਾਨੂੰ ਦੱਸ ਰਿਹਾ ਸੀਨ ਕੀ ਸੀਗਾ ਪਹਿਲਾਂ, ਕਿ ਜਦੋਂ ਮੈਂ ਪਿੱਛੇ ਮੁੜ ਕੇ ਡੈਡੀ ਨੂੰ ਦੇਖਿਆ, ਮੈਂ ਕਿਹਾ ਕਿੰਨੇ ਆਵਾਜ਼ ਮਾਰੀ, ਜਦੋਂ ਮੈਂ ਡੈਡੀ ਦਾ ਸਰੂਪ ਦੇਖਿਆ ਮੈਂ ਘੁੱਟਣੇ ਵੱਲ ਬੈਠ ਗਿਆ। ਸੱਚੀ ਮੈਨੂੰ ਏਦਾਂ ਮਹਿਸੂਸ ਹੋਇਆ ਕਿ ਜਿੱਦਾਂ ਪਿੱਛੇ 4-5 ਸਿੰਘ ਖੜੇ ਆ ਗਿਆ ਤੇ ਡੈਡੀ ਨੂੰ ਉਹ ਲੈ ਕੇ ਆਇਆ ਇੱਥੇ, ਤੇ ਮੈਂ ਮੈਂ ਨਹੀਂ ਪਰਵਾਹ ਕੀਤੀ ਕਿ ਮੈਂ ਸਟੇਸ਼ਨ ਤੇ ਖੜਾ ਕੀ ਕੀਤਾ, ਤੇ ਮੈਂ ਮਤਲਬ ਕਿ ਘੁੱਟਣੇ ਵੱਲ ਬਹਿ ਕੇ ਜਿੱਦਾਂ ਅਸੀਂ ਅਰਦਾਸ ਕਰਦੇ ਹੁੰਦੇ ਨਾ ਕਈ ਵਾਰੀ, ਤੇ ਹੱਥ ਜੋੜ ਕੇ ਘੱਟੋ ਘੱਟ ਮੈਂ ਉੱਥੇ ਹੀ ਬੈਠਾ ਰਿਹਾ 5 ਮਿੰਟ। ਸੇ ਗੁਰੂ ਪਾਤਸ਼ਾਹ ਦਾ ਸ਼ੁਕਰ ਆ, ਗੁਰੂ ਪਾਤਸ਼ਾਹ ਤੇਰਾ ਸ਼ੁਕਰ ਹੈ, ਨਾਲ ਮੈਂ ਰੋਈ ਜਾਵਾਂ, ਨਾਲ ਮੈਂ ਉਸ ਡੈਡੀ ਦਾ ਚਿਹਰਾ ਵੇਖੀ ਜਾਵਾਂ, ਅੱਖਾਂ ਬੰਦ ਕਰਕੇ ਗੁਰੂ ਦਾ ਇੰਨਾ ਸ਼ੁਕਰ ਕੀਤਾ। ਡੈਡੀ ਨੂੰ ਜਿੱਦਾਂ ਵੀ ਉਹਨਾਂ ਨੂੰ ਦਸਤਾਰ ਆਉਂਦੀ ਸੀ ਉਹ ਬੰਨ ਕੇ ਆਏ ਜਦੋਂ, ਤੇ ਮੈਂ ਡੈਡੀ ਦੇ ਦਾੜੀ ਵੱਲ ਹੱਥ ਲਾਵਾਂ, ਕਦੀ ਉਹਨਾਂ ਵੱਲ ਵੇਖਾਂ, ਫਿਰ ਡੈਡੀ ਦੇ ਹੱਥ ਵੱਲ ਲਾਵਾਂ। ਮੈਂ ਫਿਰ ਡੈਡੀ ਇੰਨੀ ਜਲਦੀ ਦਾੜੀ ਤੇ ਮੇਰੀ ਵੀ ਨਹੀਂ ਵਧੀ ਜਿੰਨੀ ਜਲਦੀ ਤੁਹਾਡੀ ਵੱਧ ਗਈ। ਤੇ ਕਹਿੰਦੇ ਬਸ ਏਦਾਂ ਹੀ ਹੈ। ਮੈਂ ਇੰਨਾ ਖੁਸ਼ ਸੀਗਾ ਕਿ ਮੇਰੀ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ ਜਦੋਂ ਮੈਂ ਡੈਡੀ ਦਾ ਸਰੂਪ ਦੇਖਿਆ। ਤੇ ਫਿਰ ਮੈਂ ਭਰਾ ਨੂੰ ਫੋਨ ਕੀਤਾ, ਮੈਂ ਕਿਹਾ ਤੁਸੀਂ ਚੰਗਾ ਸਰਪ੍ਰਾਈਜ਼ ਦਿੱਤਾ ਮੈਨੂੰ। ਕਹਿੰਦੇ ਹਾਂ ਅਸੀਂ ਤੈਨੂੰ ਦੇਣਾ ਚਾਹੁੰਦੇ ਸੀਗੇ ਕਿ ਡੈਡੀ ਨੇ ਕੇਸ ਰੱਖਣੇ ਸ਼ੁਰੂ। ਮੈਂ ਕਿਹਾ ਕਿੰਨੇ ਟਾਈਮ ਪਹਿਲਾਂ ਕੱਟਣੇ ਸ਼ੁਰੂ ਕੀਤੇ, ਬੰਦ ਕੀਤੇ ਇਹਨਾਂ ਨੇ? ਇਹ ਕਹਿੰਦੇ 3-4 ਮਹੀਨੇ ਹੋ ਗਏ ਆ, 3 ਮਹੀਨੇ ਹੋ ਗਏ। ਮੈਂ ਕਿਹਾ ਅੱਛਾ ਤੁਸੀਂ ਮੈਂ ਕਿਹਾ ਨਾ ਮੰਮੀ ਨੇ ਦੱਸਿਆ? ਕਹਿੰਦਾ ਹਾਂ ਮੈਂ ਹੀ ਮਨਾ ਕੀਤਾ ਸੀਗਾ ਕਿ ਗੁਰਨੂਰ ਨੂੰ ਨਹੀਂ ਦੱਸਣਾ। ਮੈਂ ਕਿਹਾ ਹੋਇਆ ਕਿੱਦਾਂ? ਕਹਿੰਦਾ ਗੁਰਨੂਰ ਬਹੁਤ ਲੰਬੀ ਸਟੋਰੀ ਹੈਗੀ ਆ ਤੇ ਤੂੰ ਡੈਡੀ ਨੂੰ ਲੈ ਕੇ ਜਾ। ਮੈਂ ਸਟੇਸ਼ਨ ਤੇ ਫੋਨ ਕੀਤਾ ਸੀ ਭਰਾ ਨੂੰ ਕਿ ਤੂੰ ਮੈਨੂੰ ਬੜਾ ਵੱਡਾ ਸਰਪ੍ਰਾਈਜ਼ ਦਿੱਤਾ ਇਸ ਚੀਜ਼ ਦਾ। ਤੇ ਚਲੋ ਜੀ ਖੇਡ ਬਣਨੀ ਸ਼ੁਰੂ ਹੋ ਗਈ ਤੇ ਮੈਂ ਉਹ ਅਰਦਾਸਾਂ ਕਰਿਆ ਜਿਹੜੀ ਦਿੱਲੀ ਕੀਤੀ ਸੀਗੀਆਂ, ਤੇ ਉਹ ਰੋਜ਼ ਅਰਦਾਸਾਂ ਮੈਨੂੰ ਮੇਰਾ ਸਮਾਗਮ ਤੋਂ ਧਿਆਨ ਹਟ ਕੇ ਬਸ ਗੁਰੂ ਸਾਹਿਬ ਦੇ ਸ਼ੁਕਰ ਵਾਲੀ ਧਿਆਨ ਲੱਗ ਗਿਆ ਮੇਰਾ, ਤੇ ਹੋਰ ਚਾਅ ਪੈਦਾ ਹੋ ਗਿਆ ਕਿ ਅੱਜ ਤੱਕ ਕਮਾਲ ਹੋ ਗਈ ਗੁਰੂ ਪਾਤਸ਼ਾਹ ਜੀ ਦੀ। ਤੇ ਫਿਰ ਜਦੋਂ ਮੈਂ ਡੈਡੀ ਨੂੰ ਸੇਵਾ ਕਰਦੇ ਦੇਖਿਆ, ਡੈਡੀ ਜੋੜੇ ਦੇ ਵਿੱਚ ਜੋੜਾ ਸੀਗੇ, ਭਾਂਡੇ ਦੇ ਵਿੱਚ ਭਾਂਡਾ। ਇਹ ਸਾਰੇ ਕਈ ਸ਼ਾਇਦ ਸਿੰਘ ਜਾਣਦੇ ਵੀ ਹੋਣਗੇ ਜਿਨ੍ਹਾਂ ਨੇ ਮੇਰੇ ਨਾਲ ਡੈਡੀ ਨਾਲ ਸਾਂਝ ਕੀਤੀ ਆ। ਤੇ ਉਹ ਇੰਨੀ ਜੁੜ ਕੇ ਸੇਵਾ ਕਰਦੇ ਪਏ ਸੀ, ਮੇਰੇ ਖਿਆਲ ਨਾਲ ਉਹ ਅਸੀਂ ਤਾਂ ਥੱਕ ਹੀ ਗਏ ਸੀਗੇ। ਪਰ ਡੈਡੀ ਦੇਖ ਲਓ, ਵਾਹਿਗੁਰੂ 3 ਦਿਨ ਸਮਾਗਮ ਚੱਲਿਆ, 3 ਦਿਨ ਚ ਡੈਡੀ ਸਿਰਫ 2 ਘੰਟੇ ਸੁੱਤੇ ਸੀਗੇ ਤੇ ਡੈਡੀ ਲਗਾਤਾਰ ਵੱਡੇ ਭਾਂਡੇ ਸਾਰੇ ਸਾਫ਼ ਕਰੀ ਜਾਂਦੇ। ਮੈਂ ਡੈਡੀ ਨੂੰ 2 ਵਾਰੀ ਕਿਹਾ ਕਿ ਮੈਂ ਕਿਹਾ ਡੈਡੀ ਤੁਸੀਂ ਆਰਾਮ ਕਰ ਲਓ, ਤੇ ਮੈਂ ਇਹ ਵੀ ਨਹੀਂ ਕਿਹਾ ਕਿ ਮਤਲਬ ਕਿ ਤੁਸੀਂ ਥੱਕ ਗਏ ਹੋਵੇ। ਮੈਂ ਕਿਹਾ ਆਰਾਮ ਕਰ ਲਓ। ਕਹਿੰਦੇ ਨਹੀਂ ਗੁਰਨੂਰ ਸਿੰਘ ਮੈਂ ਚੜ੍ਹਦੀ ਕਲਾ ਚ ਹੈਗਾ, ਤੂੰ ਫਿਕਰ ਨਾ ਕਰ, ਤੂੰ ਆਪਣਾ ਕੰਮ ਕਰ ਜਿਹੜਾ ਕਰ ਰਿਹਾ। ਕਿਉਂਕਿ ਲੰਗਰ ਦੀ ਸੇਵਾ ਮੇਰੀ ਸੀ, ਅਸੀਂ ਤਿਆਰ ਕਰਦੇ ਹੁੰਦੇ ਸੀਗੇ। ਤੇ ਡੈਡੀ ਬਹੁਤ ਬਖਸ਼ਿਸ਼ ਗੁਰੂ ਪਾਤਸ਼ਾਹ ਦੀ, ਡੈਡੀ ਮੈਨੂੰ ਕਹਿੰਦੇ ਠੀਕ ਹੈਗਾ। ਤੇ ਅਸੀਂ ਨਾ ਅੰਮ੍ਰਿਤ ਸੰਚਾਰ ਸੀਗਾ ਲਾਸਟ ਵਾਲੇ ਦਿਨ, ਤੇ ਮੈਂ ਡੈਡੀ ਨੂੰ, ਮੇਰੀ ਹਿੰਮਤ ਨਹੀਂ ਹੋ ਰਹੀ ਸੀ ਪੁੱਛਣ ਦੀ ਕਿ ਮੈਂ ਡੈਡੀ ਅੰਮ੍ਰਿਤ ਛਕੋਗੇ ਤੁਸੀਂ? ਕਿਉਂਕਿ ਦੇਖੋ ਉਹ ਉਹਨਾਂ ਦੀ ਆਪਣੀ ਸੋਚ ਸੀਗੀ ਕਿ ਹਾਂ, ਪਰ ਮੈਨੂੰ ਅੰਦਰੋਂ ਆਵਾਜ਼ ਆ ਰਹੀ ਸੀਗੀ ਉਹਨਾਂ ਨੇ ਆਈ ਇਸੀ ਵਾਸਤੇ। ਕਿਉਂਕਿ ਜਦੋਂ ਮੈਂ ਸਟੇਸ਼ਨ ਤੇ ਉਤਰਿਆ ਸੀਗਾ ਤਾਂ ਜਿਹੜੇ ਉਹਨਾਂ ਦੇ ਮੈਨੂੰ ਪਿੱਛੇ ਸਰੂਪ ਦਿਖੇ ਸੀਗੇ, ਜਿਹੜੇ ਇੱਕ ਮਹਿਸੂਸ ਹੋਇਆ ਸੀਗਾ ਜਿਹੜੇ ਸਿੰਘ ਹੀ ਲੈ ਕੇ ਆਇਆ, ਤੇ ਮੈਨੂੰ ਪਤਾ ਤੇ ਲੱਗ ਗਿਆ ਸੀਗਾ। ਪਰ ਸਟਿਲ ਮੈਂ ਹਜੇ ਮਾਇਆ ਵੀ ਕਿਤੇ ਹਾਵੀ ਹੋ ਜਾਂਦੀ ਸੋਚ ਸਾਡੀ। ਤੇ ਮੈਂ ਪਿਤਾ ਜੀ ਨੂੰ ਪੁੱਛਿਆ, ਮੈਂ ਕਿਹਾ ਪਿਤਾ ਜੀ
ਕੱਲ ਨਾ ਗੁਰੂ ਸਾਹਿਬ ਜੀ ਨੇ ਆਣਾ ਤੇ ਤੁਹਾਡਾ ਕੀ ਵਿਚਾਰ ਹੈਗਾ? ਵਾਹਿਗੁਰੂ। ਤੇ ਮੈਂ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਕੱਲ ਗੁਰੂ ਪਾਤਸ਼ਾਹ ਜੀ ਨੇ ਆਣਾ ਤੇ ਨਾਲ ਕੱਲ ਨਾ ਖਿੜਕੀ ਖੁੱਲਣੀ ਹੈ, ਜਿੱਦਾਂ ਭਾਈ ਸਾਹਿਬ ਜੀ ਕਥਾ ਵਿੱਚ ਕਈ ਵਾਰੀ ਕਹਿੰਦੇ ਹੁੰਦੇ ਸੀ ਨਾ। ਮੈਂ ਕਿਹਾ ਕੱਲ ਸੱਚਖੰਡ ਦੀ ਖਿੜਕੀ ਖੁੱਲਣੀ ਆ। ਤੇ ਮੈਨੂੰ ਕਹਿੰਦੇ ਗੁਰੂ ਸਿੰਘ ਸੱਚਖੰਡ ਕੀ ਹੁੰਦਾ? ਤੇ ਮੈਂ ਡੈਡੀ ਨੂੰ ਬਿਠਾਇਆ ਤੇ ਡੈਡੀ ਨੇ ਜਦੋਂ ਮੈਨੂੰ ਆਪਣੀ ਬਖਸ਼ਿਸ਼ਾਂ ਦੀ ਖੇਡ ਦੱਸੀ, ਡੈਡੀ ਨੂੰ ਮੈਂ ਤੁਹਾਨੂੰ ਯਕੀਨ ਕਰਿਓ, ਡੈਡੀ ਨੇ ਮੈਨੂੰ ਪ੍ਰਕਾਸ਼ ਦੀ ਗੱਲ ਕੀਤੀ, ਡੈਡੀ ਨੇ ਮੈਨੂੰ ਸੰਗਤ ਦੀ ਗੱਲ ਕੀਤੀ। ਮਤਲਬ ਕਿ ਜਿਹੜੀ ਸੰਗਤ ਮੈਂ ਜਿਹੜੀ ਮਤਲਬ ਕਿ ਡੈਡੀ ਕਹਿੰਦੇ ਕਿ ਮੈਂ ਅੱਖਾਂ ਬੰਦ ਕਰਦਾ ਤੇ ਮੇਰੇ ਅੱਗੇ ਇਹ ਚੀਜ਼ਾਂ ਆਉਂਦੀਆਂ ਤੇ ਮੈਂ ਬੜਾ, ਮੇਰੇ ਹੱਥ ਜੁੜੇ ਰਹਿ ਗਏ ਗੁਰੂ ਸਾਹਿਬ ਜੀ ਦੇ ਅੱਗੇ। ਤੇ ਮੈਂ ਫਿਰ ਮੰਮੀ ਨੂੰ ਫੋਨ ਕਰਕੇ ਪੁੱਛਿਆ, ਮੈਂ ਕਿਹਾ ਮੰਮੀ ਕਿ ਤੁਸੀਂ ਡੈਡੀ ਨੇ ਤੁਹਾਡੇ ਗੱਲਾਂ ਸਾਂਝ ਕੀਤੀਆਂ? ਕਹਿੰਦੇ ਹਾਂ ਇਹ ਗੱਲਾਂ ਸਾਂਝ ਕੀਤੀਆਂ ਡੈਡੀ ਨੇ ਮੈਨੂੰ। ਤੇ ਮੈਨੂੰ ਹੋਰ ਯਕੀਨ ਹੋ ਗਿਆ ਉਸ ਚੀਜ਼ ਤੇ ਕਿ ਹਾਂ ਬਈ ਇਹ ਹੋ ਰਿਹਾ। ਫਿਰ ਤਾਂ ਮੈਨੂੰ ਪਤਾ ਸੀਗਾ ਇਹਨਾਂ ਤੇ ਅੰਮ੍ਰਿਤ ਸੰਚਾਰ ਵਾਲੇ ਦਿਨ ਬਖਸ਼ਿਸ਼ ਹੋਣੀ ਹੈ। ਇਹਨਾਂ ਦਾ ਤਾਂ ਭਾਂਡਾ ਖੁੱਲ ਜਾਣਾ ਇਸ ਵਾਰੀ ਪੂਰਾ ਚੰਗਾ ਵਾਲਾ। ਇਹ ਮੈਂ ਕਿਹਾ ਡੈਡੀ ਸਹੀ ਟਾਈਮ ਤੇ ਆ ਗਏ ਤੁਸੀਂ ਹੁਣ। ਤੇ ਮੈਂ ਕਿਹਾ ਹੁਣ ਤੁਸੀਂ, ਮੈਂ ਵੀ ਮਜ਼ਾਕ ਚ ਕਹਿਤਾ, ਮੈਂ ਕਿਹਾ ਅੰਮ੍ਰਿਤ ਛਕਣ ਤੋਂ ਬਾਅਦ ਤੁਸੀਂ ਕੱਲ ਹੀ ਮਰ ਗਏ ਨਾ, ਮੈਨੂੰ ਕੋਈ ਚਿੰਤਾ ਨਹੀਂ। ਕਹਿੰਦੇ ਹਜੇ ਤਾਂ ਮੈਨੂੰ ਸੇਵਾ ਸੰਗਤ ਸੇਵਨ ਕਰਨਾ, ਹਜੇ ਕਿਉਂ ਮਰਨਾ ਮੈਂ? ਤੇ ਮੇਰਾ ਰੋਣਾ ਹੀ ਨਿਕਲ ਗਿਆ ਗੱਲ ਸੁਣ ਕੇ ਕਿ ਵਾਹਿਗੁਰੂ ਕੀ ਕਿੰਨੀ ਵੱਡੀ ਗੱਲ ਹੈ ਕਿ ਡੈਡੀ ਕਹਿੰਦੇ ਹੁਣ ਤਾਂ ਸ਼ੁਰੂ ਹੋਇਆ ਜੀਣਾ ਮੇਰਾ। ਤੇ ਚਲੋ ਜੀ, ਅੰਮ੍ਰਿਤ ਸੰਚਾਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਪੰਜਾਬ ਵਿੱਚ ਸੇਵਾ ਵੀ ਲਈ ਸੀ ਉਦੋਂ। ਤੇ ਮਤਲਬ ਕਿ ਉਸ ਅੰਮ੍ਰਿਤ ਸੰਚਾਰ ਵਿੱਚ ਅਸੀਂ ਗੁਰੂ ਪਾਤਸ਼ਾਹ ਜੀ ਤੋਂ ਸਾਰੀ ਸੰਗਤ ਨੇ ਹੱਥ ਜੋੜ ਕੇ ਇਹ ਮੰਗਿਆ ਸੀਗਾ ਕਿ ਗੁਰੂ ਪਾਤਸ਼ਾਹ ਜੀ ਜਿਹੜੇ ਪ੍ਰਾਣੀ ਅੰਦਰ ਆਣ ਉਹ ਉਹਨਾਂ ਨੂੰ ਕੁਝ ਜ਼ਰੂਰ ਮਿਲਣਾ। ਕਿਉਂਕਿ ਸਾਡੇ ਸਿੰਘਾਂ ਦੇ ਵਿੱਚ ਇੰਨਾ ਚਾਅ ਹੁੰਦਾ ਸੀ, ਕੁਰਾਲੀ ਵਾਲੇ ਸਿੰਘਾਂ ਦੇ ਵਿੱਚ, ਕਿ ਬੇਹਿਸਾਬ ਬਲਕਿ ਕੁਝ ਦਿਖਦਾ ਹੀ ਨਹੀਂ ਸੀ ਉਹਨਾਂ ਨੂੰ। ਤੇ ਬਖਸ਼ਿਸ਼ ਤੇ ਹੋਣੀ ਸੀ ਜਿੱਥੇ ਗੁਰੂ ਸਾਹਿਬ ਜੀ ਸਾਰੇ ਦਿਖਦੇ, ਹਰ ਪਾਸੇ ਦਿਖਦੇ ਹੋਣ। ਤੇ ਅੰਮ੍ਰਿਤ ਸੰਚਾਰ 10 ਵਜੇ ਸਟਾਰਟ ਹੋਇਆ ਤੇ ਸੰਗਤ ਯਕੀਨ ਕਰੋ ਕਿ ਜਦੋਂ ਅੰਮ੍ਰਿਤ ਸੰਚਾਰ ਸਟਾਰਟ ਹੋਣ ਲੱਗਾ ਸੀਗਾ ਤੇ ਉਸ ਤੋਂ ਪਹਿਲਾਂ ਜਿਹੜੀ ਸੰਗਤ ਬਾਹਰ ਆ ਕੇ ਬੈਠਦੀ ਹੈ, ਨਾਮ ਜਪਦੀ ਆ, ਤੇ ਉਹ ਜਿਹੜਾ ਘਰ ਸੀਗਾ ਉਹ ਮਤਲਬ ਕਿ ਹਰਪਾਲ ਸਿੰਘ ਜੀ ਹੈਗੇ, ਉਹ ਵੀ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਹੈਗੇ ਆ, ਬਹੁਤ ਬਖਸ਼ਿਸ਼ ਉਹਨਾਂ ਤੇ ਹੈਗੀ ਆ। ਤੇ ਉਹ ਆਲਰੇਡੀ ਘਰ ਦੀ ਵਾਈਬ੍ਰੇਸ਼ਨ ਬਹੁਤ ਤਗੜੀਆਂ ਸੀ ਉਹਨਾਂ ਦੇ। ਤੇ ਉਸ ਹਜੇ ਸੰਗਤ ਪੰਜ ਪਿਆਰੇ ਤਿਆਰ ਹੀ ਅੰਦਰ ਹਜੇ ਆਏ ਵੀ ਨਹੀਂ ਸੀਗੇ। ਤੇ ਜਿਹੜੇ ਹਜੇ ਸੰਗਤ ਅੰਦਰ ਬਾਹਰ ਬੈਠ ਕੇ ਨਾਮ ਜਪਦੀ ਪਈ ਸੀ, ਹਜੇ ਜਿਹੜੇ ਜਿਨ੍ਹਾਂ ਨੇ ਕਕਾਰ ਦੇਣ ਵਾਲੇ ਵੀ ਵਿਰਾਗ ਚ ਸੀਗੇ, ਕਕਾਰ ਪਾਉਣ ਵਾਲੇ ਵੀ ਵਿਰਾਗ ਚ ਸੀਗੇ, ਸਿਮਰਨ ਕਰਨ ਵਾਲੇ ਵੀ ਵਿਰਾਗ ਚ ਸੀਗੇ। ਤੇ ਪੂਰਾ ਮਹੱਲਾ ਹੀ ਦੇਖਦਾ ਪਿਆ ਸੀਗਾ ਹੋ ਕੀ ਗਿਆ ਇੱਥੇ, ਇਹ ਕੀ ਭਾਣਾ ਵਾਪਰ ਗਿਆ ਇੱਥੇ, ਕਿ ਹਾਂ ਇੰਨਾ ਕੁਛ ਕੀ ਵਾਪਰ ਕੀ ਰਿਹਾ ਇੱਥੇ। ਪਰ ਵਾਹਿਗੁਰੂ, ਮੈਂ ਆਪ ਜੀ ਨੂੰ ਸਹੀ ਗੱਲ ਦੱਸਾਂ ਕਿ ਜਦੋਂ ਉਹ ਅੰਮ੍ਰਿਤ ਸੰਚਾਰ ਹੋਇਆ ਤੇ ਮੈਨੂੰ ਬੜੀ ਵਾਰੀ ਏਦਾਂ ਹੁੰਦਾ ਹੈ ਕਿ ਉਸ ਦਿਨ ਪੰਜ ਪਿਆਰੇ ਵੀ ਪੂਰੇ ਵਿਰਾਗ ਚ ਸੀਗੇ। ਤੇ ਜੋ ਖੇਡ ਵਾਪਰੀ ਉਸ ਦਿਨ, ਜੋ ਉਹ ਭਾਣੇ ਵਾਪਰੇ, ਜਿਹੜੇ ਜੋੜੇ ਉਸ ਦਿਨ ਗੁਰੂ ਪਾਤਸ਼ਾਹ ਨੇ, ਬੱਚਿਆਂ ਨੂੰ ਪ੍ਰਕਾਸ਼ ਹੋਏ, ਇੱਕ ਬੱਚੀ ਸੀ ਉਹਨੂੰ ਗੁਰੂ ਸਾਹਿਬ ਦੇ ਦਰਸ਼ਨ, ਉਹ ਤਾਂ ਏਦਾਂ ਬੈਠੀ ਰਹੀ ਸੁਣ ਹੋ ਕੇ। 4 ਘੰਟੇ ਬਾਅਦ ਗੁਰੂ ਸਾਹਿਬ ਦਾ ਨਾਮ ਮਤਲਬ ਕਿ ਕਿਰਪਾ, ਮਤਲਬ ਕਿ ਉਹ ਹੋਸ਼ ਵਿੱਚ ਆਈ। ਤੇ ਉਦੋਂ ਨੂੰ ਗੁਰੂ ਸਾਹਿਬ, ਮੈਂ ਫਿਰ ਨਾ ਜਦੋਂ ਅੰਮ੍ਰਿਤ ਸੰਚਾਰ ਹੋ ਗਿਆ ਤੇ ਮੈਂ ਡੈਡੀ ਕੋਲ ਗਿਆ ਆਪਣੇ, ਤੇ ਮੈਂ ਡੈਡੀ ਖੜੇ ਸੀ। ਮੈਂ ਕਿਹਾ ਡੈਡੀ ਮੈਨੂੰ ਇੱਕ ਕੰਮ ਕਰ ਲੈਣ ਦਿਓ। ਕਹਿੰਦੇ ਕਿ, ਮੈਂ ਕਿਹਾ ਡੈਡੀ ਥੋੜਾ ਪਿੱਛੇ ਹੋ ਜਾਓ ਤੁਸੀਂ। ਤੇ ਮੈਂ ਡੈਡੀ ਦੇ ਸਿਰ ਤੇ ਮੱਥਾ ਰੱਖਿਆ ਤੇ ਮੈਂ ਸੱਚੀ ਗੁਰੂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਸੱਚੂ ਸਾਹਿਬ ਦਾ ਸ਼ੁਕਰ ਕੀਤਾ। ਗੁਰੂ ਪਾਤਸ਼ਾਹ ਜੀ ਸ਼ੁਕਰ ਹੈ ਤੁਹਾਡਾ ਕਿ ਮੈਂ ਕਿਹਾ ਮੈਂ ਡੈਡੀ ਤੁਹਾਨੂੰ ਤਾਂ ਟੇਕ ਹੀ ਰਿਹਾ ਮੱਥਾ ਕਿ ਤੁਸੀਂ ਗੁਰੂ ਘਰ ਵਿੱਚ ਆਏ। ਤੇ ਮੈਂ ਕਿਹਾ ਮੈਂ ਇਸ ਕਰਕੇ ਮੱਥਾ ਟੇਕਦਾ ਪਿਆ ਕਿ ਤੁਹਾਡੇ ਵਿੱਚ ਹੁਣ ਮੇਰਾ ਗੁਰੂ ਦਿਖੂਗਾ ਮੈਨੂੰ ਹੁਣ ਪੱਕਾ ਪ੍ਰਤੱਖ। ਤੇ ਉਹ ਦਿਖਦਾ ਤੇ ਚਲੋ ਠੀਕ ਸੀਗਾ। ਤੇ ਹੋਰ ਵੀ ਬਹੁਤ ਕਿਰਪਾ ਹੋਈ ਗੁਰੂ ਪਾਤਸ਼ਾਹ ਜੀ ਦੀ ਕਿ ਮੈਨੂੰ ਉਸ ਚੀਜ਼ ਦਾ ਸਮਾਂ ਦਿਖਾਇਆ। ਤੇ ਫਿਰ ਅਸੀਂ ਲੰਗਰ ਛਕਿਆ। ਲੰਗਰ ਛਕਣ ਤੋਂ ਬਾਅਦ ਮੈਂ ਡੈਡੀ ਨੂੰ ਪੁੱਛਿਆ, ਜਿੱਦਾਂ ਸੁਭਾਵਿਕ ਤੌਰ ਤੇ ਸਾਡੀ ਆਦਤ ਹੈ ਪੁੱਛਣ ਦੀ, ਕਿ ਡੈਡੀ ਦੱਸੋ ਕੀ ਬਖਸ਼ਿਸ਼ ਹੋਈ ਅੱਜ ਤੁਹਾਡੇ ਤੇ, ਕੀ ਦਿਖਿਆ ਤੁਹਾਨੂੰ? ਤੇ ਫਿਰ ਡੈਡੀ ਨੇ ਮੈਨੂੰ ਦੱਸਿਆ, ਕਹਿੰਦੇ ਗੁਰਨੂਰ ਸਿੰਘ ਮੈਨੂੰ ਇੰਨਾ ਹੋਸ਼ ਨਹੀਂ ਸੀਗਾ ਕਿ ਮੈਂ ਕਿੱਥੇ ਬੈਠਾ ਆ। ਮੈਨੂੰ ਕੁੱਪ ਰੋਸ਼ਨੀ ਜੀ ਸੀਗੀ ਤੇ ਉੱਥੇ ਮੈਂ ਪ੍ਰਕਾਸ਼ ਜੀ ਬੈਠਾ ਰਿਹਾ, ਸਾਰੀ ਸੰਗਤ ਬੈਠੀ ਸੀ। ਕਹਿੰਦੇ ਆਹ ਸੰਗਤ ਕੁਛ ਵੀ ਨਹੀਂ ਹੈਗੀ ਉੱਥੇ, ਕਹਿੰਦੇ ਬਹੁਤ ਸੰਗਤ ਹੈਗੀ ਉੱਥੇ, ਬਹੁਤ ਲਾਈਟ ਜਲ ਰਹੀ ਸੀਗੀ। ਤੇ ਮੈਂ ਕਿਹਾ ਅੱਛਾ ਹੋਰ ਕੀ ਹੋਇਆ? ਤੇ ਫਿਰ ਡੈਡੀ ਮੈਨੂੰ ਇਹ ਵੀ ਕਹਿੰਦੇ ਗੁਰਨੂਰ ਕਿ ਮੈਨੂੰ ਨਾ ਸਿੰਘਾਂ ਨੇ ਉਠਾਇਆ ਅੰਮ੍ਰਿਤ ਛਕਣ ਵਾਸਤੇ। ਡੈਡੀ ਨੂੰ ਇੰਨੀ ਸੁਰਤ ਨਹੀਂ ਸੀਗਾ ਕਿ ਉੱਠ ਕੇ, ਕਈ ਵਾਰੀ ਆਪਾਂ ਨਾਮ ਜਪਦੇ ਸਾਡਾ ਸਰੀਰ ਨਾ ਸੁੰਨ ਸਮਾਜ ਚ ਚੱਲ ਜਾਂਦਾ ਕਿ ਸਾਨੂੰ ਹੋਸ਼ ਹੀ ਨਹੀਂ ਰਹਿੰਦਾ ਸੀ ਕਿੱਥੇ ਬੈਠੇ। ਤੇ ਫਿਰ ਸਿੰਘਾਂ ਨੇ ਉਹਨਾਂ ਨੂੰ, ਸੇਵਾਦਾਰਾਂ ਨੇ ਹਿਲਾ ਕੇ, ਕਿਉਂਕਿ ਮੈਂ ਵੇਖਿਆ ਹੀ ਨਹੀਂ ਸੀ ਉਹਨਾਂ ਦੇ ਵੱਲ ਅੰਮ੍ਰਿਤ ਸੇਵਾ ਦੇ ਵਿੱਚ ਵੀ ਜਦੋਂ ਅਸੀਂ ਸੀਗੇ ਗੁਰੂ ਸਾਹਿਬ ਦੀ, ਪਹਿਲੇ ਉਦੋਂ ਸਾਰੇ ਇੰਨੀ ਸੁਰਤ ਇੰਨੀ ਚੜੀ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਨਾਲ ਕਿ ਸਾਨੂੰ ਕੋਈ ਦਿਖਦਾ ਹੀ ਨਹੀਂ ਹੈਗਾ ਕੌਣ ਆਇਆ ਕੌਣ ਗਿਆ, ਕਿੱਦਾਂ ਸੇਵਾ ਚੱਲਦੀ ਪਈ, ਸਰੀਰ ਵਿੱਚ ਸਰੀਰ ਹੀ ਨਹੀਂ ਲੱਗਦਾ ਸਾਡਾ। ਤੇ ਮੈਂ ਕਿਹਾ ਡੈਡੀ ਤੁਹਾਨੂੰ ਕਿੰਨੇ? ਫਿਰ ਕਹਿੰਦੇ ਮੈਨੂੰ ਗੁਰੂ ਸੇਵਾ ਨੇ, ਮਤਲਬ ਸੇਵਾਦਾਰਾਂ ਨੇ ਉਠਾਇਆ, ਹਿਲਾਇਆ ਕਿ ਤੁਹਾਡੀ ਵਾਰੀ ਆ ਗਈ ਅੰਮ੍ਰਿਤ ਛਕੋ ਜਾ ਕੇ। ਤੇ
ਕਹਿੰਦੇ ਜਦੋਂ ਮੈਂ ਪੰਜਾਂ ਪਿਆਰਿਆਂ ਵੱਲ ਦੇਖਿਆ ਤੇ ਜਦੋਂ ਮੈਂ ਗੁਰੂ ਸਾਹਿਬ ਵੱਲ ਦੇਖਿਆ, ਕਹਿੰਦੇ ਮੈਨੂੰ ਵੇਖਿਆ ਹੀ ਨਹੀਂ ਜਾ ਰਿਹਾ ਸੀ ਉਹਨਾਂ ਵੱਲ, ਤੇ ਉਹ ਮੇਰੀ ਅੱਖਾਂ ਹੀ ਨਹੀਂ ਖੁੱਲਦੀ ਪਈਆਂ ਸੀ। ਕਹਿੰਦੇ ਮੈਂ ਤਾਂ ਅੱਖਾਂ ਬੰਦ ਵੀ ਅੰਮ੍ਰਿਤ ਛਕ ਲਿਆ ਤੇ ਮੇਰੇ ਅੱਖਾਂ ਨਹੀਂ ਖੁੱਲੀ ਜਾ ਰਹੀ ਸੀ ਪੰਜਾਂ ਵੱਲ ਦੇਖ ਕੇ। ਤੇ ਡੈਡੀ ਨੇ ਨਿਰਵੋਲ ਬਖਸ਼ਿਸ਼ ਦੀ ਜਿੱਦਣ ਉਹਨਾਂ ਨੇ ਮੈਨੂੰ ਗੱਲ ਦੱਸੀ ਕਿ ਇਹ ਮੇਰੇ ਤੇ ਸਾਰੀ ਬਖਸ਼ਿਸ਼ ਹੋਈ, ਤੇ ਮੈਂ ਡੈਡੀ ਨਾਲ ਸੱਚੀ ਇੰਨਾ ਕੁੱਟ ਕੇ ਮੈਂ ਉਹਨਾਂ ਨੂੰ ਜੱਫੀ ਪਾਈ ਗਈ। ਮੈਂ ਕਿਹਾ ਡੈਡੀ ਮੈਨੂੰ ਜ਼ਿੰਦਗੀ 'ਚ ਤੁਸੀਂ ਜਨਮ ਤੇ ਦਿੱਤਾ ਹੀ ਦਿੱਤਾ ਹੈ, ਤੇ ਕਹਿੰਦੇ ਕਿ ਮਤਲਬ ਕਿ ਮੈਂ ਕਿਹਾ ਇਸ ਤੋਂ ਵੱਡੀ ਖੁਸ਼ੀ ਹੋਰ ਵੀ ਦੇ ਦਿੱਤੀ ਤੁਸੀਂ ਮੈਨੂੰ। ਕਹਿੰਦੇ ਨਹੀਂ ਗੁਰਨੂਰ ਸਿੰਘ, ਮੈਨੂੰ ਉਲਟਾ ਮੈਨੂੰ ਕਹਿਣ ਲੱਗ ਗਏ, ਕਹਿੰਦੇ ਇੱਥੇ ਤੇ ਹੁਣ ਉਲਟਾ ਹੀ ਹੋ ਗਿਆ, ਕਹਿੰਦੇ ਹੁਣ ਤਾਂ ਤੂੰ ਜਨਮ ਮੇਰੇ ਤੇਰੇ ਕਰਕੇ ਜਨਮ ਹੋਇਆ ਇੱਥੇ। ਮੈਂ ਕਿਹਾ ਨਹੀਂ, ਮੈਂ ਕਿਹਾ ਪਿਓ ਤੇ ਗੁਰੂ। ਫਿਰ ਮੈਨੂੰ ਡੈਡੀ ਜੀ ਨੇ ਚਰਨ ਧੂੜ ਦੀ ਸੇਵਾ ਵੀ ਦੱਸੀ। ਕਹਿੰਦੇ ਗੁਰਨੂਰ ਸਿੰਘ ਜਦੋਂ ਮੈਂ ਚਰਨ ਧੂੜ ਦੀ ਸੇਵਾ ਕਰਦਾ ਹੁੰਦਾ ਸੀ ਨਾ, ਕਹਿੰਦੇ ਗੁਰਨੂਰ ਸਿੰਘ ਮੈਨੂੰ ਜਿਹੜੇ ਮੇਰੇ ਖਿਆਲ ਜਿਹੜੇ ਮੇਰੇ ਭਰਮ ਸੀਗੇ ਕਿ ਦੁਨੀਆ, ਕਹਿੰਦੇ ਮੇਰੇ ਹਲਕੇ ਹਲਕੇ ਸਾਰੇ ਦੂਰ ਹੁੰਦੇ ਰਹੇ। ਕਹਿੰਦੇ ਨਾ ਮੈਨੂੰ ਕਿਸੇ ਨੇ ਕੁਝ ਕਿਹਾ, ਕਿਉਂਕਿ ਸਾਡੀ ਜਿਹੜੀ ਫੈਮਿਲੀ ਉੱਥੇ ਰਹਿੰਦੀ ਇਕੱਠੀ ਰਹਿੰਦੀ, ਮਤਲਬ ਕਿ ਸਾਡੇ ਚਾਚਾ ਕੇ ਤਾਇਆ ਕੇ ਮਤਲਬ ਕਿ ਚਾਚੇ ਜਿਹੜੇ ਹੋ ਗਏ, ਭੂਆ ਜੀ ਵਗੈਰਾ ਸਾਰੀ ਨੇੜੇ, ਕਿਸੇ ਨੇ ਕੁਝ ਨਹੀਂ ਕਿਹਾ ਉਹਨਾਂ ਨੂੰ ਕਿ ਤੂੰ ਕੀ ਕਰਦਾ ਪਿਆ, ਤੇ ਲੋਕੀ ਕੀ ਕਹਿਣਗੇ। ਕਹਿੰਦੇ ਸਾਰੇ ਦੇ ਮੂੰਹ ਚੁੱਪ ਕਰਾਤੇ ਗੁਰੂ ਸਾਹਿਬ ਨੇ। ਤੇ ਮੈਂ ਕਿਹਾ ਡੈਡੀ ਇਹ ਤਾਂ ਹੋਣਾ ਹੀ ਸੀਗਾ। ਤੇ ਕਹਿੰਦੇ ਮੈਨੂੰ ਪਤਾ ਕੀ ਬੋਲੇ ਡੈਡੀ, ਕਹਿੰਦੇ ਤੇ ਤੇਰੀ ਮੈਂ ਮੰਮੀ ਵਾਸਤੇ ਵੀ ਅਰਦਾਸ ਕੀਤੀ ਆ। ਤੇ ਮੈਂ ਕਿਹਾ ਤੁਸੀਂ ਕਦੋਂ ਕੀਤੀ? ਕਹਿੰਦੇ ਅੱਜ ਹੀ ਕੀਤੀ ਅਰਦਾਸ। ਤੇ ਜਦੋਂ ਉਹਨਾਂ ਨੇ ਇਹ ਗੱਲ ਦੱਸੀ ਕਿ ਅੱਜ ਹੀ ਅੰਮ੍ਰਿਤ ਸੰਚਾਰ ਦੇ ਵਿੱਚ ਅਰਦਾਸ ਕੀਤੀ, ਤੇ ਮੈਂ ਤੇ ਫਿਰ ਮੈਨੂੰ ਦਿੱਲੀ ਵਾਲੀ ਗੱਲ ਯਾਦ ਗਈ। ਮੈਂ ਕਿਹਾ ਚਲੋ ਜੀ ਹੁਣ ਮੰਮੀ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ। ਤੇ ਮੈਂ ਹੱਸ ਕੇ ਆਪਣੇ ਅੰਦਰ ਮੈਨੂੰ ਇੰਨਾ ਚਾਅ ਚੜ ਗਿਆ ਕਿ ਮੈਨੂੰ ਸਭ ਤੋਂ ਵੱਡਾ ਗਿਫਟ ਦੇਤਾ ਸਮਾਗਮ। ਅਸੀਂ ਗੁਰੂ ਸਾਹਿਬ ਤੋਂ ਨਾ ਗਿਫਟ ਮੰਗਦੇ ਹੁੰਦੇ ਸੀ ਸਮਾਗਮ ਤੋਂ, ਕਿਸੇ ਨੂੰ ਗੁਰਸਾ ਜੀ ਸੁਰਤੀ ਜੁੜਦੇ, ਕਿਸੇ ਨੂੰ ਚਰਨ ਧੂੜ ਦੀ ਪਰਮਾਨੈਂਟਲੀ ਸੇਵਾ ਮਿਲ ਜਾਏ, ਕਿਸੇ ਨੂੰ ਸ਼ਬਦ ਮਤਲਬ ਕਿਸੇ ਨੂੰ ਪ੍ਰਕਾਸ਼, ਇਹਨੂੰ ਗਿਫਟ ਚਾਹੀਦਾ ਸਮਾਜ, ਜਿੱਦਾਂ ਕਿ ਬੱਚਾ ਪਿਓ ਤੋਂ ਮੰਗਦਾ, ਅਸੀਂ ਏਦਾਂ ਹੀ ਮੰਗਦੇ ਹੁੰਦੇ ਸੀਗੇ ਸੰਗਤ ਦੇ ਵਿੱਚੋਂ। ਤੇ ਆਪਾਂ ਫਿਰ ਜਦੋਂ ਪਿਤਾ ਜੀ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਮੰਮੀ ਵਾਸਤੇ ਵੀ ਅਰਦਾਸ ਕੀਤੀ ਆ, ਤੇ ਮੈਨੂੰ ਸਮਝ ਆ ਗਈ ਕਿ ਹੁਣ ਇਹ ਗੇਮ ਬਹੁਤ ਜਲਦੀ ਬਦਲਣ ਵਾਲੀ ਹੈ, ਤੇ ਹੁਣ ਇਹਦੇ ਵਾਸਤੇ ਤਿਆਰੀ ਕਰ ਲਓ ਹੁਣ। ਤੇ ਚਲੋ ਜੀ ਇਹ ਸਮਾਂ ਬੀਤ ਗਿਆ, ਤੇ ਡੈਡੀ ਦੀ ਜੋ ਸੁਰਤੀ ਸੀਗੀ ਉਹ ਇੰਨੀ ਸਟਰੋਂਗ ਸੀਗੀ ਡੈਡੀ ਦੀ ਸੁਰਤੀ, ਕਿ ਡੈਡੀ 5 ਮਿੰਟ 'ਚ ਬੈਠ ਜਾਂਦੇ ਸੀ ਜਿੱਥੇ ਬੈਠੇ ਉੱਥੇ। ਕਿਉਂਕਿ ਫਿਰ ਉਹਨਾਂ ਨੂੰ ਮੈਂ ਭੇਜਿਆ ਨਹੀਂ ਕਈ ਟਾਈਮ ਤੱਕ, ਕਿਉਂਕਿ ਮੈਨੂੰ ਪਤਾ ਸੀਗਾ ਅੰਮ੍ਰਿਤ ਛਕਣ ਤੋਂ ਬਾਅਦ ਅਗਰ ਇਹਨਾਂ ਨੂੰ 1.5-2 ਮਹੀਨੇ ਸੰਗਤ ਨਹੀਂ ਮਿਲੀ ਤੇ ਇਹਨਾਂ ਦਾ ਥੋੜਾ ਜਿਹਾ ਫਿਰ ਸਿਸਟਮ ਡਾਊਨ ਹੋ ਜਾਣਾ। ਤੇ ਮਤਲਬ ਕਿ ਮੈਨੂੰ ਲੱਗਦਾ, ਕਿਉਂਕਿ ਸੁਭਾਵਿਕ ਤੌਰ ਤੇ ਪ੍ਰੈਕਟੀਕਲ ਵੀ ਦੇਖਿਆ ਸੀਗਾ ਇਸ ਚੀਜ਼ ਦਾ, ਸੰਗਤ ਦੇ ਵਿੱਚ ਵੀ ਸੁਣਿਆ ਸੀਗਾ। ਤੇ ਮੈਂ ਕਿਹਾ ਇਹਨਾਂ ਨੂੰ ਘਰ ਨਹੀਂ ਭੇਜਣਾ। ਤੇ ਮੈਂ ਮੰਮੀ ਨੂੰ ਫੋਨ ਕੀਤਾ, ਮੈਂ ਕਿਹਾ ਮੰਮੀ ਹੁਣ ਤੁਹਾਡਾ ਘਰ ਵਾਲਾ ਇੱਥੇ ਨਾਮ ਜਪਦਾ ਪਿਆ ਤੇ ਤੁਸੀਂ ਉੱਥੇ ਨਾਮ ਜਪੋ ਆਪਣਾ। ਤੇ ਮੰਮੀ ਨੇ ਹੱਸ ਕੇ ਕਹਿੰਦੇ ਠੀਕ ਆ ਵਾਹਿਗੁਰੂ। ਕਹਿੰਦੇ ਕਿੱਦਾਂ ਦਾ ਲੱਗਾ ਇਹਨਾਂ ਨੂੰ? ਮੈਂ ਕਿਹਾ ਇਹ ਤਾਂ ਤੁਹਾਨੂੰ ਆ ਕੇ ਆਪ ਹੀ ਦੱਸਣਗੇ ਕਿ ਕਿੱਦਾਂ ਦਾ ਲੱਗਾ ਤੁਹਾਨੂੰ ਇਹਨਾਂ ਨੂੰ ਇੱਥੇ। ਤੇ ਮੰਮੀ ਹਲਕਾ ਜਿਹਾ ਬੈਰਾਗ ਦੇ ਵਿੱਚ ਸੀਗੀ, ਕਿਉਂਕਿ ਸ਼ਾਇਦ ਉਹ ਮੋਹ ਵਾਲਾ ਬੈਰਾਗ ਸੀਗਾ। ਕਿ ਮੈਂ ਉਦੋਂ ਇੱਕ ਵੀ ਗੱਲ ਕਹਿਤੀ, ਮੈਂ ਕਿਹਾ ਮੰਮੀ ਹੁਣ ਤਾਂ ਮਤਲਬ ਕਿ ਤੁਸੀਂ ਡੈਡੀ ਦੀ ਘਰ ਵਾਲੀ ਤੇ ਡੈਡੀ ਗੁਰੂ ਸਾਹਿਬ ਦੇ ਘਰ ਵਾਲੀ, ਤੇ ਮੈਂ ਏਦਾਂ ਦੀ ਗੱਲ ਕੀਤੀ। ਤੇ ਮੰਮੀ ਕਹਿੰਦੇ ਕਿ ਹਾਂ, ਕਹਿੰਦੇ ਜੋ ਚੇਂਜ ਤੇਰੇ ਵਿੱਚ ਆਏ ਹੁਣ ਉਹ ਉਹਨਾਂ ਵਿੱਚ ਆਣਗੇ। ਤੇ ਕਹਿੰਦੇ ਜਿੰਨਾ ਹੁਣ ਤੂੰ ਬੋਲਦਾ ਉਹਨਾਂ ਉਹ ਬੋਲਣਗੇ ਫਿਰ ਮੇਰੇ ਨਾਲ, ਕਿਉਂਕਿ ਮੈਂ ਬਿਲਕੁਲ ਹੀ ਕਿਤੇ ਨਾ ਕਿਤੇ ਬੜਾ ਸੁਭਾਅ 'ਚ ਬੜਾ ਫਰਕ ਪੈ ਗਿਆ ਸੀ। ਮੈਂ ਬਹੁਤ ਜ਼ਿਆਦਾ ਸ਼ਰਾਰਤੀ ਹੁੰਦਾ ਸੀਗਾ, ਤੇ ਮੈਂ ਸਾਰਾ ਫਿਰ ਉਹ ਚੀਜ਼ਾਂ ਨੂੰ ਥੋੜਾ ਛੱਡ ਕੇ ਗੁਰੂ ਸਾਹਿਬ ਵੱਲ ਧਿਆਨ ਜ਼ਿਆਦਾ ਜਦੋਂ ਜੁੜਿਆ ਮੇਰਾ, ਤੇ ਸੁਭਾਅ ਚੇਂਜ ਹੋਇਆ ਥੋੜਾ ਜਿਹਾ ਮੇਰਾ। ਤੇ ਅਸੀਂ ਜਦੋਂ ਮੈਂ ਇੱਕ ਵੀ ਗੱਲ ਦੱਸਾਂ, ਤੇ ਮੈਂ ਮਤਲਬ ਡੈਡੀ ਨਾਲ ਇੱਕ ਅਸੀਂ ਰਾਤੀ ਦੋਨੋਂ ਬੈਠਦੇ ਹੁੰਦੇ ਸੀ, ਇਕੱਠੇ ਸਿਮਰਨ ਕਰਦੇ ਹੁੰਦੇ ਸੀ, ਤੇ ਇਕੱਠੀ ਸੇਵਾ ਕਰਨ ਜਾਂਦੇ ਹੁੰਦੇ ਸੀਗੇ। ਜਿੱਦਾਂ ਮੈਂ ਸੰਗਤ ਨੂੰ ਕੱਲ ਵੀ ਦੱਸਿਆ ਸੀਗਾ ਕਿ ਅਸੀਂ ਬਾਥਰੂਮ ਦੀ ਸੇਵਾ ਕਰਦੇ ਹੁੰਦੇ ਸੀ ਰਾਤ ਨੂੰ ਜਾ ਕੇ। ਤੇ ਰਾਤ ਨੂੰ ਬਾਥਰੂਮ ਦੀ ਜਦੋਂ ਸੇਵਾ ਕਰਨ ਜਾਣਾ ਸੀ, ਤੇ ਡੈਡੀ ਨੇ 2-3 ਘੰਟੇ ਸੇਵਾ ਕਰਕੇ ਨਾ, ਉਹਨਾਂ ਦੀ ਆਦਤ ਹੁੰਦੀ, ਅਸੀਂ ਸੇਵਾ ਕਰਦੇ ਰਹਿੰਦੇ ਸੀ, ਉਹਨਾਂ ਦੀ ਆਦਤ ਹੁੰਦੀ ਸੀ ਕਿ ਪਹਿਲਾਂ ਆਪਣੇ ਮਨ ਨੂੰ ਸੈੱਟ ਕਰ ਲੈਂਦੇ ਸੀਗੇ ਸਿਮਰਨ ਕਰਦੇ ਕਰਦੇ, ਸੇਵਾ ਕਰਦੇ ਕਰਦੇ। ਕਿਉਂਕਿ ਡੈਡੀ ਸਿਮਰਨ ਕਰਦੇ ਕਰਦੇ ਸੇਵਾ ਕਰਦੇ ਆ, ਤੇ ਕਈ ਵਾਰੀ ਅਸੀਂ ਵਿਸਰ ਜਾਂਦੇ ਸੀ, ਡੈਡੀ ਸਾਨੂੰ ਯਾਦ ਦਿਲਾ ਦਿੰਦੇ ਹੁੰਦੇ ਸਿਮਰਨ ਕਰਦੇ ਕਰਦੇ। ਤੇ ਉਹਨਾਂ ਦਾ ਇੰਨਾ ਸਿਸਟਮ ਬਣ ਜਾਂਦਾ ਹੁੰਦਾ ਸੀਗਾ ਕਿ ਮੈਨੂੰ ਵੀ ਕਈ ਵਾਰੀ ਡੈਡੀ ਨੇ ਕਿਹਾ ਕਿ ਚੱਲ ਬੈਠੀ ਦੋਨੋਂ, ਤੇ ਅਸੀਂ ਅੰਦਰ ਦਰਬਾਰ ਸਾਹਿਬ ਦਰਵਾਜ਼ੇ ਤੇ ਬੰਦ ਹੁੰਦੇ ਸੀ ਰਾਤ ਨੂੰ ਗੁਰਦੁਆਰੇ ਤੇ, ਅਸੀਂ ਗੁਰਦੁਆਰੇ ਦੇ ਬਾਹਰ ਹੀ ਬੈਠ ਜਾਣਾ। ਪਰ ਡੈਡੀ ਨੂੰ ਪ੍ਰਤੱਖ ਪ੍ਰਕਾਸ਼ ਦੇ, ਪ੍ਰਤੱਖ ਗੁਰੂ ਸਾਹਿਬ ਦੇ, ਜਿੱਦਾਂ ਗੁਰੂ ਸਾਹਿਬ ਪ੍ਰਕਾਸ਼ ਹੁੰਦਾ, ਕਹਿੰਦੇ ਏਦਾਂ ਵੀ ਦਰਸ਼ਨ ਹੋਏ ਗੁਰੂ ਪਾਤਸ਼ਾਹ ਜੀ ਦੇ। ਤੇ ਡੈਡੀ ਨੂੰ ਕਈ ਵਾਰੀ ਸਿੰਘਾਂ ਨੇ ਬਹੁਤ ਪਿਆਰ ਵੀ ਦਿੱਤਾ, ਗੁਰੂ ਸਾਹਿਬ ਨੇ ਬਹੁਤ ਚੀਜ਼ ਦਿਖਾਈਆਂ ਵੀ ਡੈਡੀ ਨੂੰ। ਤੇ ਡੈਡੀ ਨੂੰ ਮਤਲਬ ਇੰਨੀ ਬਖਸ਼ਿਸ਼ ਹੋਣ ਲੱਗ ਗਈ ਸੀ, ਡੈਡੀ ਦੂਜੇ ਦੀ ਅੰਦਰ ਸਿਸਟਮ ਤੱਕ ਪੜ ਲੈਂਦੇ ਸੀ ਕਿ ਇਹਨੇ ਕੀ ਕਰਨਾ ਹੈ। ਮਤਲਬ ਕਿ ਉਹ ਰਿੱਧੀਆਂ ਸਿੱਧੀਆਂ ਵਾਲੀ ਗੱਲਾਂ ਵੀ ਕੁਛ ਮੈਂ ਡੈਡੀ ਦੇ ਵਿੱਚ ਜ਼ਰੂਰ ਦੇਖੀਆਂ ਜੋ ਡੈਡੀ ਨੂੰ ਸਮਝ ਨਹੀਂ ਹੈਗੀ ਸੀਗੀ। ਤੇ ਡੈਡੀ ਨੂੰ ਫਿਰ ਮੈਂ ਗੁਰਬਾਣੀ ਦੇ ਥਰੂ ਗੱਲਾਂ ਸਮਝਾਈਆਂ ਕਿ ਡੈਡੀ ਇਹ ਚੀਜ਼ਾਂ ਵੱਲ ਨਹੀਂ ਜਾਣਾ, ਇਹਨੂੰ ਕੰਟਰੋਲ ਕਰਨਾ। ਕਿਉਂਕਿ ਕਈ ਵਾਰੀ ਡੈਡੀ ਨੇ ਜੋ ਬੋਲਣਾ ਸਿੱਧਾ ਹੀ ਮਤਲਬ ਕਿ ਉਹ ਕੰਮ
ਮਤਲਬ ਕਿ ਹੋ ਹੀ ਜਾਣਾ। ਮੈਂ ਕਈ ਵਾਰੀ ਡੈਡੀ ਨੂੰ ਕਿਹਾ ਕਿ ਡੈਡੀ ਕਿ ਤੁਸੀਂ ਇਹ ਚੀਜ਼ ਕੰਟਰੋਲ ਕਰਨਾ ਪੈਣਾ, ਨਹੀਂ ਤਾਂ ਤੁਹਾਨੂੰ, ਕਿਉਂਕਿ ਡੈਡੀ, ਮੈਂ ਆਪ ਜੀ ਨੇ ਵੀ ਗੱਲ ਦੱਸਦਾ ਕਿ ਵਾਹਿਗੁਰੂ, ਮੈਂ ਤੁਹਾਨੂੰ, ਉਹ ਇੰਨੇ, ਉਹਨਾਂ ਦਾ ਸੁਭਾਅ ਇੰਨਾ 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 ਇਹੋ ਜਿਹਾ ਹੈਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਇਨਸਾਨ ਨਹੀਂ ਦੇਖਿਆ ਕਦੀ ਆਪਣਾ, ਇੰਨਾ ਪੋਜ਼ਿਟਿਵ। ਤੇ ਮਤਲਬ ਕਦੀ ਮੈਂ ਮਾਂ ਪਿਓ ਦੇ ਵਿੱਚ ਅੱਜ ਤੱਕ ਕਦੀ ਤੂੰ ਮੈਂ ਹੁੰਦੀ ਨਹੀਂ ਦੇਖੀ, ਕਦੀ ਕੋਈ ਇਹਨਾਂ ਨੇ ਕੋਈ ਗਾਲ ਨਹੀਂ ਕੱਢੀ, ਕਦੀ ਉਹਨਾਂ ਨੇ ਸਾਦਾ ਸ਼ਬਦ ਨਹੀਂ ਯੂਜ਼ ਕੀਤਾ। ਹਮੇਸ਼ਾ ਕਹਿੰਦਾ ਭਲਾ ਹੋਵੇ ਭਲਾ, ਔਰ ਸੱਚੀ ਵਾਹਿਗੁਰੂ ਨੇ ਉਹਨਾਂ ਦਾ ਭਲਾ ਕਰ ਦਿੱਤਾ। ਤੇ ਫਿਰ ਡੈਡੀ ਨੇ ਮੈਨੂੰ ਇੱਕ ਦਿਨ ਇਹ ਵੀ ਦੱਸਿਆ ਕਿ ਜਿੱਦਾਂ ਮਤਲਬ ਕਿ ਅੱਜ ਮਤਲਬ ਕਿ ਮੈਂ ਜਦੋਂ ਬੈਠਾ ਉੱਪਰ ਤੇ ਬਹੁਤ ਵੱਡਾ ਪ੍ਰਕਾਸ਼ ਸੀਗਾ, ਮਤਲਬ ਕਿ ਜਿੱਦਾਂ ਮਹਿਲ ਵਾਂਗੂ ਮੈਨੂੰ ਸੱਚਖੰਡ ਦੀ ਗੱਲ ਲੱਗੀ ਉਦੋਂ, ਕਿ ਜਿੱਦਾਂ ਮਤਲਬ ਕਿ ਬਹੁਤ ਵੱਡਾ, ਤੇ ਬਹੁਤ ਸਿੰਘ ਉਹਦੇ ਅੰਦਰ ਜਾ ਰਹੇ ਸੀਗੇ। ਤੇ ਮੈਂ ਵੀ ਜਾਣ ਦੀ ਕੋਸ਼ਿਸ਼ ਕੀਤੀ, ਤੇ ਮੈਂ ਫਿਰ ਉੱਥੇ ਖੜਾ ਕੇ ਦੇਖਦਾ ਰਿਹਾ। ਤੇ ਮੈਂ ਸਿੰਘਾਂ ਨੂੰ ਵੀ ਕਿਹਾ ਕਿ ਮੈਨੂੰ ਅੰਦਰ ਲੈ ਜਾਓ, ਉਹ ਵੀ ਕਹਿੰਦੇ ਕਿ ਮੇਰੇ ਵੱਲ ਵੇਖਦੇ ਰਹੇ। ਤੇ ਮੈਂ ਕਿਹਾ ਡੈਡੀ ਹਜੇ ਥੋੜਾ ਕਿਤੇ ਨਾ ਕਿਤੇ ਅਸੀਂ ਹੋਰ ਸਾਨੂੰ ਮਿਹਨਤ ਕਰਨੀ ਪੈਣੀ ਹੈ, ਤੇ ਆਪਾਂ ਮਿਹਨਤ ਮੰਗਣੀ ਗੁਰੂ ਪਾਤਸ਼ਾਹ ਜੀ ਤੋਂ। ਤੇ ਡੈਡੀ ਜੀ ਨੇ ਬੜੀਆਂ ਜਿਹੜੀਆਂ ਮਤਲਬ ਕਿ ਆਤਮਾਵਾਂ ਜਿਹੜੀਆਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਦੱਸੀਆਂ, ਉਹਦੇ ਨਾਲ ਮੇਰੀ ਹੋਰ ਬਖਸ਼ਿਸ਼ ਹੋ ਗਈ ਮੇਰੇ ਤੇ। ਕਿਉਂਕਿ ਮੈਂ ਜਦੋਂ ਡੈਡੀ ਨਾਲ ਸਮਨ ਕਰਦਾ ਸੀਗਾ ਤੇ ਮੈਨੂੰ ਵੀ ਬੜੀ, ਕਿਉਂਕਿ ਦੋਨਾਂ ਦੀ ਖੇਡਾਂ ਗੁਰੂ ਪਾਤਸ਼ਾਹ ਜੀ ਦੀਆਂ ਏਦਾਂ ਚੱਲਣ ਲੱਗ ਗਈਆਂ ਕਿ ਬਸ ਅਸੀਂ ਬੈਠੇ ਰਹਿਣਾ, ਤੇ ਸਾਨੂੰ ਨਾ ਭੁੱਖ ਪਿਆਰੀ ਲੱਗਣੀ, ਨਾ ਨੀਂਦ ਪਿਆਰੀ ਲੱਗਣੀ, ਨਾ ਕਿਤੇ ਕੁਛ ਪਿਆਰਾ ਲੱਗਣਾ, ਤੇ ਅਸੀਂ ਬੈਠੇ ਹੀ ਰਹਿਣਾ, ਫਿਰ ਸੇਵਾ ਹੀ ਕਰੀ ਜਾਣੀ ਆ, ਬੈਠੇ ਹੀ ਰਹਿਣਾ। ਤੇ ਕੋਈ ਗੁਰੂ ਦੀ ਗੱਲ ਤੋਂ ਇਲਾਵਾ ਕੋਈ ਦੁਨਿਆਵੀ ਗੱਲ ਕਰਦੇ ਨਹੀਂ ਸੀ ਅਸੀਂ। ਤੇ ਬੜੀ ਬਖਸ਼ਿਸ਼ ਹੋਈ ਗੁਰੂ ਪਾਤਸ਼ਾਹ ਜੀ ਉਸ ਟਾਈਮ। ਤੇ ਇੱਕ ਦਿਨ ਮੰਮੀ ਨੂੰ ਮੈਂ ਕਿਹਾ, ਮੰਮੀ ਤੁਸੀਂ ਵੀ, ਕਿਉਂਕਿ ਮੇਰੇ ਮੰਮੀ ਦੇ ਪੈਰ ਵਿੱਚ ਪੋਲੀਓ ਹੈਗਾ, ਤੇ ਉਹ ਨਾ ਗੁਰਦੁਆਰੇ ਘੱਟ ਜਾ ਪਾਉਂਦੇ ਆ, ਤੇ ਉਹ ਮਤਲਬ ਕਿ ਸੋਟੀ ਲੈ ਕੇ ਚੱਲਦੇ ਮੇਰੀ ਮੰਮੀ। ਤੇ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਕੋਈ ਗੱਲ ਨਹੀਂ, ਗੁਰੂ ਸਾਹਿਬ ਨੇ ਦੇਖੋ ਤੁਹਾਨੂੰ ਕਿੰਨੀ ਹਿੰਮਤ ਬਖਸ਼ੀ ਹੈ। ਮੈਂ ਕਿਹਾ ਤੁਹਾਨੂੰ ਕਹਿੰਦੇ ਕਿ ਹਾਂ ਬਹੁਤ ਹਿੰਮਤ ਬਖਸ਼ੀ ਆ, ਤੇ ਮੈਂ ਕਿਹਾ ਤੁਸੀਂ ਨਾ ਤੇ ਚਰਨ ਧੂੜ ਲੈਣ ਜਾਇਆ ਕਰੋ ਗੁਰਦੁਆਰੇ ਸਾਹਿਬ। ਤੇ ਮੰਮੀ ਕਹਿੰਦੇ ਤੇਰੇ ਡੈਡੀ ਆ ਜਾਣਗੇ ਨਾ ਜਦੋਂ, ਤੇ ਫਿਰ ਮੈਂ ਉਹਨਾਂ ਨਾਲ ਜਾਇਆ ਕਰਾਂਗੀ। ਮੈਂ ਕਿਹਾ ਠੀਕ ਹੈ ਵਾਹਿਗੁਰੂ। ਚਲੋ ਮੈਂ ਡੈਡੀ ਪੂਰੀ ਤਰੀਕੇ ਨਾਲ ਹੁਣ ਸਮਝ ਚੁੱਕੇ ਸੀਗੇ ਕਿ ਹਾਂ ਸੰਗਤ ਬਹੁਤ ਜ਼ਰੂਰੀ ਹੈ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਘਰ ਵਿੱਚ ਤਾਂ ਸੰਗਤ ਮਿਲਣੀ ਨਹੀਂ, ਹਾਂ ਤੁਸੀਂ ਰਾਤੀ ਮੰਮੀ ਦੇ ਕੋਲ ਬੈਠ ਕੇ ਨਾ, ਤੇ ਕਈ ਵਾਰੀ ਮੰਮੀ ਦੇ ਨਾਲ ਨਾਮ ਜਪਿਆ ਕਰੋ, ਮੰਮੀ ਨੂੰ ਬਿਠਾ ਲਿਆ ਕਰੋ, ਮੰਮੀ ਤੁਹਾਡੀ ਗੱਲ ਨਹੀਂ ਕੱਟਣਗੇ, ਤੁਸੀਂ ਨਾਮ ਬੈਠ ਕੇ ਠੀਕ ਆ। ਤੇ ਫਿਰ ਡੈਡੀ ਨੂੰ ਵੀ ਦ੍ਰਿੜ ਕਰਾਇਆ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਜ਼ਰੂਰ ਅਰਦਾਸ ਕਰਿਓ ਗੁਰੂ ਪਾਤਸ਼ਾਹ ਕਿ 2 ਟਾਈਮ ਗੁਰਦੁਆਰੇ ਸਾਹਿਬ ਬੁਲਾਉਣ, 2-2 ਘੰਟੇ। ਤੇ ਡੈਡੀ ਨੇ ਉਦਾਂ ਹੀ ਕਰਨਾ ਜਾ ਕੇ। ਡੈਡੀ ਜੀ ਨੇ 2 ਘੰਟੇ ਸਵੇਰੇ, 2 ਘੰਟੇ ਸ਼ਾਮ ਨੂੰ ਗੁਰਦੁਆਰੇ ਜਾਣਾ ਹੀ ਜਾਣਾ, ਭਾਵੇਂ ਮੀਂਹ ਪਵੇ, ਭਾਵੇਂ ਬਾਰਿਸ਼ ਪਵੇ, ਭਾਵੇਂ ਜੋ ਮਰਜ਼ੀ ਹੋ ਜਾਏ, ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਗੋਦ 'ਚ ਬੁਲਾਣਾ ਹੀ ਬੁਲਾਣਾ ਮਿਲਾਉਣ ਵਾਸਤੇ। ਤੇ ਕਈ ਵਾਰੀ ਮੈਨੂੰ ਜਦੋਂ ਮੈਂ ਇਹ ਗੱਲ ਹੋਈ ਤੇ ਮੈਂ ਥੋੜੇ ਸਮੇਂ ਬਾਅਦ ਘਰ ਗਿਆ, ਤੇ ਗੁਰਦੁਆਰੇ ਵਾਲੇ ਭਾਈ ਸਾਹਿਬ ਨੇ ਵੀ ਮੈਨੂੰ ਇਹ ਗੱਲ ਦੱਸੀ। ਕਹਿੰਦੇ ਗੁਰਨੂਰ ਸਿੰਘ ਤੇਰੇ ਪਾਪਾ ਤੇ ਬਹੁਤ ਵੱਡੀ ਬਖਸ਼ਿਸ਼ ਹੈਗੀ ਆ, ਤੇ ਮੈਂ ਤੈਨੂੰ ਦੱਸ ਨਹੀਂ ਸਕਦਾ ਕੀ ਹੋਇਆ। ਕਿ ਮੈਂ ਕਿਹਾ ਦੱਸੋ ਕੀ ਹੋਇਆ। ਕਹਿੰਦੇ ਕਿ 2-3 ਵਾਰੀ ਏਦਾਂ ਹੋਇਆ ਕਿ ਜਿਹੜਾ ਹੁਕਮਨਾਮਾ ਆਉਂਦਾ ਹੁੰਦਾ ਸੀ ਨਾ, ਤੇ ਡੈਡੀ ਮਤਲਬ ਕਿ ਡੈਡੀ ਕਈ ਵਾਰੀ ਭਾਈ ਸਾਹਿਬ ਨਾਲ ਸਮਾਗਮ 'ਚ ਜਿੱਦਾਂ ਉਹ ਬੈਠਦੇ ਹੁੰਦੇ ਸੀ ਇਕੱਠੇ, ਤੇ ਕਹਿੰਦੇ ਅੱਜ ਗੁਰੂ ਸਾਹਿਬ ਨੇ ਸਵੇਰੇ ਗੁਰੂ ਸਾਹਿਬ ਨੇ ਇਹ ਹੁਕਮਨਾਮਾ ਕਰਨਾ। ਡੈਡੀ ਕਈ ਵਾਰੀ ਪਾਪਾ ਨੂੰ ਥੋੜੀ ਗੱਲਾਂ ਯਾਦ ਰਹਿੰਦੀਆਂ ਸੀ ਕਿ ਇਹ ਹੁਕਮਨਾਮਾ ਆਇਆ, ਤੇ ਭਾਈ ਸਾਹਿਬ ਨੇ ਆ ਕੇ ਦੱਸਣਾ। ਉਹ ਕਈ ਵਾਰੀ ਭਾਈ ਸਾਹਿਬ ਕਹਿੰਦੇ ਹਾਂ ਬਈ ਅੱਜ ਕਿੱਦਾਂ ਰਿਹਾ ਤੇਰਾ ਹਿਸਾਬ ਕਿਤਾਬ, ਤੇ ਡੈਡੀ ਨੇ ਆ ਕੇ ਦੱਸਣਾ ਕਿ ਅੱਜ ਗੁਰੂ ਸਾਹਿਬ ਨੇ ਹੁਕਮਨਾਮਾ ਕੀਤਾ। ਤੇ ਯਕੀਨ ਕਰੋ ਸੰਗਤ ਜੀ, ਉਹੀ ਹੁਕਮਨਾਮਾ ਗੁਰਦੁਆਰੇ ਸਾਹਿਬ ਆਉਂਦਾ ਹੁੰਦਾ ਸੀਗਾ। ਤੇ ਭਾਈ ਸਾਹਿਬ ਬੜੇ ਹੈਰਾਨ ਹੁੰਦੇ ਸੀਗੇ ਕਿ ਇਹ ਕੀ ਖੇਡ ਆ ਗੁਰੂ ਸਾਹਿਬ ਜੀ ਦੀ, ਕਿ ਇਦਾਂ ਇਹ ਕਿੱਦਾਂ ਹੋ ਸਕਦਾ। ਤੇ ਮੈਨੂੰ ਫਿਰ ਭਾਈ ਸਾਹਿਬ ਨੇ ਮੈਨੂੰ ਦੱਸਿਆ, ਕਹਿੰਦੇ ਅਸੀਂ ਇਹਨਾਂ ਦੇ ਵਿੱਚ ਬਹੁਤ ਬਖਸ਼, ਕਹਿੰਦੇ ਬਹੁਤ ਟਿਕਾਣ ਆ, ਬੈਠਦੇ ਆ। ਕਈ ਵਾਰੀ ਜਦੋਂ ਸਪੀਕਰ ਆਪਸ 'ਚੋਂ ਈਕੋ ਕਰਦੇ ਆ ਤਾਂ ਕਾਫੀ ਤਿੱਖੀ ਜਿਹੀ ਆਵਾਜ਼ ਆਉਂਦੀ ਆ। ਕਹਿੰਦੇ ਚੰਗੇ ਬੰਦਾ ਹਿਲ ਜਾਂਦਾ ਹੈ ਉਸ ਚੀਜ਼ ਨਾਲ। ਤੇ ਕਹਿੰਦੇ ਪਰ ਤੇਰੇ ਪਾਪਾ ਇੱਕਦਮ ਏਦਾਂ ਬੈਠਦੇ ਕਿ ਜਿੱਦਾਂ ਕੁਛ ਹੈ ਹੀ ਨਹੀਂ। ਤੇ ਕਹਿੰਦੇ ਬਹੁਤ ਟਿਕਾਣ ਨਾਲ ਬੈਠਦੇ ਆ। ਤੇ ਕਈ ਵਾਰੀ ਏਦਾਂ ਵੀ ਹੋ ਜਾਂਦਾ ਕਿ ਸਾਨੂੰ ਮਤਲਬ ਕਿ ਸ਼ਾਮ ਨੂੰ ਜਿੱਦਾਂ ਸੁਖਾਸਨ ਹੁੰਦਾ ਗੁਰੂ ਸਾਹਿਬ ਜੀ ਦਾ, ਤੇ ਡੈਡੀ ਬੈਠੇ ਹੀ ਰਹਿੰਦੇ ਸੀਗੇ, ਤੇ ਡੈਡੀ ਉੱਠਦੇ ਨਹੀਂ ਸੀਗੇ। ਤੇ ਫਿਰ ਕਈ ਵਾਰੀ ਜਿਹੜੇ ਗੁਰਦੁਆਰੇ ਵਾਲੇ ਭਾਈ ਸਾਹਿਬ ਸੀਗੇ ਜਿਹੜੇ ਸੇਵਾ ਕਰਦੇ, ਉਹਨਾਂ ਨੂੰ ਡੈਡੀ ਕਰਕੇ ਬੈਠਣਾ ਪੈਂਦਾ ਸੀਗਾ। ਫਿਰ ਤੇ ਡੈਡੀ ਉਹ ਕਹਿੰਦੇ ਚੱਲ ਤੇਰੇ ਪਾਪਾ ਮੈਨੂੰ ਵੀ ਨਾਮ ਜਪਾ ਲੈਂਦੇ ਆ ਏਦਾਂ। ਤੇ ਮੈਨੂੰ ਬਹੁਤ, ਮੈਂ ਕਿਹਾ ਤੁਹਾਨੂੰ ਦਿੱਕਤ ਨਹੀਂ ਹੁੰਦੀ ਕਿ ਤੁਸੀਂ ਉਹਨਾਂ ਕਰਕੇ ਏਦਾਂ ਤੇ ਪੌਣ ਘੰਟਾ ਬੈਠਾ। ਕਹਿੰਦਾ ਦਿੱਕਤ ਨਹੀਂ ਹੁੰਦੀ, ਕਈ ਵਾਰੀ ਸੋਚਦਾ ਹੁੰਦਾ ਕਿ ਮੈਂ ਕੀ ਕਰਾਂ। ਤੇ ਫਿਰ ਕਹਿੰਦਾ ਕਿ ਇਹ ਚੀਜ਼ ਤਾਂ ਮੈਨੂੰ, ਇਹਦੇ ਵਾਸਤੇ ਤਾਂ ਮੈਂ ਇੱਥੇ ਆਇਆ। ਕਿਉਂਕਿ ਦੇਖੋ ਹੁਣੇ ਹਰਵਿੰਦਰ ਸਿੰਘ ਨੇ ਗੱਲ ਕਹੀ ਸੀਗੀ ਕਿ ਜਿਹੜੇ ਗੁਰਦੁਆਰੇ ਵਿੱਚ ਰਹਿੰਦੇ ਆ ਨਾ, ਕਿ ਉਹ ਏਦਾਂ ਸਮਝਦੇ ਜਿੱਦਾਂ ਅਸੀਂ ਬਿਲਡਿੰਗ ਵਿੱਚ ਹੀ ਹੈਗੇ ਕਿਤੇ। ਤੇ ਫਿਰ ਉਹੀ ਗੱਲ ਕਿ ਉਹਨਾਂ ਵਿੱਚ ਉਹ ਫੀਲਿੰਗਸ ਨਹੀਂ ਸੀਗੀਆਂ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੇ ਵੀ ਡੈਡੀ ਨਾਲ ਬੈਠਣਾ ਸ਼ੁਰੂ ਕਰ ਦਿੱਤਾ। ਤੇ ਥੋੜੇ ਟਾਈਮ ਬਾਅਦ ਮੰਮੀ ਵੀ ਆਣਾ ਗੁਰਦੁਆਰੇ ਸਾਹਿਬ ਸ਼ੁਰੂ ਹੋਏ। ਤੇ ਮੰਮੀ ਨੇ ਕੀ ਕੀਤਾ, ਹੁਣ ਰੋਜ਼ ਤੇ ਆ ਨਹੀਂ ਸਕਦੇ ਸੀ ਉਹ, ਕਿ ਮੈਂ ਮੰਮੀ ਦਾ ਫਸਟ ਐਕਸਪੀਰੀਅੰਸ ਦੱਸਦਾ ਤੁਹਾਨੂੰ ਕੀ ਹੋਇਆ। ਕਿ ਮੰਮੀ ਨਾ ਚਰਨ ਧੂੜ ਇਕੱਠੀ ਕਰਕੇ ਲੈ ਆਉਂਦੇ ਸੀਗੇ। ਤੇ ਮੰਮੀ ਨੇ ਇੱਕ ਦਿਨ ਨਾ ਸਾਡਾ ਇਨਵਰਟਰ ਖਰਾਬ ਹੋ ਗਿਆ,
ਜਿੱਦਾਂ ਥੋੜੇ ਦਿਨ ਪਹਿਲਾਂ ਗੁਰਸੇਵਾ ਸਿੰਘ ਜੀ ਨੇ ਇੱਕ ਗੱਲ ਸ਼ੇਅਰ ਕੀਤੀ ਸੀ, ਉਦੋਂ ਮੈਨੂੰ ਹੱਸੀ ਆਈ ਸੀ ਕਿ ਗੁਰੂ ਸਾਹਿਬ ਛੋਟੀ ਛੋਟੀ ਗੱਲਾਂ ਕਰਕੇ ਆਪਣੇ ਭਰੋਸਾ ਵਧਾਉਂਦੇ ਤੇ ਆਪਣੇ ਨੇੜੇ ਲੈ ਕੇ ਜਾਂਦੇ ਆ। ਤੇ ਮੈਂ ਮੰਮੀ ਨੇ ਇਨਵਰਟਰ ਖਰਾਬ ਹੋ ਗਿਆ ਤਾਂ ਥੋੜਾ ਜਿਹਾ ਹਿਸਾਬ ਤਾਂ ਏਦਾਂ ਹੀ ਸੀਗਾ ਕਿ ਚਲੋ ਨਹੀਂ ਬੰਦਾ ਉਸ ਟਾਈਮ ਸਹੀ ਕਰਾ ਸਕਦਾ, ਜਦੋਂ ਸਿਸਟਮ ਸੈੱਟ ਹੁੰਦਾ ਉਹਦੇ ਕਰਾ ਪਾਉਂਦਾ। ਤੇ ਹੁਣ ਗਰਮੀ ਵੀ ਬੜੀ ਸੀ ਤੇ ਮੰਮੀ ਨੇ ਏਦਾਂ ਹੀ ਕਹਿਤਾ ਗੁਰੂ ਪਾਤਸ਼ਾਹ ਜੀ ਨੇ ਕਿ ਅਗਰ ਇਹਦੇ ਚ ਬਖਸ਼ਿਸ਼ ਹੈ ਨਾ ਤੇ ਮੇਰਾ ਇਨਵਰਟਰ ਠੀਕ ਹੋ ਜਾਣਾ ਚਾਹੀਦਾ। ਹੁਣ ਦੁਨਿਆਵੀ ਸੋਚ ਏਦਾਂ ਹੀ ਬੰਦਾ ਅਜਮਾਉਂਦਾ ਆਪਣੇ ਚੀਜ਼ਾਂ ਨੂੰ, ਜਿੱਦਾਂ ਹੁਣ ਕਿਉਂਕਿ ਇੱਕ ਜਿਹੜਾ ਸਾਡਾ ਪਿਛਲਾ ਪਿਛੋਕੜ ਹੈਗਾ ਉਹ ਤੇ ਹੈ ਹੀ ਸਾਰਾ ਰਿੱਧੀਆਂ ਸਿੱਧੀਆਂ ਦਾ ਕਿ ਏਦਾਂ ਹੋ ਜਾਏਗਾ, ਏਦਾਂ ਹੋ ਜਾਏਗਾ, ਏਦਾਂ ਹੋ ਜਾਏਗਾ, ਏਦਾਂ ਹੋ ਜਾਏਗਾ। ਤੇ ਸੰਗਤ ਜੀ ਯਕੀਨ ਕਰਿਓ, ਮੰਮੀ ਨੇ ਚਰਨ ਧੂੜ ਕੱਢੀ ਤੇ ਵਾਹਿਗੁਰੂ ਕਰਕੇ ਇਨਵਰਟਰ ਤੇ ਪਾਈ ਤੇ ਇਨਵਰਟਰ ਚੱਲਣਾ ਸ਼ੁਰੂ ਹੋ ਗਿਆ। ਤੇ ਮੰਮੀ ਨੇ ਉਸੇ ਵੇਲੇ ਭਰਾ ਨੂੰ ਫੋਨ ਕਰਕੇ ਭਰਾ ਮੈਨੂੰ ਕਿਹਾ ਕਿ ਮੇਰੇ ਗੱਲ ਕਰਾ ਗੁਰਨੂਰ ਨਾਲ ਮੇਰੀ। ਮੰਮੀ ਕਹਿੰਦੇ ਪਤਾ ਤੈਨੂੰ ਹੁਣੇ ਕੀ ਹੋਇਆ? ਮੈਂ ਉਦੋਂ ਕੰਮ ਕਰਦਾ ਪਿਆ ਸੀ। ਮੈਂ ਕਿਹਾ ਕੀ ਹੋਇਆ? ਤੇ ਮੈਂ ਕਿਹਾ ਕਿ ਮੰਮੀ ਕਹਿੰਦੇ ਕਿ ਮੈਂ ਨਾ ਹੁਣੇ ਕੀ ਕੀਤਾ ਪਤਾ ਤੈਨੂੰ ਕੀ ਹੋਇਆ? ਮੈਂ ਕਿਹਾ ਹਾਂ ਕੀ ਹੋਇਆ? ਕਹਿੰਦੇ ਮੇਰਾ ਇਨਵਰਟਰ ਖਰਾਬ ਹੋ ਗਿਆ ਸੀ ਤੇ ਮੈਂ ਗੁਰੂ ਸਾਹਿਬ ਨੂੰ ਕਿਹਾ ਕਿ ਤੁਹਾਡਾ ਇੱਥੇ ਬਖਸ਼ਿਸ਼ ਹੈਗੀ ਤਾਂ ਇਹਨੂੰ ਠੀਕ ਕਰ ਦਿਓ। ਮੈਂ ਹੱਸਣ ਲੱਗ ਗਿਆ। ਮੈਂ ਕਿਹਾ ਅੱਛਾ ਇਹ ਕੀਤਾ ਤੁਸੀਂ? ਕਹਿੰਦੇ ਹਾਂ। ਮੈਂ ਕਿਹਾ ਸੱਚੀ ਤੁਸੀਂ ਇਹ ਕੀਤਾ? ਤੇ ਮੈਂ ਕਿਹਾ ਪਹਿਲਾਂ ਮੈਂ ਚੁੱਪ ਰਿਹਾ, ਮੈਂ ਕਿਹਾ ਪਹਿਲਾਂ ਅੱਗੇ ਦੀ ਗੱਲ ਸੁਣਦਾ। ਤੇ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਅੱਛਾ ਫਿਰ ਕੀ ਹੋਇਆ? ਕਹਿੰਦੇ ਇਨਵਰਟਰ ਚੱਲਣ ਲੱਗ ਗਿਆ। ਮੈਂ ਫਿਰ ਹੱਸਿਆ। ਮੈਂ ਕਿਹਾ ਮੰਮੀ ਇੱਕ ਗੱਲ ਦੱਸਾਂ ਤੁਹਾਨੂੰ ਹੁਣ? ਕਹਿੰਦੇ ਹਾਂ। ਮੈਂ ਕਿਹਾ ਮੰਮੀ ਅਗਰ ਤੁਸੀਂ ਇਹ ਨਹੀਂ ਸੋਚਿਆ ਕਿ ਜਦੋਂ ਇਨਵਰਟਰ ਠੀਕ ਹੋਇਆ ਕਿ ਇਸ ਚਰਨ ਧੂੜ ਨੇ ਇਨਵਰਟਰ ਸਵਾਰ ਦਿੱਤਾ ਤੇ ਤੁਸੀਂ ਆਪਣੇ ਮੱਥੇ ਤੇ ਲਾਓਗੇ, ਤੁਹਾਡੀ ਮੱਤ ਵੀ ਸਵਾਰ ਦੂਗਾ ਗੁਰੂ ਸਾਹਿਬ। ਦੇਖੋ ਮੈਂ ਕਿਹਾ ਤੁਸੀਂ ਇਹ ਤੁਹਾਡੇ ਮਨ ਚ ਨਹੀਂ ਆਈ? ਤੇ ਮੰਮੀ ਚੁੱਪ ਕਰ ਗਈ। ਮੈਂ ਕਿਹਾ ਮੰਮੀ ਹੁਣ ਸੋਚੋ ਇਸ ਗੱਲ ਨੂੰ, ਜਿਸ ਚਰਨ ਧੂੜ ਦੇ ਵਿੱਚ ਇੰਨੀ ਬਖਸ਼ਿਸ਼ ਹੈ ਉਹ ਇਨਵਰਟਰ ਸਵਾਰ ਸਕਦੀ ਹੈ। ਉਹਨਾਂ ਦੀ ਗੱਲ 'ਚ ਜਵਾਬ ਦੇਣਾ ਸੀ ਮੈਨੂੰ। ਤੇ ਮੈਂ ਕਿਹਾ ਤੁਹਾਡੀ ਮੱਤ ਨਹੀਂ ਸਵਾਰ ਸਕਦੀ, ਤੁਹਾਡਾ ਜੀਵਨ ਨਹੀਂ ਸਵਾਰ ਸਕਦੀ, ਤੁਹਾਡਾ ਹਿਸਾਬ ਕਿਤਾਬ ਨਹੀਂ ਸਵਾਰ ਸਕਦੀ। ਬਸ ਇਹ ਗੱਲ ਕਹਿਣ ਦੀ ਲੋੜ ਸੀ। ਮੰਮੀ ਨੂੰ ਪਤਾ ਨਹੀਂ ਇਸ ਗੱਲ 'ਚ ਕੀ ਕੁਝ ਸੁਣਾਈ ਦਿੱਤਾ, ਮੈਨੂੰ ਖੁਦ ਨਹੀਂ ਸਮਝ ਆਇਆ ਕਿ ਚਲੋ ਜੋ ਮੇਰੇ ਮਨ 'ਚ ਸੀ ਮੈਂ ਬੋਲ ਦਿੱਤਾ। ਤੇ ਮੈਂ ਮੰਮੀ ਨੂੰ ਕਿਹਾ ਦੇਖੋ ਕਿੰਨਾ ਕੁਝ ਸਵਰ ਜਾਏਗਾ ਅਗਰ ਤੁਸੀਂ ਇਹਨੂੰ ਰੋਜ਼ ਲੈਣਾ ਸ਼ੁਰੂ ਕਰ ਦੋਗੇ। ਤੇ ਸੰਗਤ ਜੀ ਗੁਰੂ ਪਾਤਸ਼ਾਹ ਦੀ ਐਨੇ ਘਰ ਦੇ ਵਿੱਚ ਬਖਸ਼ਿਸ਼ ਹੋਈ। ਪਾਪਾ ਵੀ ਪਹੁੰਚ ਗਏ ਸੀ ਘਰੇ ਤੇ ਮੰਮੀ ਨੇ ਤੇ ਕਈ ਵਾਰੀ ਮੰਮੀ ਨੂੰ ਪੰਜਾਬੀ ਬਹੁਤ ਅੱਛੀ ਆਉਂਦੀ ਮੇਰੇ, ਕਿਉਂਕਿ ਪੰਜਾਬ ਦੇ ਵੇਰਕਾ ਤੋਂ ਹੈਗਾ ਤੇ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਸੀਗੇ। ਤੇ ਮੰਮੀ ਨੇ ਗੁਰਬਾਣੀ ਦੇ ਵਾਲੇ ਗੁਟਕੇ ਮੰਗਾਏ ਤੇ ਡੈਡੀ ਤੋਂ, ਤੇ ਮੈਨੂੰ ਫਿਰ ਉਹ ਲੈ ਕੇ ਦਿੱਤੇ ਕਰਨ ਨੇ, ਵੱਡੇ ਭਰਾ ਨੇ। ਤੇ ਮੰਮੀ ਕਹਿੰਦੇ ਮੈਨੂੰ ਬੜਾ ਭਰਾ ਦਾ ਫੋਨ ਆਇਆ, ਕਹਿੰਦੇ ਇੱਕ ਗੱਲ ਦੱਸ ਤੂੰ ਉੱਥੇ ਬੈਠੇ ਕੀ ਕਰਦਾ ਪਿਆ ਸਾਡੇ ਘਰ ਦੇ ਵਿੱਚ? ਮੈਨੂੰ ਏਦਾਂ ਬੋਲਿਆ। ਉਹ ਗੁੱਸੇ ਨਾਲ ਨਹੀਂ ਬੋਲਿਆ, ਉਹਨੇ ਮੈਨੂੰ ਬੜੇ ਮਤਲਬ ਕਿ ਮਜ਼ਾਕੀਆ ਤੌਰ ਤੇ ਬੋਲਿਆ ਕਿ ਤੂੰ ਉੱਥੇ ਬੈਠ ਕੇ ਕੀ ਕਰਦਾ ਪਿਆ ਸਾਡੇ ਘਰ ਦੇ ਵਿੱਚ? ਮੈਂ ਕਿਹਾ ਉਹ ਤੇਰਾ ਘਰ ਨਹੀਂ ਹੈ, ਮੇਰੇ ਗੁਰੂ ਦਾ ਘਰ ਹੈਗਾ ਤੇ ਤੂੰ ਉਹਨਾਂ ਨੂੰ ਜੋ ਕਰ ਲੈਂਦੇ। ਮੈਂ ਕਿਹਾ ਚੱਲ ਅੱਛਾ ਗੱਲ ਤੇ ਦੱਸ ਤੂੰ ਕਿਉਂ ਕਹਿੰਦਾ ਪਿਆ? ਕਹਿੰਦਾ ਦੇਖ ਪਹਿਲਾਂ ਡੈਡੀ ਗੁਰਦੁਆਰੇ ਜਾਣਾ ਸ਼ੁਰੂ ਹੋਏ, ਠੀਕ ਆ, ਉਸ ਤੋਂ ਬਾਅਦ ਜਿਹੜੀ ਸਾਡੇ ਘਰ ਵਿੱਚ ਮੂਰਤੀਆਂ ਪਈਆਂ ਸੀਗੀਆਂ ਜਿਹੜੀਆਂ, ਉਹ ਡੈਡੀ ਸਾਡੇ ਨੇੜੇ ਡਾਮ ਹੈਗਾ ਉਹਦੇ ਵਿੱਚ ਕਹਿੰਦੇ ਇਹਨਾਂ ਦੀ ਜਗ੍ਹਾ ਇੱਥੇ ਹੈਗੀ, ਇੱਥੇ ਰੱਖੋ ਇਹਨਾਂ ਨੂੰ। ਤੇ ਕਹਿੰਦੇ ਘਰ ਵਿੱਚ ਕੋਈ ਹੁਣ ਉਹ ਚੀਜ਼ ਨਹੀਂ ਹੈਗੀ। ਮੈਂ ਚੁੱਪ ਰਿਹਾ ਉਦੋਂ। ਕਹਿੰਦਾ ਡੈਡੀ ਗੁਰਦੁਆਰੇ ਜਾਣਾ ਸ਼ੁਰੂ ਹੋ ਗਏ, ਉਦੋਂ ਵੀ ਚੁੱਪ ਰਿਹਾ। ਫਿਰ ਡੈਡੀ ਨੇ ਕੇਸ ਰੱਖਣੇ ਸ਼ੁਰੂ ਕੀਤੇ, ਉਦੋਂ ਵੀ ਚੁੱਪ ਰਿਹਾ। ਤੇ ਕਹਿੰਦੇ ਹੁਣ ਮੰਮੀ ਨੇ ਅੱਜ ਮੇਰੇ ਤੋਂ ਗੁਟਕੇ ਮੰਗਵਾਏ। ਤੇ ਮੈਂ ਕਿਹਾ ਅੱਛਾ, ਤੇ ਮੈਂ ਕਿਹਾ ਗੁਟਕੇ ਕਿਹੜੇ ਮੰਗਵਾਏ ਆ? ਤੇ ਕਹਿੰਦੇ ਉਹਨਾਂ ਨੇ ਸਟੀਕ ਵਾਲੇ ਮੰਗਵਾਏ ਆ। ਤੇ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਇਕੱਲਾ ਗੁਟਕਾ ਨਹੀਂ ਮੰਗਵਾਇਆ ਤੇ ਮੰਮੀ ਨੇ ਗੁਰਬਾਣੀ ਵਾਲਾ ਜਿਹਦੇ ਵਿੱਚ ਅਰਥ ਲਿਖਿਆ ਹੁੰਦੇ ਉਹ ਵਾਲੇ ਸਟੀਕ ਮੰਗਾਈ। ਤੇ ਮੈਂ ਕਿਹਾ ਜਦੋਂ ਤੂੰ ਆਊਂਗਾ ਨਾ ਤੇਰੇ ਕੋਲ ਮੈਂ ਤੇਰੀ ਚਰਨ ਧੂੜ ਲਊਂਗਾ। ਮੈਂ ਆਪਣੇ ਭਰਾ ਨੂੰ ਕਿਹਾ। ਤੇ ਕਹਿੰਦਾ ਕਿਉਂ ਏਦਾਂ ਦੀ ਗੱਲਾਂ ਕਰਦਾ? ਕਹਿੰਦਾ ਮੈਂ ਕੀ ਕਰਨਾ? ਮੈਂ ਕਿਹਾ ਕਹਿੰਦਾ ਜਿੱਦਾਂ ਹੁਕਮ ਕਰਦੇ ਆ ਉਦਾਂ ਹੀ ਮੈਂ ਕਰੀ ਜਾਂਦਾ। ਮੈਂ ਕਿਹਾ ਨਹੀਂ ਤੇਰੀ ਚਰਨ ਧੂੜ ਲਾਊਂਗਾ ਕਿ ਮੈਂ ਜ਼ਰੂਰ ਲਾਊਂਗਾ ਤੇਰੀ ਚਰਨ ਧੂੜ। ਤੇ ਉਹਨੇ ਮੇਰਾ ਫੋਨ ਰੱਖਿਆ ਤੇ ਮੈਂ ਮੰਮੀ ਨੂੰ ਫੋਨ ਕੀਤਾ। ਫਿਰ ਮੈਂ ਕਿਹਾ ਮੰਮੀ ਹਾਂਜੀ ਅੱਜ ਕੀ ਨਵਾਂ ਹੋਇਆ ਦੱਸੋ? ਕਹਿੰਦੇ ਅੱਜ ਮੇਰੇ ਘਰ ਗੁਰੂ ਆਇਆ। ਮੰਮੀ ਨੇ ਏਦਾਂ ਗੱਲ ਕਹੀ। ਮੰਮੀ ਗੱਲ ਕਰਦੇ ਰੋ ਗਏ। ਤੇ ਮੈਂ ਕਿਹਾ ਅੱਛਾ ਕੀ ਹੋਇਆ ਦੱਸੋ, ਕਿੱਦਾਂ ਆਏ ਗੁਰੂ? ਤੇ ਕਹਿੰਦੇ ਗੁਰੂ ਸਾਹਿਬ ਏਦਾਂ ਆਏ ਕਿ ਅੱਜ ਮੈਂ ਗੁਟਕੇ ਮੰਗਵਾਇਆ ਤੇ ਗੁਰਬਾਣੀ ਪੜ੍ਹੀ ਅੱਜ ਮੈਂ। ਤੇ ਕਹਿੰਦੇ ਗੁਰਨੂਰ ਸਿੰਘ ਮਤਲਬ ਮੈਨੂੰ ਏਦਾਂ ਫਿਰ ਬੋਲੇ, ਕਿਉਂਕਿ ਮੰਮੀ ਕਹਿੰਦੇ ਕਿ ਮੈਂ ਬਹੁਤ ਟਾਈਮ ਬਾਅਦ ਸੁਣਦਾ ਕਈ ਵਾਰ, ਕਿਉਂਕਿ ਪੰਜਾਬ ਵਿੱਚ ਹਰ ਕੋਈ ਘਰ ਗੁਰਬਾਣੀ ਨੂੰ ਜ਼ਰੂਰ ਜਾਣਦਾ ਹੈ ਪਰ ਕਈ ਲੋਕ ਪੜ੍ਹ ਪਾਉਂਦੇ ਕਈ ਨਹੀਂ ਕਰ ਪਾਉਂਦੇ। ਤੇ ਮੰਮੀ ਕਹਿੰਦਾ ਅੱਜ ਮੈਂ ਪੜ੍ਹਿਆ। ਤੇ ਮੈਂ ਕਿਹਾ ਕਹਿੰਦੇ ਗੁਰਨੂਰ ਸਿੰਘ ਕਿਆ ਕਮਾਲ ਦੀ ਬਾਤਾਂ ਪਹਿਲੇ ਮੂਲ ਮੰਤਰ ਦੇ ਵਿੱਚ। ਮੈਂ ਕਿਹਾ ਕੀ ਲਿਖਿਆ ਦੱਸੋ? ਤੇ ਵਾਹਿਗੁਰੂ ਜੋ ਮੰਮਾ ਨੇ ਜਦੋਂ ਸੁਣਾਇਆ ਮੈਨੂੰ, ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੰਮਾ ਨੇ ਪਹਿਲੇ ਦਿਨ ਤੋਂ ਹੀ ਸਹੀ ਸਟੈਪ ਲੈਣਾ ਸ਼ੁਰੂ ਕਰ ਦਿੱਤਾ, ਕਿ ਪਹਿਲੇ ਦਿਨ ਤੋਂ ਹੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਤੇ ਮੈਨੂੰ ਹੁਣ ਸਮਝ ਆਉਣ ਲੱਗ ਗਈ ਸੀ ਕਿ ਇਸ ਤੋਂ ਵੱਡੀ ਮੇਰੇ ਤੇ ਬਖਸ਼ਿਸ਼ ਕੋਈ ਨਹੀਂ ਹੋ ਸਕਦੀ ਕਿ ਜੋ ਮੈਂ ਮੰਗਦਾ ਸੀ ਗੁਰੂ ਪਾਤਸ਼ਾਹ ਜੀ ਤੋਂ। ਤੇ ਫਿਰ ਮੇਰੇ ਵਾਸਤੇ ਬੜਾ ਵੱਡਾ ਇੱਕ ਮੇਰੀ ਜ਼ਿੰਮੇਵਾਰੀ ਸਿਰ ਤੇ ਪੈ ਗਈ ਸੀ ਕਿ ਮੇਰਾ ਜੀਵਨ ਏਦਾਂ ਦਾ ਹੋਣਾ ਚਾਹੀਦਾ ਕਿ ਮੈਂ ਉਹਨਾਂ ਨੇ ਮੈਨੂੰ ਫੋਲੋ ਕਰਨਾ, ਨਾ ਕਿ ਕਿਸੇ ਹੋਰ ਨੂੰ, ਕਿਉਂਕਿ ਉੱਥੇ ਸੰਗਤ ਘੱਟ ਸੀਗੀ। ਤੇ ਫਿਰ ਮੈਨੂੰ ਗੁਰੂ ਸਾਹਿਬ ਨੇ ਬੜੀ ਜ਼ਿੰਮੇਵਾਰੀ ਦਿੱਤੀਆਂ। ਮੈਂ ਆਪ ਜੀ ਨੇ ਇਹ ਵੀ ਦੱਸਦਾ
ਕਿ ਆ ਗੱਲ ਭੁਪਿੰਦਰ ਸਿੰਘ ਜਾਣਦੇ ਪਟਿਆਲਾ ਵਾਲਾ ਕਿ ਅਸੀਂ ਹਫਤੇ ਵਿੱਚ ਕਦੀ ਕਿਤੇ ਸਮਾਗਮ, ਕਦੀ ਕਿਤੇ ਸਮਾਗਮ, ਕਦੀ ਕਿਤੇ ਸਮਾਗਮ, ਕਦੀ ਕਿਤੇ ਸਮਾਗਮ, ਕਦੀ ਇੱਥੇ ਅੰਮ੍ਰਿਤ ਸੰਚਾਰ, ਕਦੀ ਅੰਮ੍ਰਿਤ ਸੰਚਾਰ। ਤੇ ਸਾਨੂੰ ਸਾਰੇ ਸਿੰਘ ਕਈ ਵਾਰੀ ਸਾਨੂੰ ਇਹ ਵੀ ਮਜ਼ਾਕ ਕਰ ਦਿੰਦੇ ਸੀ, ਕਹਿੰਦੇ ਤੁਹਾਨੂੰ ਸਾਰੇ ਬੱਸਾਂ ਵਾਲੇ ਜਾਣਦੇ ਹੋਣਗੇ, ਬੱਸਾਂ ਦੇ ਕੰਡਕਟਰ ਤੱਕ ਜਾਣਦੇ ਹੋਣਗੇ, ਤੁਹਾਨੂੰ ਤਾਂ ਅਸੀਂ ਇੰਨਾ ਸਫ਼ਰ ਕਰਦੇ ਹੋ। ਤੇ ਅਸੀਂ ਇੰਨੀ ਬਖਸ਼ਿਸ਼ਾਂ ਲਈਆਂ ਗੁਰੂ ਪਾਤਸ਼ਾਹ ਜੀ ਤੋਂ, ਕਈਆਂ ਤਾਂ ਮੈਨੂੰ ਹਜੇ ਯਾਦ ਵੀ ਨਹੀਂ ਹੈਗੀਆਂ, ਪਰ ਜਦੋਂ ਯਾਦ ਆਉਣਗੀਆਂ ਮੈਂ ਹਲਕੇ ਹਲਕੇ ਸੰਗਤ ਨਾਲ ਜ਼ਰੂਰ ਇਸ ਗੱਲ ਦਾ ਸਾਂਝ ਕਰੂੰਗਾ। ਤੇ ਥੋੜੇ ਟਾਈਮ ਬਾਅਦ ਕੀ ਹੋਇਆ ਕਿ ਮੰਮੀ ਨੇ ਮੈਨੂੰ ਕਿਹਾ ਕਿ ਇਹਦੇ ਵਿੱਚ ਕੀ ਡੈਡੀ ਤੇ ਨਾ ਡੈਡੀ ਹੁਣ ਥੋੜਾ ਜਿਹਾ ਅਲੱਗ ਜਿਹਾ ਹੋ ਗਿਆ। ਮੈਨੂੰ ਮੰਮੀ ਨੇ ਦੱਸਿਆ। ਮੈਂ ਕਿਹਾ ਮੰਮੀ ਉਹ ਅਲੱਗ ਨਹੀਂ ਹੋਏ, ਹੁਣ ਉਹਨਾਂ ਦਾ ਸਵਰ ਗਿਆ। ਕਹਿੰਦੇ ਗੁਰਨੂਰ ਰਾਤੀ ਜਦੋਂ 10 ਵਜੇ ਬੈਠਦੇ ਤੇ 3 ਵਜੇ ਤੱਕ ਉੱਠਦੇ ਨਹੀਂ ਹੈਗੇ, ਮਤਲਬ ਕਿ ਉਸ ਤੋਂ ਬਾਅਦ ਫਿਰ 2-3 ਘੰਟੇ ਬੈਠ ਸੋ ਜਾਂਦੇ, ਫਿਰ ਉੱਠ ਜਾਂਦੇ ਆ। ਤੇ ਕੰਮ ਤੇ ਕੋਈ ਹੈ ਨਹੀਂ ਸੀ ਡੈਡੀ ਕੋਲ, ਤੇ ਡੈਡੀ ਆਪਾਂ ਫ੍ਰੀ ਕਰਤਾ ਸੀ ਜਦੋਂ ਅਸੀਂ ਉਹਨਾਂ ਨੇ ਵੱਡੇ ਭਰਾ ਨੇ ਤੇ ਮੈਂ ਥੋੜਾ ਸ਼ੁਰੂ ਕੀਤਾ ਸੀ ਕਮਾਣਾ। ਤੇ ਮੈਂ ਕਿਹਾ ਹੁਣ ਉਹਨਾਂ ਨੇ ਕਰਨਾ ਕੀ ਹੈ, ਮੈਂ ਕਿਹਾ ਹੁਣ ਤਾਂ ਪੱਤਾ ਝੜਨ ਵਾਲਾ ਹੈ, ਸਵਾਰ ਲੈਣ ਦੋ ਜੜ ਨੂੰ। ਤੇ ਕਹਿੰਦੇ ਕਿੱਦਾਂ ਹੋ ਸਕਦਾ? ਮੈਂ ਕਿਹਾ ਬਹੁਤ ਕੁਝ ਹੋ ਸਕਦਾ ਇਸ ਘਰ ਦੇ ਵਿੱਚ, ਤੁਸੀਂ ਘਰ ਦੀ ਵਡਿਆਈਆਂ ਉਦੋਂ ਜਾਣੋਗੇ ਜਦੋਂ ਇਸ ਘਰ ਦੇ ਵਿੱਚ ਆਓਗੇ। ਤੇ ਕਹਿੰਦੇ ਚਲੋ ਤੂੰ ਮੇਰੇ ਵਾਸਤੇ ਅਰਦਾਸ ਕਰੀ। ਤੇ ਬੜੇ ਉੱਚ ਨੀਚੇ ਉੱਚ ਚੜਾਵ ਆਏ, ਤੇ ਕਈ ਵਾਰੀ ਮੰਮੀ ਨੇ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਤੇ ਉਹ ਕੰਮ ਪੂਰੇ ਹੋ ਜਾਣੇ, ਗੁਰੂ ਪਾਤਸ਼ਾਹ ਜੀ ਕਰਵਾ ਦਿੰਦੇ ਸੀ। ਹੁਣ ਗੁਰੂ ਸਾਹਿਬ ਏਦਾਂ ਹੀ ਵਿਸ਼ਵਾਸ ਵਧਾਉਂਦੇ। ਵਾਹਿਗੁਰੂ ਮੈਨੂੰ ਇਹ ਲੱਗਦਾ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਆਉਣਾ ਸ਼ੁਰੂ ਹੁੰਦੇ ਨਾ ਥੋੜੇ ਤੇ ਸਾਡਾ ਉਹ ਇਹੋ ਜਿਹਾ ਇੱਕ ਮਤਲਬ ਕਿ ਸਾਡੇ ਅੰਦਰ ਇਹੋ ਜਿਹੀ ਬਖਸ਼ਿਸ਼ ਦੇ ਕੇ ਜਾਂਦਾ ਹੈ ਕਿ ਸਾਡਾ ਵਿਸ਼ਵਾਸ ਜਿੱਥੇ ਪਹਿਲੇ ਦੂਜੇ ਲੈਵਲ ਤੇ ਹੁੰਦਾ ਉੱਥੇ ਸਿੱਧਾ 8ਵੇਂ 9ਵੇਂ ਲੈਵਲ ਤੇ ਚੱਲ ਜਾਂਦਾ ਸਾਡਾ ਵਿਸ਼ਵਾਸ। ਤੇ ਹਲਕੇ ਬੜੇ ਸਹਿਜੇ ਮੈਂ ਸਹਿਜ ਦੀ ਖੇਡ ਹੀ ਮੰਗੀ ਸੀ ਗੁਰੂ ਪਾਤਸ਼ਾਹ ਜੀ ਤੋਂ, ਕਿਉਂਕਿ ਮੈਂ ਸਹਿਜ ਦੀ ਖੇਡ ਇਸ ਕਰਕੇ ਮੰਗੀ ਸੀ ਕਿਉਂਕਿ ਮੈਨੂੰ ਪਤਾ ਸੀ ਇਹ ਇਸ ਘਰ ਦੇ ਵਿੱਚ ਅਗਰ ਬਖਸ਼ਿਸ਼ ਆਏਗੀ ਉਹ ਸਹਿਜੀ ਆਣੀ ਚਾਹੀਦੀ, ਨਹੀਂ ਤਾਂ ਸ਼ਾਇਦ ਸੰਭਾਲ ਨਾ ਪਾਲ। ਤੇ ਡੈਡੀ ਦੇ ਘਰ ਜਾਣ ਨਾਲ, ਕਿਉਂਕਿ ਜਦੋਂ ਉਹਨੇ ਇਹ ਵੀ ਸੰਗਤ ਜੀ ਮੈਂ ਆਪ ਜੀ ਨਾਲ ਗੱਲ ਕਰਨਾ ਚਾਹੁੰਦਾ ਕਿ ਜਦੋਂ ਦੇਖੋ ਗੁਰੂ ਸਾਹਿਬ ਇੱਕ ਇੰਨੀ ਪਿਆਰੀ ਰੂਹ, ਇੰਨੀ ਬਖਸ਼ਿਸ਼ ਵਾਲੀ ਰੂਹ ਘਰ ਵਿੱਚ ਗਈ ਤੇ ਘਰ ਦੇ ਵਿੱਚ ਜਿਹੜੇ ਮਾਹੌਲ ਸੀਗਾ ਉਹ ਟੋਟਲੀ ਚੇਂਜ ਹੋ ਗਿਆ। ਮੇਰਾ ਮਤਲਬ ਕਿ ਮੇਰੀ ਜਿਹੜੀ ਭਾਬੀ ਮਾਂ ਸੀ ਉਹ ਮਤਲਬ ਕਿ ਪ੍ਰੈਗਨੈਂਟ ਸੀਗੇ ਤੇ ਉਹਨਾਂ ਨੇ ਵੀ ਗੁਰਬਾਣੀ ਪੜ੍ਹਨੀ ਸ਼ੁਰੂ ਕਰਤੀ। ਉਹ ਸੁਭਾਵਿਕ ਤੌਰ ਸੀ ਮੈਂ ਉਹਨਾਂ ਨੂੰ ਇਹ ਗੱਲ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਕਿ ਮੈਂ ਕਿਹਾ ਜਿਹੜਾ ਤੁਹਾਡਾ ਹੁਣ ਤੁਸੀਂ 2 ਵਾਹਿਗੁਰੂ ਹੋ, ਇੱਕ ਤੁਸੀਂ ਵਾਹਿਗੁਰੂ, ਇੱਕ ਜਿਹੜਾ ਅੰਦਰਲਾ ਵਾਹਿਗੁਰੂ, ਤੇ ਤੁਸੀਂ ਇੱਕ ਵਾਹਿਗੁਰੂ ਤੇ ਦੂਜਾ ਅੰਦਰਲਾ ਵਾਹਿਗੁਰੂ, ਤੇ ਤੁਸੀਂ ਹੁਣ ਤੁਸੀਂ ਨੂੰ ਕਿੱਦਾਂ ਜੀਵਨ ਦੇਣਾ ਹੈ। ਪਹਿਲਾ ਬੇਬੀ ਸੀਗਾ ਤੇ ਮੈਂ ਭਾਬੀ ਨੇ ਮੇਰਾ ਮਤਲਬ ਕਿ ਬਹੁਤ ਮੇਰਾ ਸੁਣਦੇ ਸੀ ਮੈਨੂੰ, ਜਿੱਦਾਂ ਦੀ ਮੈਂ ਗੱਲ ਕਹਿੰਦਾ ਉਹਨਾਂ ਨੇ ਉਦਾਂ ਹੀ ਕਰ ਲੈਣੀ, ਕਿਉਂਕਿ ਉਹਨਾਂ ਨੂੰ ਬੜਾ ਪਿਆਰ ਕਰਦੇ ਸੀ ਮੈਨੂੰ ਤੇ ਮੈਨੂੰ ਉਹ ਜਾਣਦੇ, ਉਹਨਾਂ ਨੇ ਹਮੇਸ਼ਾ ਸਪੋਰਟ ਕੀਤਾ। ਕਈ ਵਾਰ ਤੇ ਮੇਰੇ ਰਿਸ਼ਤੇਦਾਰਾਂ ਨਾਲ ਵੀ ਲੜੇ ਮੇਰੇ ਇਸ ਕਰਕੇ ਕਿ ਤੁਸੀਂ ਉਹਨੂੰ ਕੁਝ ਕਹਿ ਦਿੱਤਾ ਤਾਂ ਮੈਂ ਵੀ ਉੱਠ ਕੇ ਚੱਲ ਜਾਣਾ ਇੱਥੋਂ। ਕਹਿੰਦੇ ਸੀ ਤੁਹਾਡੇ ਕੋਲ ਆਏ ਤੁਸੀਂ ਸਾਡੀ ਗੱਲ ਕਰੋ, ਤੁਸੀਂ ਉਹਦੀ ਗੱਲ ਨਾ ਕਰੋ, ਕਿਉਂਕਿ ਰਿਸ਼ਤੇਦਾਰ ਬੜੇ ਨਾਰਾਜ਼ ਸੀਗੇ ਮੇਰੇ ਤੋਂ ਕਿ ਇਹਨੇ ਇਹਦਾ ਸਟੈਪ ਲੈ ਲਿਆ, ਹੁਣ ਪੂਰਾ ਪਰਿਵਾਰ ਚੇਂਜ ਕਰਨ ਫਿਰਦਾ ਪਿਆ। ਰਿਸ਼ਤੇਦਾਰ ਕੀ ਸਾਰਾ ਸ਼ਹਿਰ ਹੀ ਸਾਡੇ ਬਾਰੇ ਸੋਚਣ ਲੱਗ ਗਿਆ ਸੀ ਹੋ ਕੀ ਗਿਆ ਇਹਨਾਂ ਨੂੰ। ਤੇ ਅਸੀਂ ਫਿਰ ਜਦੋਂ ਹੁਣ 2 ਖੇਡਾਂ ਫਿਰ ਮੈਂ ਮੰਮੀ ਨੂੰ ਵੀ ਕਹਿ ਦਿੱਤਾ, ਮੈਂ ਕਿਹਾ ਮੰਮੀ ਦੇਖੋ ਤੁਸੀਂ ਪਹਿਲੀ ਵਾਰੀ ਦਾਦੀ ਬਣਨ ਜਾ ਰਹੇ ਹੋ, ਉਹ ਪਹਿਲੀ ਵਾਰੀ ਮਾਂ ਬਣਨ ਜਾ ਰਹੀ ਆ, ਹੁਣ ਤੁਸੀਂ ਏਦਾਂ ਕਰਿਓ ਸੰਗਤ ਕਰਿਆ ਕਰੋ ਬੈਠ ਕੇ। ਹੁਣ ਜਦੋਂ ਇਹ ਇਮੋਸ਼ਨਲ ਬਲੈਕਮੇਲ ਸੀਗਾ ਕਹਿ ਲਓ, ਭਾਵੇਂ ਜਿੱਦਾਂ ਮਰਜ਼ੀ ਕਰ ਲਓ, ਕਿ ਪਰ ਮੇਰਾ ਹੀ ਸੀਗਾ ਕਿ ਉਹ ਗੁਰੂ ਸਾਹਿਬ ਨਾਲ ਜੁੜ ਜਾਣ। ਹੁਣ ਬਖਸ਼ਿਸ਼ ਇਹ ਬਣੀ ਕਿ ਮੰਮੀ, ਭਾਬੀ ਮਾਂ ਤੇ ਭਰਾ ਤੇ ਪਾਪਾ ਇਹ ਚਾਰੋਂ ਬੈਠਣ ਲੱਗੇ ਘਰ ਦੇ ਵਿੱਚ ਸਿਮਰਨ ਕਰਨ ਲੱਗੇ। ਦੇਖੋ ਵਾਹਿਗੁਰੂ ਇੱਕ ਸਮਾਂ ਉਹ ਸੀਗਾ ਜਦੋਂ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਅੰਮ੍ਰਿਤ ਛਕ ਕੇ ਪੈਰ ਰੱਖਿਆ ਸੀ। ਉਹ ਮੈਂ ਮਾਹੌਲ ਦੱਸ ਚੁੱਕਿਆ ਕਿ ਉਸ ਟਾਈਮ ਕੀ ਮਾਹੌਲ ਸੀਗਾ, ਕੀ ਤਾਂਡਵ ਹੋ ਰਿਹਾ ਸੀ ਘਰ ਦੇ ਵਿੱਚ ਜਦੋਂ ਮੈਂ ਪਹਿਲੀ ਵਾਰੀ ਪੈਰ ਰੱਖਿਆ ਸੀਗਾ। ਤੇ ਉਸ ਤੋਂ ਬਾਅਦ ਹਲਕੇ ਜਦੋਂ ਮੇਰੇ ਇਹ ਸਮਾਂ ਆ ਗਿਆ ਕਿ ਫਿਰ ਸਾਰੇ ਬੈਠਣ ਲੱਗ ਗਏ। ਤੇ ਹੁਣ ਭਰਾ ਵੀ ਇਸ ਕਰਕੇ ਸੀਗਾ ਚਲੋ ਬੇਬੀ ਠੀਕ ਰਵੇ, ਮਾਂ ਭਾਬੀ ਮਾਂ ਇਸ ਕਰਕੇ ਏਦਾਂ ਕਰਦੀ ਸੀ ਕਿ ਚਲੋ ਬੇਬੀ ਚੰਗੇ ਰੂਹ ਵਾਲੀ ਆਵੇ। ਤੇ ਵਾਹਿਗੁਰੂ ਮੈਂ ਇਸ ਚੀਜ਼ ਨੂੰ ਉਦੋਂ ਇੰਨਾ ਮਹਿਸੂਸ ਕਰਦਾ ਹੁੰਦਾ ਸੀ ਨਾ। ਤੇ ਕਈ ਵਾਰੀ ਮਤਲਬ ਕਿ ਅਸੀਂ ਦੇਖਿਆ ਘਰ ਦੇ ਵਿੱਚ ਇੰਨੀ ਬਖਸ਼ਿਸ਼ਾਂ ਹੋ ਰਹੀਆਂ, ਡੈਡੀ ਬੈਠੇ ਰਹੇ। ਡੈਡੀ ਗੁਰੂ ਸਾਹਿਬ ਮੈਂ ਖੁਦ ਵੀ ਕਈ ਵਾਰੀ ਘਰ ਗਿਆ ਜਦੋਂ 4-5 ਮਹੀਨੇ ਬਾਅਦ ਜਾਂਦਾ ਹੁੰਦਾ ਸੀਗਾ ਤੇ ਮੈਂ ਡੈਡੀ ਦੇ ਨਾਲ ਜੋ ਸੁਮਨ ਕਰਦਾ ਸੀ, ਉਸ ਘਰ ਦੀ ਜਿਹੜੀ ਵਾਈਬ੍ਰੇਸ਼ਨ ਸੀ ਜਦੋਂ ਮੈਂ ਫਸਟ ਟਾਈਮ ਆਇਆ ਸੀ ਫੀਲ ਕੀਤੀਆਂ ਸੀਗੀਆਂ ਟੋਟਲੀ ਅਪੋਜ਼ਿਟ ਹੋ ਚੁੱਕੀਆਂ ਸੀਗਾ। ਮੈਂ ਇੰਨੀ ਗੱਲ ਕਹਿ ਚ ਗੁਰੇਜ਼ ਨਹੀਂ ਕਰਾਂਗਾ ਕਿ ਮਤਲਬ ਕਿ ਸੰਗਤ ਦੇ ਵਿੱਚ ਜੋ ਮੈਂ ਵਾਈਬ੍ਰੇਸ਼ਨ ਫੀਲ ਕੀਤੀਆਂ ਸੀਗੀਆਂ ਉਹ ਸੇਮ ਵਾਈਬ੍ਰੇਸ਼ਨ ਮੈਂ ਆਪਣੇ ਘਰ ਵਿੱਚ ਫੀਲ ਕੀਤੀਆਂ ਉਦੋਂ ਜਦੋਂ ਇਹ ਘਰ ਦੇ ਵਿੱਚ ਸੇਵਾ ਸੰਗਤ ਸਿਮਰਨ ਸ਼ੁਰੂ ਹੋ ਗਿਆ। ਤੇ ਮੰਮੀ ਨੇ ਪਤਾ ਕੀ ਕਰਨਾ ਵਾਹਿਗੁਰੂ, ਮੰਮੀ ਨੇ ਭਾਬੀ ਮੱਥੇ ਤੇ ਚਰਨ ਧੂੜ ਤੇ ਲਾਣੀ ਤੇ ਭਾਬੀ ਦੇ ਢਿੱਡ ਤੇ ਵੀ ਚਰਨ ਧੂੜ ਲਾ ਦੇਣੀ
ਤੇ ਕਿ ਇਹ ਜਿਹੜੀ ਅੰਦਰ ਬੇਬੀ ਹੈਗਾ ਇਹਦੇ ਮੱਥੇ ਤੇ ਵੀ ਚਰਨ ਧੂੜ। ਹੁਣ ਉਹ ਬਖਸ਼ਿਸ਼ ਸੀ ਨਾ, ਦੇਖੋ ਆਪਣੀ ਮੱਤ ਬਦਲ ਗਈ, ਹੁਣ ਭਰੋਸਾ ਹੋ ਗਿਆ। ਹੁਣ ਦੂਜੇ ਵਾਸਤੇ ਤੇ ਉਹ ਮਿੱਟੀ ਹੈ, ਪਰ ਸਾਡੇ ਵਾਸਤੇ ਸਾਨੂੰ ਪਤਾ ਉਹ ਕੀ ਖਜ਼ਾਨਾ ਹੈਗਾ। ਤੇ ਬਖਸ਼ਿਸ਼ ਇੰਨੀ ਹੋਈ ਤੇ ਘਰ ਦੇ ਵਿੱਚ ਗੁਰਬਾਣੀ ਚੱਲਣ ਲੱਗ ਗਈ ਮੇਰੇ 24 ਘੰਟੇ ਦਾ ਮਤਲਬ ਕਿ ਅਗਰ ਕੋਈ ਸਰੀਰਕ ਤੌਰ ਤੇ ਗੁਰਬਾਣੀ ਨਹੀਂ ਪੜ੍ਹਦਾ ਪਿਆ, ਸੁਣਦਾ ਪਿਆ, ਸਿਮਰਨ ਨਹੀਂ ਕਰਦਾ ਪਿਆ, ਤੇ ਉਹ ਫਿਰ ਇਲੈਕਟ੍ਰੋਨਿਕ ਕਿਸੇ ਇਕਵਿਪਮੈਂਟ ਦੇ ਥਰੂ ਗੁਰਬਾਣੀ ਸਾਡੇ ਘਰ ਚੱਲਦੀ ਰਹਿੰਦੀ ਸੀਗੀ। ਦੇਖੋ ਮਾਹੌਲ 24 ਘੰਟੇ ਵਾਲਾ ਹੋ ਗਿਆ। ਇੰਨੀ ਮੇਰੇ ਘਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦੋਨੋਂ ਹੱਥਾਂ ਨਾਲ ਬਖਸ਼ਿਸ਼ ਖੁੱਲੀ ਝੋਲੀ 'ਚ ਮੇਰੇ ਅੰਦਰ ਬਖਸ਼ਿਸ਼ ਪਾਈ। ਤੇ ਇਹ ਜਦੋਂ ਸਮਾਂ ਬੀਤਦਾ ਗਿਆ ਤੇ ਫਿਰ ਮੇਰੀ ਜੌਬ, ਮੈਂ ਬੜੂ ਸਾਹਿਬ ਚਲਾ ਗਿਆ। ਤੇ ਬੜੂ ਸਾਹਿਬ ਜਦੋਂ ਗਿਆ ਤੇ ਮੈਂ ਆਪ ਜੀ ਨੂੰ ਦੱਸਾਂ, ਮੈਂ ਬੜਾ ਉਦੋਂ ਥੋੜਾ ਪਰੇਸ਼ਾਨ ਵੀ ਹੋ ਗਿਆ ਸੀ, ਕਿਉਂਕਿ ਮੈਂ ਰੈਸਟੋਰੈਂਟ ਖੋਲਿਆ ਸੀਗਾ ਇੱਕ, ਤੇ ਉਹਦੇ ਵਿੱਚ ਬੜਾ ਮੈਂ ਦੱਸਿਆ ਕਿ ਬੜੀ ਹੈਲਪ ਸੀ ਸਾਰਿਆਂ ਦੀ ਲਈ ਸੀਗੀ, ਸਾਰਿਆਂ ਦੀ, ਤੇ ਉਹ ਮੇਰਾ ਕਿਸੇ ਕਾਰਨਵਸ਼ ਚੱਲਿਆ ਨਹੀਂ। ਉਹ ਕਿਸਮਤ ਸੀ ਜੋ ਕਹਿ ਲਓ, ਜਾਂ ਮੇਰੀ ਵਿੱਚ ਘਾਟ ਸੀਗੀ। ਤੇ ਮੈਂ ਕੋਈ ਜੌਬ ਚਾਹੁੰਦਾ ਸੀਗਾ, ਤੇ ਸੈਕਟਰ 41 ਵਿੱਚ ਨਾ ਅਮਰ ਸੰਚਾਰ ਸੀਗਾ। ਤੇ ਮੈਂ ਸੰਗਤ ਨੇ ਵੀ ਸ਼ਾਇਦ ਸੰਗਤ ਮੈਨੂੰ ਲੱਗਦਾ ਕਿ ਸ਼ੇਅਰ ਜ਼ਰੂਰ ਕੀਤੀ ਹੋਈ ਹੈ, ਕਿਉਂਕਿ ਉਦੋਂ ਮੈਨੂੰ ਵੀਰ ਜੀ ਵੀ ਦੱਸਦੇ ਪਏ ਸੀਗੇ। ਤੇ ਅਸੀਂ ਅਮਰ ਸੰਚਾਰ ਸੀਗਾ, ਮੈਂ ਆਪਣੇ ਮਾਮੂ ਘਰ ਆਇਆ ਸੀਗਾ, ਤੇ ਮੈਨੂੰ ਹਰਵਿੰਦਰ ਸਿੰਘ ਦਾ ਫੋਨ ਆਇਆ। ਤੇ ਮੈਂ ਵੀ ਬਖਸ਼ਿਸ਼ ਵਾਲੀ ਗੱਲ ਦੱਸੀ ਹੋਈ, ਪਰਸੋਂ ਹੀ ਦੱਸੀ ਤੁਹਾਨੂੰ ਥੋੜੇ ਦਿਨ ਪਹਿਲਾਂ ਹੀ, ਕਿ ਜਿੱਦਣ ਅਸੀਂ ਅਮਰ ਸੰਚਾਰ ਵਾਸਤੇ ਆ ਰਹੇ ਸੀਗੇ, ਕਿ ਆਪਾਂ ਬਸ ਸਹਿਜ ਸੁਭਾਅ ਕਿਹਾ ਕਿ ਕਾਸ਼ ਗੁਰੂ ਗ੍ਰੰਥ ਸਾਹਿਬ ਗੁਰੂ ਪਾਤਸ਼ਾਹ ਜੀ ਦਾ ਸਾਨੂੰ ਸਿਮਰਨ ਕਰਾਉਂਦੇ। ਤੇ ਵਾਹਿਗੁਰੂ ਯਕੀਨ ਕਰੋ ਸੰਗਤ ਜੀ ਕਿ ਤੁਹਾਨੂੰ ਹਾਰਡਲੀ ਅੱਧਾ ਜਾਂ ਪੌਣ ਕਿਲੋਮੀਟਰ ਦੀ ਗੱਲ ਹੋਣੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਲੀ ਜਿਹੜੀ ਗੱਡੀ ਸੀਗੀ ਉਹ ਸਾਡੇ ਅੱਗੇ ਲੱਗ ਗਈ, ਤੇ ਉਹ ਸਾਨੂੰ ਰੋਪੜ ਤੋਂ ਅੱਗੇ ਤੱਕ ਸਾਡੇ ਨਾਲ ਸਿਮਰਨ ਕਰਾਉਂਦੀ ਗਈ ਉਹ ਗੱਡੀ। ਤੇ ਅਸੀਂ ਸਾਰੇ ਸਿੰਘ ਬੜੇ ਵਿਰਾਗ ਦੇ ਵਿੱਚ ਸੀ ਉਦੋਂ, ਕਿ ਉਸ ਤੋਂ ਬਾਅਦ ਉੱਥੇ ਹੀ ਮੈਂ ਜੋਬ ਵਾਸਤੇ ਅਰਦਾਸ ਕੀਤੀ ਸੀ ਕਿ ਮੈਨੂੰ ਕੋਈ ਜੋਬ ਚਾਹੀਦੀ ਆ, ਤੇ ਮੈਨੂੰ ਕਿਉਂਕਿ ਮੈਂ ਸਰਵਾਈਵ ਨਹੀਂ ਕਰ ਪਾਊਂਗਾ ਇੱਦਾਂ, ਕਿਉਂਕਿ ਮੈਨੂੰ ਜਵਾਬ ਹੀ ਦੇਣਾ ਆਪਣੇ ਮਾਂ ਪਿਓ ਨੂੰ। ਤੇ ਮੈਂ ਬੜੂ ਸਾਹਿਬ ਚਲਾ ਗਿਆ ਵਾਹਿਗੁਰੂ। ਤੇ ਉੱਥੇ ਜਾ ਕੇ ਜੋ ਮੇਰੇ ਨਾਲ ਭਾਣੇ ਵਾਪਰਿਆ ਉਹ ਮੈਂ ਜ਼ਰੂਰ ਦੱਸਣਾ ਚਾਹੂੰਗਾ ਤੁਹਾਨੂੰ ਸੰਗਤ ਨੂੰ, ਕਿ ਉੱਥੋਂ ਦਾ ਮਾਹੌਲ ਬੜਾ ਡਿਫਰੈਂਟ ਸੀਗਾ। ਉੱਥੋਂ ਦੀ ਕਹਿਣ ਨੂੰ ਮਾਫ ਕਰਿਓ ਗੁਰੂ ਪਾਤਸ਼ਾਹ ਜੀ, ਉਹ ਗੁਰਦੁਆਰਾ ਹੈਗਾ, ਪਰ ਉਹ ਇੱਕ ਟੋਟਲ ਜੋ ਮੈਂ ਉੱਥੇ ਮਹਿਸੂਸ ਕੀਤਾ, ਥੋੜਾ ਬਿਜ਼ਨਸ ਮਾਈਂਡਡ ਵਰਲਡ ਵੀ ਹੈਗੇ ਉੱਥੇ। ਤੇ ਉੱਥੇ ਸਿਮਰਨ ਦੀ ਕੋਈ ਖੇਡ ਜ਼ਿਆਦਾ ਹੈ ਨਹੀਂ ਸੀਗੀ। ਤੇ ਮੈਂ ਗੁਰੂ ਸਾਹਿਬ ਤੋਂ ਡਰ ਵੀ ਗਿਆ ਕਿ ਗੁਰੂ ਪਾਤਸ਼ਾਹ ਜੀ ਮੈਨੂੰ ਜੋਬ ਚਾਹੀਦੀ ਆ, ਤੇ ਮੈਨੂੰ ਮਤਲਬ ਕਿ ਮੈਨੂੰ ਏਦਾਂ ਦੇ ਸਿੰਘ ਬਖਸ਼ੋ ਜਿਹਦੇ ਨਾਲ ਮੈਂ ਸੰਗਤ ਕਰ ਸਕਾਂ। ਵਾਹਿਗੁਰੂ। ਤੇ ਜਦੋਂ ਅਸੀਂ ਉੱਥੇ ਮੈਂ ਗਿਆ ਤਾਂ ਉੱਥੇ ਇੱਕ ਮਤਲਬ ਮੇਰੇ ਜਸਕੀਰਤ ਸਿੰਘ ਕਰਕੇ ਸਿੰਘ ਮਿਲਿਆ, ਤੇ ਉਹ ਬੜੀ ਬਖਸ਼ਿਸ਼ ਵਾਲਾ ਸਿੰਘ ਸੀਗਾ। ਤੇ ਅਸੀਂ ਦੋਨਾਂ ਨੇ ਬੈਠ ਕੇ ਨਾ ਰਾਤੀ ਅਸੀਂ ਸੇਵਾ ਸਿਮਰਨ ਸ਼ੁਰੂ ਕਰ ਦਿੱਤਾ। ਤੇ ਵਾਹਿਗੁਰੂ ਉੱਥੇ ਬੜੀ ਵਾਰੀ ਗੁਰੂ ਸਾਹਿਬ ਨੇ ਮੈਨੂੰ ਪ੍ਰਕਾਸ਼ ਦੀ ਬਖਸ਼ਿਸ਼ ਕੀਤੀ, ਮੇਰੇ ਸਿਰ ਤੇ ਹੱਥ ਰੱਖ ਕੇ। ਇੱਕ ਦਿਨ ਤੱਕ ਗੁਰੂ ਮਤਲਬ ਏਦਾਂ ਲੱਗਿਆ ਕਿ ਮੈਂ ਗੁਰੂ ਪਾਤਸ਼ਾਹ ਜੀ ਕੋਲ ਘੱਟੋ ਘੱਟ ਬੜੀ ਦੇਰ ਤੱਕ ਬੈਠਾ ਰਿਹਾ, ਤੇ ਮੈਂ ਬਹੁਤ ਕਿਰਪਾ ਲਈ ਉੱਥੋਂ ਗੁਰੂ ਪਾਤਸ਼ਾਹ ਜੀ ਤੋਂ। ਤੇ ਮੈਂ ਉੱਥੇ ਸੰਗਤ ਮੰਗੀ ਗੁਰੂ ਪਾਤਸ਼ਾਹ ਜੀ ਤੋਂ ਸਿਮਰਨ ਵਾਲੀ, ਕਿਉਂਕਿ ਉੱਥੇ ਨਾ ਏਦਾਂ ਹੈ ਕਿ ਸਾਰਾ ਮਤਲਬ ਕਿ ਗਰਲਸ ਕਾਲਜ ਹੈ, ਬੱਚੇ ਦੀ ਅਕੈਡਮੀ ਹੈ, ਤੇ ਕੁਛ ਹੈਗੇ, ਤੇ ਉੱਥੇ ਸਾਰਾ ਟਾਈਮਿੰਗ ਬੰਦੀ ਦੇ ਹੈਗੇ, ਹੋਸਟਲ ਹੈਗੇ ਆ, ਤੇ ਕੁਛ ਨੌਨ ਟੀਚਿੰਗ ਸਟਾਫ ਸੀਗਾ, ਤੇ ਉਹ ਜ਼ਿਆਦਾ ਜੁੜਦਾ ਨਹੀਂ ਸੀ ਕਿਉਂਕਿ ਉਹਨਾਂ ਨੇ ਸਵੇਰੇ ਆਪਣੀ ਜੌਬ ਕਰਨੀ ਹੁੰਦੀ ਸੀ। ਤੇ ਮੇਰਾ ਸ਼ਡਿਊਲ ਵੀ ਕਾਫੀ ਜ਼ਿਆਦਾ ਬਿਜੀ ਸੀਗਾ, ਪਰ ਮੈਂ ਬੜਾ ਮਿਸ ਕਰਦਾ ਸੀ ਸੰਗਤ ਨੂੰ, ਕਿਉਂਕਿ ਮੈਂ ਇੰਨੀ ਭੁੱਖ ਵੱਧ ਚੁੱਕੀ ਸੀ ਮੇਰੀ ਨਾ, ਕਿ ਮੈਂ ਘੱਟ ਨਹੀਂ ਕਰ ਪਾ ਰਿਹਾ ਸੀ ਉਸ ਚੀਜ਼ ਨੂੰ। ਤੇ ਮੈਂ ਗੁਰੂ ਪਾਤਸ਼ਾਹ ਦੀ ਸੰਗਤ ਮੰਗੀ, ਗੁਰੂ ਪਾਤਸ਼ਾਹ ਜੀ ਕਿ ਮੈਨੂੰ ਸੰਗਤ ਬਖਸ਼ੋ ਤੇ ਸਿਮਰਨ ਵਾਲੀ। ਤੇ ਮੈਂ ਇਸ ਕਰਕੇ ਮੰਗ ਰਿਹਾ ਸੀ ਕਿਉਂਕਿ ਇਸ ਘਰ ਦੇ ਵਿੱਚ ਹੀ ਨਹੀਂ ਅਗਰ ਬਖਸ਼ੀ ਹੋਏਗੀ ਫਿਰ ਕਿੱਥੇ ਹੋਏਗੀ। ਅਸੀਂ ਸਟਾਰਟ ਕੀਤਾ ਕੀਰਤਨ ਕਰਨਾ, ਕਿਉਂਕਿ ਜਿਹੜੇ ਅਸੀਂ ਕਹਿੰਦੇ ਸੀ ਸਾਨੂੰ ਸਿਮਰਨ ਵਾਸਤੇ ਚਾਹੀਦੇ ਬੱਚੇ, ਉਹ ਕਹਿੰਦੇ ਸੀ ਨਹੀਂ ਸਿਮਰਨ ਤਾਂ ਹੁੰਦਾ ਹੀ ਹੈ ਸਵੇਰੇ, ਤੁਸੀਂ ਉਦੋਂ ਆ ਕੇ ਕਰ ਲਿਆ ਕਰੋ। ਅਸੀਂ ਕਹਿੰਦੇ ਸੀ ਕੀਰਤਨ ਕਰਨਾ, ਅਸੀਂ 5-10 ਮਿੰਟ 20-25 ਮਿੰਟ ਕੀਰਤਨ ਕਰਦੇ ਸੀ, ਉਸ ਤੋਂ ਬਾਅਦ ਅਸੀਂ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਸੀਗੇ। ਮੈਂ ਸੰਗਤ ਜੀ ਆਪ ਜੀ ਨੂੰ ਗੱਲ ਦੱਸਾਂ ਕਿ ਦੇਖੋ ਅਸੀਂ 2 ਪ੍ਰਾਣੀ ਸੀਗੇ ਉੱਥੇ, ਮੈਂ ਤੇ ਜਸਕੀਰਤ ਸਿੰਘ, ਤੇ ਅਸੀਂ ਗੁਰੂ ਪਾਤਸ਼ਾਹ ਜੀ ਨੂੰ ਚਰਨ ਧੂੜ ਦੇ ਵਿੱਚ ਨਾ ਉਹ ਭਾਂਡੇ ਦੀ ਸੇਵਾ ਕਰਦਾ ਹੁੰਦਾ ਸੀ, ਤੇ ਮੈਂ ਚਰਨ ਧੂੜ ਦੀ ਸੇਵਾ ਕਰਦਾ ਹੁੰਦਾ ਸੀ। ਜਦੋਂ ਸਾਰੇ ਬੱਚੇ ਆ ਕੇ ਸ਼ਾਮ ਨੂੰ ਨਿਤਨੇਮ ਕਰਦੇ ਸੀ ਆਪਣਾ, ਤੇ ਮਤਲਬ ਕਿ ਘੱਟੋ ਘੱਟ 700-800 ਜੋੜਾ ਹੁੰਦਾ ਸੀ ਉੱਥੇ। ਤੇ ਗੁਰੂ ਪਾਤਸ਼ਾਹ ਜੀ ਅਸੀਂ ਸਾਰੇ ਦੀ ਸੇਵਾ 2-3 ਘੰਟੇ 'ਚ ਕਰਕੇ ਇਹੀ ਮੰਗਣਾ ਗੁਰੂ ਪਾਤਸ਼ਾਹ ਜੀ ਤੋਂ, ਗੁਰੂ ਪਾਤਸ਼ਾਹ ਸਾਨੂੰ ਸੰਗਤ ਬਖਸ਼ ਦਿੱਤੇ। ਤੇ ਅਸੀਂ 2 ਪ੍ਰਾਣੀ ਵਿੱਚੋਂ ਵਾਹਿਗੁਰੂ ਸਾਡਾ ਏਦਾਂ ਦਾ ਸਿਸਟਮ ਬਣਾਤਾ ਗੁਰੂ ਪਾਤਸ਼ਾਹ ਜੀ ਨੇ। ਉੱਥੇ ਗੁਰੂ ਪਾਤਸ਼ਾਹ ਜੀ ਨੇ ਹਰ ਮਹੀਨੇ 2 ਵਾਰੀ ਅੰਮ੍ਰਿਤ ਸੰਚਾਰ ਹੁੰਦਾ ਸੀਗਾ, ਉੱਥੇ ਅੰਮ੍ਰਿਤ ਸੰਚਾਰ ਦੀ ਸੇਵਾ ਲੈਂਦੇ ਹੁੰਦੇ ਸੀਗੇ। ਤੇ ਉਹਦੇ ਵਿੱਚ ਜਿਹੜੀ ਉੱਥੇ ਦੀ ਤੇ ਅੰਮ੍ਰਿਤ ਸੰਚਾਰ ਦੇ ਵਿੱਚ ਜਿਹੜੀ ਉੱਥੇ ਮਤਲਬ ਕਿ ਅਸੀਂ ਉੱਥੋਂ ਦਾ ਆਪ ਜੀ ਨੂੰ ਪਤਾ ਹੈ ਕਿ ਥੋੜਾ ਅਲੱਗ ਕਾਰਵਾਈ ਨਾਲ ਅੰਮ੍ਰਿਤ ਸੰਚਾਰ ਕਰਦੇ ਸੀਗੇ। ਤੇ ਉਹਦੇ ਵਾਸਤੇ ਮੈਂ ਸੰਗਤ ਨੂੰ ਮਤਲਬ ਕਿ ਉਹਨਾਂ ਨੂੰ ਇਸ ਵਾਸਤੇ ਬੇਨਤੀ ਕੀਤੀ
ਕਿ ਆਪਾਂ ਏਦਾਂ ਅਮਰ ਸੰਚਾਰ ਕਰਿਆ ਕਰਨਾ ਇੱਥੇ। ਉਹਦੇ ਵਾਸਤੇ ਪਹਿਲਾਂ ਬੜੀ ਤਗੜੀ ਮੀਟਿੰਗ ਬੈਠੀ ਉੱਥੇ, ਤੇ ਫਿਰ ਮੈਂ ਉਹਨਾਂ ਨੂੰ ਬੇਨਤੀ ਕਰਤੀ ਅਗਰ ਤੁਸੀਂ ਏਦਾਂ ਨਹੀਂ ਕਰੋਗੇ ਤੇ ਸ਼ਾਇਦ। ਵਾਹਿਗੁਰੂ ਜੀ, ਫਿਰ ਜਦੋਂ ਇਹ ਗੱਲ ਹੋਈ ਗੁਰੂ ਪਾਤਸ਼ਾਹ ਜੀ ਦੀ ਕਿ ਅਸੀਂ ਗੁਰਸਾਹਿਬ ਤੋਂ ਮੰਗਿਆ ਸੰਗਤ ਬਖਸ਼ੋ, ਸਾਨੂੰ ਸੰਗਤ ਬਖਸ਼ੋ, ਸੰਗਤ ਬਖਸ਼ੋ, ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸ਼ੁਰੂ ਕਰਤਾ। ਤੇ ਮੈਂ ਅਮਰ ਸੰਚਾਰ ਦੇ ਵਿੱਚ ਸੀਗਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਅਮਰ ਸੰਚਾਰ ਦੀ ਜਿਹੜੀ ਕਾਰਵਾਈ ਹੈ ਸਾਨੂੰ ਥੋੜੀ, ਕਿਉਂਕਿ ਅਸੀਂ ਜਿੱਦਾਂ ਅਮਰ ਸੰਚਾਰ ਕਰਦੇ ਸੀ ਉਹ ਕਰਦੇ ਸੀਗੇ ਅਕਾਲ ਤਖਤ ਸਾਹਿਬ ਜੀ ਜਿੱਦਾਂ ਉੱਥੇ ਅਮਰ ਸੰਚਾਰ ਦੀ ਕਾਰਵਾਈ ਹੁੰਦੀ ਆ, ਪਰ ਮੇਰੀ ਦਿਲੀ ਇੱਛਾ ਇਹ ਸੀਗੀ ਕਿ ਗੁਰੂ ਪਾਤਸ਼ਾਹ ਜੀ ਅੱਜ ਜਿਹੜੇ ਬੱਚੇ ਆਣਗੇ ਨਾ, ਉਹ ਕਹਿੰਦੇ ਚੱਲ ਠੀਕ ਹੈ ਜਿੱਦਾਂ ਤੂੰ ਕਰਨਾ ਤੂੰ ਕਰ, ਅੱਜ ਜਥੇਦਾਰੀ ਤੇਰੇ ਕੋ ਆ। ਤੇ ਮੈਂ ਜਥੇਦਾਰੀ ਮੇਰੇ ਕੋਲ ਸੀ, ਮੈਂ ਜਿੰਨੇ ਫਿਰ ਜਥੇਦਾਰੀ ਵਾਲੀ ਜਦੋਂ ਗੱਲ ਆਈ ਫਿਰ ਤੇ ਮੈਂ ਕੀ ਜਥੇਦਾਰੀ ਕਰਨੀ ਸੀ, ਮੈਂ ਗੁਰੂ ਸਾਹਿਬ ਨੇ ਵਿੱਚ ਬਿਠਾ ਦਿੱਤਾ। ਮੈਂ ਕਿਹਾ ਅੱਜ ਹੁਣ ਏਦਾਂ ਕਰਨਾ ਹੈ ਕਿ ਅੱਜ ਗੁਰੂ ਪਾਤਸ਼ਾਹ ਜੀ ਸਿੰਘ ਇਕੱਠੇ ਕਰਨਗੇ, ਬੁਲਾਣਗੇ। ਤੇ ਮੈਨੂੰ ਕਹਿੰਦਾ ਕਿ ਤੈਨੂੰ ਬਾਹਰ ਕੱਢ ਦਿੱਤਾ। ਮੈਂ ਕਿਹਾ ਕੋਈ ਗੱਲ ਨਹੀਂ, ਮੈਨੂੰ ਬਾਹਰ ਕੱਢ ਦੇਣਗੇ, ਮੈਂ ਵੀ ਫਿਰ ਬਾਹਰ ਹੀ ਹਾਂ। ਫਿਰ ਮੈਂ ਕਿਹਾ ਹੁਕਮ ਤੇ ਹੁਕਮ ਹੈ ਗੁਰੂ ਪਾਤਸ਼ਾਹ ਜੀ ਦਾ। 12-13 ਸਿੰਘ ਆਏ, ਹਰ ਇੱਕ ਵਾਸਤੇ ਹੁਕਮਨਾਮਾ ਲਿਆ ਗਿਆ, ਹਰ ਇੱਕ ਵਾਸਤੇ। ਜਦੋਂ ਗੁਰੂ ਸਾਹਿਬ ਨੇ ਸਿਲੈਕਟ ਕੀਤੇ 7 ਸਿੰਘ, ਤੇ ਅਸੀਂ ਉਹਨਾਂ ਨੂੰ ਅੰਦਰ ਬੁਲਾ ਕੇ ਫਿਰ ਸਾਰੀ ਗੱਲ ਦੱਸੀ ਕਿ ਏਦਾਂ ਦਾ ਕਰਨਾ ਹੈ। ਪਹਿਲਾਂ ਅੱਧਾ ਘੰਟਾ ਉਹਨਾਂ ਨੂੰ ਸਾਰਾ ਦੱਸਿਆ ਕਿ ਏਦਾਂ ਕਾਰਵਾਈ ਹੋਣੀ ਹੈ, ਜਿੱਤੇ ਸਮਾਂ ਲੱਗਣਾ ਹੈ ਜ਼ਿਆਦਾ, ਤੇ ਤੁਸੀਂ ਸਹਿਜਤ ਵਿੱਚ ਰਹਿਣਾ ਹਮੇਸ਼ਾ। ਤੇ ਵਾਹਿਗੁਰੂ ਮੈਂ ਆਪ ਜੀ ਨੂੰ ਇਹ ਗੱਲ ਦੱਸਦਾ ਕਿ ਉਹ ਜਿਹੜਾ ਪਹਿਲਾ ਅਮਰ ਸੰਚਾਰ ਜਿਹੜਾ ਅਸੀਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਏਦਾਂ ਕੀਤਾ, ਤੇ ਜਿਹੜੇ ਬੱਚਿਆਂ ਨੇ ਉਦੋਂ ਦੁਮਾਲੇ ਸਜਾਏ ਨਾ ਜਾਂ ਕੇਸਕੀ ਸਜਾਈਆਂ ਕੁੜੀਆਂ ਨੇ, ਉਹਨਾਂ ਨੇ ਬੜੂ ਸਾਹਿਬ ਵਾਂਗੂ ਨਹੀਂ ਸਜਾਈਆਂ। ਜਿੱਦਾਂ ਉੱਥੇ ਬੜੂ ਸਾਹਿਬ ਵਾਂਗੂ ਜਿੱਦਾਂ ਮਤਲਬ ਕਿ ਪਟਕਾ ਬੰਨ੍ਹਦੇ ਨਾ, ਉਹਨਾਂ ਨੇ ਆਪਣੇ ਟੀਚਰ ਨਾਲ ਕਹਿਣਾ ਸ਼ੁਰੂ ਕਰਤਾ ਕਿ ਅਸੀਂ ਬੰਨਣਾ ਤੇ ਦੁਮਾਲਾ ਬੰਨਣਾ ਹੈ, ਤੇ ਨਹੀਂ ਤਾਂ ਸਾਨੂੰ ਇੱਥੋਂ ਕੱਢ ਦਿਓ ਬਾਹਰ। ਤੇ ਉਹਨਾਂ ਨੇ ਆਪਣੀ ਜਿਹੜੇ 12 ਬੱਚੇ ਸੀਗੇ, 12 ਬੱਚਿਆਂ ਨੇ ਇਹ ਵੀ ਸ਼ੁਰੂ ਕਹਿ ਦਿੱਤਾ ਕਿ ਅਸੀਂ ਸਵੇਰੇ ਉੱਠ ਕੇ ਆਪਣੇ ਰੂਮ ਦੇ ਵਿੱਚ ਸਿਮਰਨ ਕਰਨਾ ਹੈ। ਸੰਗਤ ਜੀ, ਗੁਰੂ ਪਾਤਸ਼ਾਹ ਜੀ ਦੀ ਇੰਨੀ ਅਪਾਰ ਬਖਸ਼ਿਸ਼ ਹੋਈ। ਉੱਥੇ ਸਿਕੰਦਰ ਸਿੰਘ ਕਰਕੇ ਇੱਕ ਪੀਟੀ ਸੀਗੇ, ਤੇ ਉਹਨਾਂ ਨੇ ਮੈਨੂੰ ਬੁਲਾਇਆ ਆਪਣੇ ਰੂਮ ਦੇ ਵਿੱਚ, ਕਿਉਂਕਿ ਉਹ ਹਰ ਸੰਡੇ ਆਪਣੇ ਘਰ ਸਮਾਗਮ ਕਰਦੇ ਸੀਗੇ। ਤੇ ਸਮਾਗਮ ਤੋਂ ਬਾਅਦ ਜਦੋਂ ਸੰਗਤ ਚਲੇਗੀ ਤੇ ਉਹਨੇ ਕਹਿੰਦੇ ਗੁਰਨੂਰ ਸਿੰਘ ਮੈਂ ਗੱਲ ਕਰਨੀ ਤੁਹਾਡੇ ਨਾਲ। ਕਹਿੰਦੇ ਕੀ ਭਾਣਾ ਵਾਪਰਿਆ ਅਮਰ ਸੰਚਾਰ ਦੇ ਵਿੱਚ? ਮੈਂ ਕਿਹਾ ਕੀ ਹੋਇਆ ਦੱਸੋ। ਮੈਨੂੰ ਇਹ ਗੱਲ ਕੁਛ ਨਹੀਂ ਪਤਾ ਸੀ ਕਿ ਅੰਦਰ ਅਕੈਡਮੀ ਵਿੱਚ ਕੀ ਚੱਲਦਾ ਪਿਆ। ਤੇ ਉਹ ਕਹਿੰਦੇ ਕਿ ਗੁਰਨੂਰ ਸਿੰਘ ਬੱਚੇ ਹੁਣ ਕਹਿੰਦੇ ਪਏ ਸਿਮਰਨ ਕਰਨਾ ਸਾਨੂੰ, ਜਿਹੜੇ ਆਪਾਂ ਗਏ ਸੀਗੇ। ਵਾਹਿਗੁਰੂ ਆਪ ਜੀ ਮੰਨੋ ਕਿ 15 ਦਿਨ ਦੇ ਉੱਥੇ ਜਿਹੜਾ ਵੀ ਬੰਦਾ ਸਿਮਰਨ ਕਰ, ਜਿਹੜਾ ਬੱਚਾ ਸਿਮਰਨ ਦੇ ਹਾਲ ਵਿੱਚ ਜਾਂਦਾ ਸੀ ਉਹਦਾ ਨਾਮ ਲਿਖਿਆ ਜਾਂਦਾ ਸੀਗਾ, ਉਹਦੀ ਪਰਮਿਸ਼ਨ ਲੈਣੀ ਹੁੰਦੀ ਸੀਗੀ। ਤੇ 48 ਬੱਚਿਆਂ ਦੀ ਪਰਮਿਸ਼ਨ ਹਰ ਦਿਨ ਵਾਸਤੇ ਸਾਨੂੰ ਲੈਣੀ ਪੈਂਦੀ ਸੀਗੀ ਕਿ ਇਹ ਬੱਚਾ ਸਾਡੀ ਜ਼ਿੰਮੇਵਾਰੀ ਨਾਲ ਹਾਲ ਦੇ ਵਿੱਚ ਜਾ ਰਿਹਾ, ਤੇ ਸਾਡੀ ਜ਼ਿੰਮੇਵਾਰੀ ਅਸੀਂ ਇਹਨੂੰ ਹੋਸਟਲ ਛੱਡ ਕੇ ਜਾਵਾਂਗੇ। ਤੇ ਵਾਹਿਗੁਰੂ ਆਪ ਜੀ ਨੂੰ ਸੱਚੀ ਦੱਸਾਂ ਕਿ ਇੰਨੀ ਬਖਸ਼ਿਸ਼ ਹੋਣ ਲੱਗ ਗਈ, ਇੰਨੀ ਬਖਸ਼ਿਸ਼ ਹੋਣ ਲੱਗ ਗਈ ਕਿ ਮੈਂ ਆਪ ਜੀ ਦੱਸ ਨਹੀਂ ਸਕਦਾ। ਤੇ ਜਿੱਥੇ 10-10 ਕਰਕੇ ਪ੍ਰਾਣੀ ਆਉਂਦੇ ਸੀ ਅਮਰ ਸੰਚਾਰ ਦੇ ਵਿੱਚ, ਉਹ ਵੀ ਬੜਾ ਕਹਿ ਕੇ ਆਉਂਦੇ ਸੀ। ਉੱਥੇ ਜਿਹੜੀ ਗਿਣਤੀ 30 ਤੋਂ 35 ਤੱਕ ਪਹੁੰਚ ਗਈ ਹਰ ਹਫਤੇ। ਤੇ ਫਿਰ ਉਹਨਾਂ ਨੇ ਕਿਹਾ ਕਿ ਹਰ ਹਫਤੇ ਅਮਰ ਸੰਚਾਰ ਨਹੀਂ ਹੋ ਸਕਦਾ, ਤੇ ਇਹਨੂੰ 15 ਦਿਨ ਬਾਅਦ ਕਰੋ। ਫਿਰ 15 ਦਿਨ ਬਾਅਦ ਕੀਤਾ, ਤੇ ਫਿਰ ਗਿਣਤੀ ਫਿਰ 30 ਤੋਂ 35 ਤੱਕ ਹੀ ਰਹੀ। ਕਿਉਂਕਿ ਕਈ ਵਾਰੀ ਵਿੱਚੋਂ ਜਿਹੜਾ ਹੁਣ ਹਰ ਸੋਚ ਦਾ ਬੱਚਾ ਨਾਲ ਸੌਂਦਾ ਉੱਥੇ ਰਹਿੰਦਾ, ਤੇ ਕਈ ਵਾਰੀ ਮਾਈਂਡ ਚੇਂਜ ਹੋ ਜਾਂਦਾ ਸੀਗਾ। ਤੇ ਮੈਨੂੰ ਲੱਗਦਾ ਸੀਗਾ ਕਿ ਅਗਰ ਹਰ ਹਫਤੇ ਅਮਰ ਸੰਚਾਰ ਕਰਾਂਗੇ ਤੇ ਜਿਹੜੀ ਗਿਣਤੀ ਆ ਉਹ ਬਖਸ਼ਿਸ਼ ਵਾਲੀ ਜ਼ਿਆਦਾ ਵੱਧ ਜਾਣੀ ਆ। ਹੁਣ ਇਹ ਹੋਣ ਲੱਗ ਗਿਆ ਬਾਅਦ ਚ ਉੱਥੇ ਕਿ ਜਿੱਥੇ ਮੈਂ 48 ਬੱਚੇ ਸਾਰੇ, ਜਿੱਦਾਂ ਉੱਥੇ ਬੈਚ ਹੁੰਦਾ ਸੀਗਾ 6 to 8, 8 to 10, 10 to 12th ਏਦਾਂ ਬੈਚ ਹੁੰਦੇ, ਉਹਦੇ ਵਿੱਚ ਬੱਚੇ ਲੈਣੇ ਹੁੰਦੇ ਸੀਗੇ। ਪਰ ਇਹ ਇੰਨੀ ਵਾਈਬ੍ਰੇਸ਼ਨ ਉਸ ਜਗ੍ਹਾ ਦੀ ਚੇਂਜ ਕਰਤੀ ਗੁਰੂ ਪਾਤਸ਼ਾਹ ਜੀ ਨੇ ਕਿ ਹਰ ਕਲਾਸ ਦੇ ਵਿੱਚ ਹੁਣ ਸੈਸ਼ਨ ਜਾਣੇ ਸ਼ੁਰੂ ਹੋ ਗਏ ਉੱਥੇ, ਕਿ ਹਰ ਕਲਾਸ ਦੇ ਵਿੱਚ ਬੱਚੇ ਉੱਥੇ ਸਿਮਰਨ ਕਰਨਗੇ ਜਾ ਕੇ। ਤੇ ਉਹਨਾਂ ਨੇ ਸਾਡੇ 2 ਬੱਚਿਆਂ ਦੀ, ਇੱਕ ਉੱਥੇ ਕੁੜੀਆਂ ਵਾਸਤੇ 2 ਟੀਚਰਾਂ ਦੇ ਦਿੱਤੀ ਗਏ ਸਾਨੂੰ, ਤੇ ਮੁੰਡਿਆਂ ਵਾਸਤੇ ਸਾਨੂੰ 2, ਅਸੀਂ ਮੈਂ ਤੇ ਜਸਕੀਰਤ ਸਿੰਘ ਤੇ ਇੱਕ ਹੋਰ ਹੁੰਦਾ ਸੀਗਾ, ਮਤਲਬ ਕਿ ਨਾਮ ਯਾਦ ਆ ਰਿਹਾ ਸਰੀਰ ਦਾ ਮੈਨੂੰ ਹੁਣੇ। ਤੇ ਉਹ ਅਸੀਂ ਤਿੰਨ ਸਿੰਘ ਅਸੀਂ ਇਕੱਠੇ ਸੇਵਾ ਕਰਦੇ ਹੁੰਦੇ ਸੀਗੇ ਉੱਥੋਂ। ਤੇ ਅਸੀਂ ਸਾਰੇ ਬੱਚਿਆਂ ਨੂੰ ਅਮਰ ਸੰਚਾਰ ਦੇ ਵਿੱਚ ਜਦੋਂ ਲੈ ਕੇ ਜਾਣਾ, ਫਿਰ ਉਦੋਂ ਤੇ ਉਸ ਤੋਂ ਬਾਅਦ ਛੱਡ ਕੇ ਆਉਣਾ। ਫਿਰ ਸਾਡੀ ਗਿਣਤੀ ਇੰਨੀ ਸੰਗਤ ਦੀ ਹੋ ਗਈ ਕਿ ਸੰਡੇ ਵਾਲੇ ਦਿਨ ਮੈਂ ਆਪ ਜੀ ਨੂੰ ਦੱਸਾਂ ਵਾਹਿਗੁਰੂ, ਜਿੱਦਾਂ 9 ਵਜੇ ਉੱਥੇ ਸਾਰਾ ਬ੍ਰੇਕਫਾਸਟ ਖਤਮ ਹੁੰਦਾ ਸੀਗਾ, 9 ਵਜੇ ਤੋਂ ਲੈ ਕੇ 1 ਵਜੇ ਤੱਕ ਇੱਕ ਜਿੱਥੇ ਅਮਰ ਸੰਚਾਰ ਹੁੰਦਾ ਸੀ ਉਹ ਬੜਾ ਵੱਡਾ ਹਾਲ ਸੀਗਾ, ਉੱਥੇ ਸਾਰੇ ਜਦੋਂ ਨਾਮ ਜਪਦੇ ਹੁੰਦੇ ਸੀ ਨਾ, ਸਿਮਰਨ ਕਰਦੇ ਸੀ ਬੱਚੇ, ਤੇ ਉਹ ਸਿਮਰਨ ਦੀ ਆਵਾਜ਼ਾਂ ਸਾਡੀ ਬਿਲਡਿੰਗ ਤੱਕ ਆਉਂਦੀਆਂ ਸੀਗੀਆਂ। ਤੇ ਉੱਥੇ ਲੋਕੀ ਬਾਹਰ ਆ ਕੇ ਜਿਹੜੇ ਬਾਹਰ ਦੇ ਵਿਜ਼ਿਟਰ ਆਉਂਦੇ ਸੀਗੇ, ਤੇ ਉਹ ਇੰਨਾ ਪ੍ਰਭਾਵਿਤ ਹੋਣ ਲੱਗ ਗਏ ਉੱਥੇ ਕੀ ਕਹਿੰਦੇ, ਉਹ ਬਾਹਰ ਹੀ ਬੈਠ ਜਾਂਦੇ ਸੀ। ਉਹ ਦਰਵਾਜ਼ੇ ਦੇ ਬਾਹਰ ਹੀ, ਜਗ੍ਹਾ ਨਹੀਂ ਹੁੰਦੀ ਸੀ ਅੰਦਰ ਬੈਠਣ ਦੀ, ਤੇ ਬਾਹਰ ਹੀ ਬੈਠ ਜਾਂਦੇ ਸੀਗੇ। ਤੇ ਮੈਨੂੰ 2-3 ਵਾਰੀ ਪ੍ਰਿੰਸੀਪਲ ਨੇ ਵੀ ਬੁਲਾਇਆ, ਕਹਿੰਦੇ ਗੁਰਨੂਰ ਸਿੰਘ ਤੁਸੀਂ ਕੀ ਚਾਹੁੰਦੇ ਹੋ? ਤੇ ਮੈਂ ਕਿਹਾ ਮੈਂ ਕੀ ਚਾਹੁੰਦਾ, ਮੈਂ ਕਿਹਾ ਮੈਂ ਤਾਂ ਜੋ ਵਾਹਿਗੁਰੂ ਚਾਹੁੰਦੇ ਉਹ ਖੁਸ਼ ਵੀ ਸੀਗੇ, ਤੇ ਥੋੜਾ ਉਹਨਾਂ ਨੂੰ ਪਤਾ ਨਹੀਂ ਇਹ ਵੀ ਲੱਗਣ ਲੱਗ ਗਿਆ ਸੀ, ਪਤਾ ਨਹੀਂ ਇਹ ਕੀ ਕਰਨਾ ਚਾਹੁੰਦਾ, ਇੱਥੇ ਕਿੱਦਾਂ ਕੌਣ ਹੈਗਾ ਆ। ਫਿਰ ਉਹਨਾਂ ਨੇ ਮੈਨੂੰ ਸਾਰਾ ਮੇਰੇ ਬਾਰੇ ਪੁੱਛਿਆ ਕਿ ਤੁਸੀਂ ਕੌਣ ਹੋ, ਤੁਸੀਂ ਪਹਿਲੀ ਵਾਰੀ, ਸਾਨੂੰ ਇੰਨੇ ਸਾਲ ਹੋ ਗਏ ਬੜੂ ਸਾਹਿਬ ਦੇ ਵਿੱਚ, ਏਦਾਂ ਦਾ ਜੋ ਚੇਂਜ ਵੇਖਿਆ ਸੀ ਬੱਚਿਆਂ ਵਿੱਚ ਨਹੀਂ ਦੇਖਿਆ। ਤੇ ਮੈਨੂੰ ਕਹਿੰਦੇ ਤੁਸੀਂ ਏਦਾਂ ਕਰੋ,
ਕਿ ਤੁਸੀਂ ਨਾ ਆਪਣੀ ਮੈਸ ਇੰਚਾਰਜ ਛੱਡ ਦਿਓ ਤੇ ਤੁਸੀਂ ਗੁਰਮਤ ਵਾਲੇ ਪਾਸੇ ਆ ਜਾਓ, ਇਹਦੇ ਵਾਲੇ ਪਾਸੇ। ਮੈਂ ਗੁਰੂ ਸਾਹਿਬ ਨੂੰ ਪੁੱਛਿਆ, ਗੁਰੂ ਸਾਹਿਬ ਜੀ ਨੇ ਮੈਨੂੰ ਮਨਾ ਕਰ ਦਿੱਤਾ। ਕਹਿੰਦੇ ਨਹੀਂ, ਤੂੰ ਇਸ ਕੀਰਤ ਵਿੱਚ ਰਹਿ ਕੇ ਸ਼ਾਇਦ ਇਸ ਚੀਜ਼ ਨੂੰ ਵਧੀਆ ਕਰ ਪਾਏਗਾ। ਤੇ ਮੈਂ ਗੁਰੂ ਸਾਹਿਬ ਦਾ ਹੁਕਮਨਾਮਾ ਮੰਨਿਆ। ਤੇ ਮੈਨੂੰ ਇਹ ਵੀ ਪਤਾ ਸੀਗਾ ਕਿ ਅਗਰ ਮੈਂ ਗੁਰਮਤ ਦੇ ਵਿੱਚ ਆ ਗਿਆ ਤੇ ਮੈਂ ਪੋਲਿਟਿਕਸ ਇਹਨਾਂ ਨੇ ਬੜੀ ਤਗੜੀ ਖੇਲਣੀ ਮੇਰੇ ਨਾਲ, ਤੇ ਮੈਂ ਉਹਨਾਂ ਦੇ ਟੀਚਿੰਗ ਡਿਪਾਰਟਮੈਂਟ 'ਚ ਵੜਨਾ ਨਹੀਂ ਚਾਹੁੰਦਾ ਸੀਗਾ। ਤੇ ਮੈਂ ਬਾਰ-ਬਾਰ ਹੈ ਕਿ ਉਹਨਾਂ ਦਾ ਸੇਵਾ ਗੁਰੂ ਸਾਹਿਬ ਦੀ ਲੈਣਾ ਚਾਹੁੰਦਾ ਸੀਗਾ। ਤੇ ਗੁਰੂ ਪਾਤਸ਼ਾਹ ਜੀ ਨੇ ਉੱਥੇ ਹਰ ਹਫਤੇ ਜਦੋਂ 15 ਦਿਨ ਬਾਅਦ ਮੈਂ ਸੰਚਾਰ ਹੋਣਾ ਤੇ ਦਸਤਾਰਾ ਦੀ ਸ਼ਕਲ ਹੀ ਚੇਂਜ ਹੋ ਗਈ ਉੱਥੇ। ਤੇ ਇੱਕ ਦਿਨ ਮੇਰਾ ਕੰਮ ਹੁੰਦਾ ਸੀ ਰਾਉਂਡ ਮਾਰਨਾ, ਤੇ ਜਦੋਂ ਮੈਂ ਰਾਉਂਡ ਮਾਰਨ ਜਾਂਦਾ ਹੁੰਦਾ ਸੀਗਾ ਤੇ ਸਾਰੀ ਸੰਗਤ ਹੀ ਕਵਾਂਗਾ ਉਹਨੂੰ, ਤੇ ਇੰਨੀ ਜੋਰ ਦੀ ਫਤਿਹ ਬੁਲਾਉਂਦੀ ਹੁੰਦੀ ਸੀਗੀ। ਤੇ ਮਤਲਬ ਕਿ ਇੰਨਾ ਮਜ਼ਾ ਆਉਂਦਾ ਸੀ ਉਸ ਜਗ੍ਹਾ ਤੇ ਮੈਨੂੰ ਬੈਠ ਕੇ ਕਿ ਜਦੋਂ ਇਹ ਸਮਾਂ ਏਦਾਂ ਮਿਲਿਆ ਸਾਨੂੰ। ਪਰ ਹਲਕੇ ਹਲਕੇ ਉੱਥੇ ਮਾਇਆ ਵਾਪਰਨੀ ਸ਼ੁਰੂ ਹੋ ਗਈ। ਕੁਝ ਟੀਚਰ ਏਦਾਂ ਦੇ ਆ ਗਏ ਕਿ ਜਿਨ੍ਹਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਤੇ ਉਹਨਾਂ ਨੇ ਇਹ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਅਸੀਂ ਆਪਣੇ ਕੋਲ ਆਵਾਂਗੇ, ਆਪਾਂ ਲੈ ਕੇ ਜਾਵਾਂਗੇ, ਤੁਸੀਂ ਨਹੀਂ ਲੈ ਕੇ ਜਾਣਾ ਇਹਨਾਂ ਨੂੰ। ਤੇ ਮੈਨੂੰ ਸਮਝ ਆ ਰਹੀ ਸੀ ਮਾਇਆ ਜਿੱਥੇ ਵਾਹਿਗੁਰੂ ਬਖਸ਼ਿਸ਼ ਹੈਗੀ ਹੈ ਨਾ ਗੁਰੂ ਪਾਤਸ਼ਾਹ ਜੀ ਦੀ, ਉੱਥੇ ਮਾਇਆ ਕਈ ਵਾਰੀ ਅਟੈਕ ਜ਼ਰੂਰ ਕਰਦੀ ਆ। ਜਿੱਥੇ ਕਿਤੇ ਅਸੀਂ ਢਿੱਲੇ ਪੈ ਗਏ ਤੇ ਉੱਥੇ ਮਾਇਆ ਨੇ ਜਿੱਤ ਜਾਣਾ। ਤੇ ਪਰ ਅਸੀਂ ਗੁਰੂ ਪਾਤਸ਼ਾਹ ਜੀ ਅੱਗੇ ਫਿਰ ਚਰਨ ਧੂੜਦੀ ਆਪਾਂ ਬੱਚਿਆਂ ਨੂੰ ਕਹਿ ਦਿੱਤਾ ਕਿ ਅਗਰ ਤੁਸੀਂ ਸਿਮਰਨ ਚਾਹੁੰਦੇ ਹੋ ਉਸ ਜਗ੍ਹਾ ਤੇ ਤੁਸੀਂ ਚਰਨ ਧੂੜ ਆਪ ਲੈਣੀ ਸ਼ੁਰੂ ਕਰ ਦਿਓ। ਹੁਣ ਖੇਡ ਕੀ ਵਾਪਰੀ ਉੱਥੇ ਕਿ ਜਦੋਂ ਸੰਗਤ ਉੱਥੇ ਰਾਤ ਸ਼ਾਮ ਨੂੰ ਨਿਤਨੇਮ ਕਰਦੀ ਸੀਗੀ ਤੇ ਉੱਥੇ ਸਾਰੇ ਬੱਚੇ ਇਕੱਠੇ ਬਹਿੰਦੇ ਆ ਹਾਲ ਦੇ ਵਿੱਚ। ਤੁਸੀਂ ਸ਼ਾਇਦ ਕਿਤੇ ਫੋਟੋ ਵਿੱਚ ਦੇਖਿਆ ਹੋਵੇ। ਹੁਣ ਹੋਇਆ ਕਿ ਅਗਰ ਅੰਦਰ ਦੋ ਬੱਚਿਆਂ ਦਾ ਮਤਲਬ ਕਿ ਸੈਸ਼ਨ ਦਾ ਗਰੁੱਪ ਆਇਆ, ਉਹਦੇ ਵਿੱਚੋਂ 30-40% ਬੱਚੇ ਜੋੜੇ ਵਿੱਚ ਬੈਠ ਜਾਂਦੇ ਹੁੰਦੇ ਸੀਗੇ। ਹੁਣ ਜੋੜੇ ਵਿੱਚ ਬੈਠ ਕੇ ਉਹਨਾਂ ਦੀ ਮਾਤੀ ਕਹਿੰਦੇ ਇਹ ਕੀ ਹੋਣ ਲੱਗ ਗਿਆ ਇੱਥੇ, ਅੰਦਰ ਹਾਲ ਦੇ ਵਿੱਚ ਘੱਟ ਬੱਚੇ ਬੈਠੇ ਤੇ ਬਾਹਰ ਜ਼ਿਆਦਾ ਬੈਠੇ ਆ। ਤੇ ਫਿਰ ਸਾਨੂੰ ਬੁਲਾਇਆ ਗਿਆ ਕਿ ਤੁਸੀਂ ਕੀ ਸਿਖਾ ਰਹੇ ਬੱਚਿਆਂ ਨੂੰ, ਚਰਨ ਧੂੜ 'ਚ ਕੀ ਮਿਲਣਾ ਤੁਹਾਨੂੰ, ਏਦਾਂ ਕੀ ਮਿਲਣਾ। ਬਹੁਤ ਗੱਲਾਂ ਸੁਣੀਆਂ, ਬਹੁਤ ਪੋਲਿਟਿਕਸ ਦੇਖੀ ਅਸੀਂ ਉੱਥੇ। ਪਰ ਗੁਰੂ ਬੇਅੰਤ ਇੰਨਾ ਸਾਡਾ ਹੈਗਾ ਕਿ ਉਹ ਕਹਿੰਦਾ ਜਾਓ ਲੜੋ ਅੰਦਰ ਜਾ ਕੇ, ਕੋਈ ਗੱਲ ਨਹੀਂ ਮੈਂ ਤੁਹਾਡੇ ਪਿੱਛੇ ਖੜਾ ਹੈਗਾ। ਤੇ ਅਸੀਂ ਵੀ ਜਾ ਕੇ ਫਿਰ ਜਿਹੜੀ ਗੱਲਾਂ ਨਹੀਂ ਵੀ ਕਰਨੀਆਂ ਉਹ ਵੀ ਕਰ ਦਿੰਦੇ ਹੁੰਦੇ ਸੀ। ਕੁਝ ਸਮਾਂ ਦਾ ਏਦਾਂ ਬੀਤਿਆ ਕਿ ਫਿਰ ਬਖਸ਼ਿਸ਼ ਹੋਣ ਲੱਗੀ ਗੁਰੂ ਪਾਤਸ਼ਾਹ ਜੀ ਦੀ। ਮੈਂ ਉੱਥੇ 2.5 ਤੋਂ 3 ਸਾਲ ਕੰਮ ਕੀਤਾ ਤੇ ਫਿਰ ਮੈਨੂੰ ਕਈ ਵਾਰੀ ਉਹਨਾਂ ਨੇ ਪੋਲਿਟਿਕਸ ਦੇ ਥਰੂ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਕਿ ਇਹਨੂੰ ਬਾਹਰ ਕੱਢੀਏ। ਤੇ ਪਰ ਗੁਰੂ ਪਾਤਸ਼ਾਹ ਜੀ ਨੇ ਬੜੀ ਲਾਜ ਬਚਾਈ ਮੇਰੀ। ਪਰ ਜਦੋਂ ਇੱਕ ਜ਼ਿਆਦਾ ਹੀ ਮੈਨੂੰ ਗੁਰੂ ਸਾਹਿਬ ਨੇ ਮੱਤ ਦੇ ਦਿੱਤੀ ਕਿ ਹੁਣ ਇਸ ਵਾਰ ਨਹੀਂ ਬਚ ਪਾਏਗਾ ਤੂੰ, ਤੇ ਮੈਂ ਗੁਰੂ ਸਾਹਿਬ ਤੋਂ ਹੁਕਮਨਾਮਾ ਲਿਆ ਕਿ ਗੁਰੂ ਪਾਤਸ਼ਾਹ ਜੀ ਚਲੋ ਹੁਣ ਮੈਂ ਰਹਿਣਾ ਵੀ ਨਹੀਂ ਚਾਹੁੰਦਾ ਇੱਥੇ, ਕਿਉਂਕਿ ਜਿੰਨੇ ਬੱਚੇ ਦੀ ਸੇਵਾ ਤੁਸੀਂ ਮੇਰੀ ਲਿਖੀ ਸੀ ਉਹ ਆਲਰੇਡੀ ਹੁਣ ਮਿਲ ਚੁੱਕੀ ਇਸ ਜਗ੍ਹਾ ਨੂੰ। ਤੇ ਸਿਕੰਦਰ ਸਿੰਘ ਸੀ ਜਿਹੜੇ ਪੀਟੀ ਆਫਿਸ ਦੇ ਪੀਟੀਸੀ ਜਿਹੜੇ ਸਰ ਸੀਗੇ, ਤੇ ਉਹਨਾਂ ਨਾਲ ਵੀ ਮੈਂ ਬੜੀ ਵਾਰੀ ਸਾਂਝ ਕਰ ਚੁੱਕਿਆ ਸੀਗਾ। ਮੈਂ ਕਿਹਾ ਇਸ ਬੱਚਿਆਂ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਵਾਹਿਗੁਰੂ, ਕਿਉਂਕਿ ਤੁਸੀਂ ਸਭ ਤੋਂ ਏਜਡ ਬੰਦੇ ਹੈਗੇ ਇੱਥੇ ਤੇ ਸਭ ਤੋਂ ਜ਼ਿਆਦਾ ਤੁਸੀਂ ਤੁਸੀਂ ਸਿਮਰਨ ਨੂੰ ਮੰਨਦੇ ਹੋ, ਤੁਸੀਂ ਸੇਵਾ ਨੂੰ ਮੰਨਦੇ ਹੋ, ਤੁਸੀਂ ਚਰਨ ਧੂੜ ਨੂੰ ਮੰਨਦੇ ਹੋ, ਤੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਮੱਤ ਦੇ ਸਕਦੇ ਇੱਥੇ। ਤੇ ਚਲੋ ਜੀ, ਕਈ ਵਾਰੀ ਬੜੀ ਬਖਸ਼ਿਸ਼ਾਂ ਵਰਤੀਆਂ, ਬੱਚਿਆਂ ਨੇ ਦੁਮਾਲੇ ਸਜਾਣੇ ਸ਼ੁਰੂ ਕਰਤੇ ਤੇ ਵੇਖਾ ਵੇਖੀ ਉਹੀ ਹੋ ਗਿਆ ਕਿ ਅਸੀਂ ਏਦਾਂ ਹੀ ਦੁਮਾਲੇ ਸਜਾਣੇ ਆ। ਤੇ ਫਿਰ ਸਾਨੂੰ ਬੁਲਾ ਲਿਆ ਗਿਆ ਕਿ ਤੁਸੀਂ ਸਾਡਾ ਡਰੈਸ ਕੋਡ ਚੇਂਜ ਕਰ ਦਿੱਤਾ। ਤੇ ਮੈਂ ਕਿਹਾ ਫਿਰ ਬੜੀ ਵਾਰੀ ਵਾਹਿਗੁਰੂ ਜੇ ਉਹ ਏਰੀਆ ਜਿਹੜਾ ਹੈਗਾ ਉਹ ਮਤਲਬ ਕਈ ਵਾਰੀ ਲੱਗਾ ਕਿ ਫੁੱਲ ਆਫ ਪੋਲਿਟਿਕਸ ਹੈਗਾ ਪੂਰਾ ਏਰੀਆ, ਕਿ ਉੱਥੇ ਦੋ ਪਾਰਟੀਆਂ ਕੰਮ ਕਰਦੀਆਂ, ਕਦੀ ਕਿਸੇ ਨੇ ਬੁਲਾ ਲੈਣਾ ਕਦੀ ਕਿਸੇ ਨੇ ਬੁਲਾ ਲੈਣਾ। ਅਸੀਂ ਜਵਾਬ ਹੀ ਦਿੰਦੇ ਰਹਿਣਾ ਤੇ ਆਪਾਂ ਗੁਰੂ ਸਾਹਿਬ ਤੋਂ ਅੱਗੇ ਬਖਸ਼ਿਸ਼ ਲੈਣੀ, ਪੁੱਛਣਾ ਪਹਿਲਾਂ ਉਹਨਾਂ ਨੇ ਬੁਲਾਣਾ, ਅਸੀਂ ਗੁਰੂ ਸਾਹਿਬ ਕੋ ਜਾਣਾ, ਗੁਰੂ ਸਾਹਿਬ ਕੋ ਜਾ ਕੇ ਜੋ ਗੁਰੂ ਸਾਹਿਬ ਨੇ ਗੱਲ ਕਹਿਣੀ ਅਸੀਂ ਉੱਧਰ ਜਾ ਕੇ ਉਹ ਗੱਲ ਕਹਿ ਦੇਣੀ। ਆਪਾਂ ਆਪਣੀ ਮੱਤ ਬੋਲਦੇ ਨਹੀਂ ਹੁੰਦੇ ਸੀਗੇ। ਤੇ ਕਈ ਵਾਰੀ ਤਾਂ ਅਸੀਂ ਇਹ ਵੀ ਗੱਲ ਕਹਿ ਦਿੱਤੀ, ਗੁਰੂ ਸਾਹਿਬ ਨੇ ਕਿਹਾ ਕਿ ਮਤਲਬ ਕਿ ਮੰਨ ਰਹੇ ਕੌਣ ਕੁਮਤ ਲੈਣੀ ਪਰਦਾਰਾ ਨਿੰਦਿਆ ਰਸ ਜਨਾ। ਅਸੀਂ ਗੁਰੂ ਸਾਹਿਬ ਤੋਂ ਮਤਲਬ ਕਿ ਉਹਨਾਂ ਵਾਸਤੇ ਜੋ ਹੁਕਮ ਲੈਣਾ ਤੇ ਅਸੀਂ ਇਹ ਵੀ ਕਹਿ ਦੇਣਾ ਤੂੰ ਭੈੜੀ ਮੱਤ ਲਈ ਹੋਈ ਐ, ਤੂੰ ਗੁਰੂ ਦੀ ਮੱਤ ਲੈ। ਉਹ ਇਹਨਾਂ ਨੇ ਇੰਨਾ ਗੁੱਸੇ ਨਾਲ ਹੋ ਜਾਣਾ ਕਿ ਤੂੰ ਸਾਨੂੰ ਕੌਣ ਹੁੰਦਾ ਕਹਿਣ ਵਾਲਾ। ਮੈਂ ਕਿਹਾ ਮੈਂ ਨਹੀਂ ਕਿਹਾ, ਮੈਂ ਗੁਰੂ ਸਾਹਿਬ ਤੋਂ ਪੁੱਛ ਕੇ ਆਇਆ ਸੀ ਤੁਹਾਡੇ ਬਾਰੇ, ਉਹਨਾਂ ਨੇ ਤੁਹਾਡੇ ਵਾਸਤੇ ਹੁਕਮਨਾਮਾ ਕੀਤਾ। ਉਹ ਕੁਛ ਕਹਿ ਵੀ ਨਹੀਂ ਪਾਉਂਦੇ ਸੀਗੇ। ਤੇ ਬੜੀ ਵਾਰੀ ਕਈ ਵਾਰੀ ਬੜਾ ਇਸ ਚੀਜ਼ ਤੇ ਹੋਇਆ, ਹੱਸੀ ਵੀ ਆਉਂਦੀ ਹੈ ਕਿ ਕਿੰਨਾ ਭਰੋਸਾ ਸੀ ਗੁਰੂ ਪਾਤਸ਼ਾਹ ਜੀ ਦਾ ਕਿ ਬਿਨਾਂ ਨਿਡਰ ਹੋ ਕੇ ਉਹ ਜਗ੍ਹਾ ਤੇ ਗੱਲ ਕਹਿ ਦੇਣੀ ਵੱਡੇ ਡਾਇਰੈਕਟਰ ਨੂੰ ਕਿ ਹਾਂ ਵੀ ਤੂੰ ਇਹ ਤੇਰੇ ਮੱਤ ਵਾਸਤੇ ਗੁਰੂ ਸਾਹਿਬ ਨੇ ਤੈਨੂੰ ਇਹ ਹੁਕਮਨਾਮਾ ਦਿੱਤਾ, ਤੂੰ ਇਸਨੂੰ ਮੰਨ। ਤੇ ਉਹੀ ਫੀਲਿੰਗ ਆਉਂਦੀ ਸੀ ਜਿੱਦਾਂ ਪੁਰਾਣੇ ਸਮੇਂ ਵਿੱਚ ਜਿੱਦਾਂ ਗੁਰੂ ਸਾਹਿਬ ਨੇ ਕਿਸੇ ਨੂੰ ਹੁਕਮ ਕਰ ਦਿੱਤਾ ਕਿ ਜਾ ਕੇ ਉਹਨੂੰ ਇਹ ਹੁਕਮ ਕਰ ਦੋ, ਅਸੀਂ ਉੱਦਾਂ ਹੀ ਜਾ ਕੇ ਉਹਨੂੰ ਹੁਕਮ ਕਰ ਦਿੰਦੇ ਹੁੰਦੇ ਸੀਗੇ। ਤੇ ਸਮਾਂ ਬੀਤ ਗਿਆ, ਉੱਥੇ ਬੜੀ ਬਖਸ਼ਿਸ਼ ਹੋਈ ਵਾਹਿਗੁਰੂ। ਤੇ ਉਹਦੇ ਵਿੱਚ ਵੀ ਕਈ ਵਾਰੀ, ਇੱਕ ਵਾਰੀ ਜਦੋਂ ਮੈਂ ਸੰਚਾਰ ਸੀਗਾ ਤੇ ਮੰਮੀ ਮੇਰੇ ਕੋਲ ਰਹਿਣ ਆਏ। ਹੁਣ ਮੈਂ ਮੰਮੀ ਦੀ ਗੱਲ ਤੇ ਆਂਦਾ ਵਾਪਿਸ, ਜਦੋਂ ਮੰਮੀ ਨੇ ਅੰਮ੍ਰਿਤ ਛਕਿਆ ਉਦੋਂ ਅੰਮ੍ਰਿਤ ਸੰਚਾਰ ਬੜੂ ਸਾਹਿਬ ਸੀਗਾ। ਤੇ ਕਈ ਵਾਰੀ ਮੈਂ ਉੱਥੇ ਮਤਲਬ ਕਿ ਮੈਂ ਉੱਥੇ ਜਦੋਂ ਕੀ ਹੋਇਆ ਕਿ ਮੰਮੀ ਨੂੰ ਸੇਵਾ ਤੇ ਰੋਜ਼ ਜਾਂਦੇ ਹੁੰਦੇ ਸੀਗੇ ਤੇ ਮੈਂ ਕਿਹਾ ਮੰਮੀ ਘਰ ਵਿੱਚ ਆਉਣਾ ਹੁਣ ਤੁਸੀਂ ਕਿ ਨਹੀਂ ਆਉਣਾ। ਮੰਮੀ ਨੇ ਜਵਾਬ ਨਹੀਂ ਦਿੱਤਾ ਕੋਈ ਵੀ।
ਤੇ ਫਿਰ ਮੈਂ ਇੱਕ ਦਿਨ ਮੈਂ ਸ਼ਿਫਟ ਤੇ ਚਲਾ ਗਿਆ ਤੇ ਮੈਨੂੰ ਉਦੋਂ ਕਿਹਾ ਕਿ ਅੱਜ ਸਿੰਘ ਪੂਰੇ ਹੈਗੇ ਆ ਤੇ ਅੱਜ ਨਵੇਂ ਬੱਚਿਆਂ ਨੂੰ ਵਾਰੀ ਆ ਉਹਨਾਂ ਨੂੰ ਵੀ ਸੇਵਾ ਦਾ ਪਤਾ ਲੱਗੇ। ਤੇ ਮੈਂ ਬੜਾ ਸਤਿਕਾਰ ਕੀਤਾ ਇਸ ਡਿਸੀਜਨ ਦਾ ਕਿ ਹਾਂ ਇਹ ਬਹੁਤ ਅੱਛੀ ਗੱਲ ਆ ਕਿ ਹਰ ਕਿਸੇ ਨੇ ਤੇ ਇੱਥੇ ਰਹਿਣਾ ਨਹੀਂ ਇੰਨਾ ਟਾਈਮ, ਤੇ ਹੋਰ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ। ਤੇ ਮੈਂ ਆਪਣੀ ਸ਼ਿਫਟ ਤੇ ਚਲਾ ਗਿਆ ਤੇ ਮੰਮੀ ਨੂੰ ਪਤਾ ਸੀਗਾ ਉਦੋਂ ਕਿ ਮੈਂ ਸ਼ਿਫਟ ਤੇ ਜਾ ਰਿਹਾ, ਤੇ ਮੈਨੂੰ 10 ਵਜੇ ਕਾਲ ਆਈ ਕਿ ਤੇ ਗੁਰਨੂਰ ਸਿੰਘ ਅੰਮ੍ਰਿਤਸਰ ਚਾਰ ਦੇ ਵਿੱਚ ਆ ਜਾਓ। ਮੈਂ ਕਿਹਾ ਸਾਰੇ ਸਿੰਘ ਤੇ ਪੂਰੇ ਸੀਗੇ ਰਾਤੀ, ਤੇ ਕਹਿੰਦੇ ਨਹੀਂ ਗੁਰੂ ਪਾਤਸ਼ਾਹ ਜੀ ਨੇ ਥੋੜੇ ਬੱਚੇ ਨੂੰ ਹਜੇ ਸੇਵਾ ਕਰਨ ਵਾਸਤੇ ਹੋਰ ਕਿਹਾ, ਸੰਗਤ ਕਰਨ ਵਾਸਤੇ ਹੋਰ ਕਿਹਾ, ਪ੍ਰਕਿਰਿਆ ਉਹੀ ਚੱਲਦੀ ਪਈ ਸੀ ਕਿ ਗੁਰਸਾਹਿਬ ਸਿਲੈਕਟ ਕਰਨਗੇ। ਤੇ ਉਹਨਾਂ ਨੇ ਮੈਨੂੰ ਸਿਕੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਬੱਚਿਆਂ ਨੂੰ ਸੇਵਾ ਕਰਨ ਵਾਸਤੇ ਹੋਰ ਕਿਹਾ, ਸੰਗਤ ਕਰਨ ਵਾਸਤੇ ਹੋਰ ਕਿਹਾ। ਤੇ ਚਲੋ ਜੀ ਮੈਂ ਕਿਹਾ ਮੈਂ ਆ ਰਿਹਾ। ਮੈਂ ਕਿਹਾ ਤੁਸੀਂ ਮੇਰੇ ਵਾਸਤੇ ਤਾਂ ਹੁਕਮਨਾਮਾ ਲੈ ਲਓ ਪਹਿਲਾਂ। ਉਹ ਕਹਿੰਦੇ ਲੈ ਲਿਆ ਤੇਰੇ ਵਾਸਤੇ ਹੁਕਮਨਾਮਾ। ਕਹਿੰਦੇ ਤੂੰ ਆ ਜਲਦੀ ਆ ਕੇ ਇਸ਼ਨਾਨ ਕਰਕੇ। ਤੇ ਮੈਂ ਭੱਜ ਕੇ ਗਿਆ ਤੇ ਮੈਂ ਮੰਮੀ ਨੂੰ ਕਿਹਾ ਮੰਮੀ ਜਲਦੀ ਨਾ ਮੇਰੇ ਜਿਹੜਾ ਅੰਮ੍ਰਿਤ ਚਾਰ ਵਾਲੇ ਜਿਹੜੇ ਮੇਰੀ ਕਿੱਟ ਹੁੰਦੀ ਸੀਗੀ ਜਿਸ ਚ ਕਸ਼ਹਿਰਾ ਸਾਰਾ ਦਸਤਾਰਾ ਵਗੈਰਾ ਸਾਰੀ ਮੈਂ ਅਲੱਗ ਰੱਖਦਾ ਹੁੰਦਾ ਸੀਗਾ। ਤੇ ਮੈਂ ਕਿਹਾ ਮੰਮੀ ਉਹ ਸਾਰੀ ਕਿੱਟ ਕੱਢ ਦੋ, ਮੇਰੀ ਅੰਮ੍ਰਿਤ ਸੰਚਾਰ ਹੈਗਾ ਜਾਣਾ ਉੱਥੇ। ਤੇ ਮੰਮੀ ਕਹਿੰਦੇ ਠੀਕ ਹੈ। ਮੈਂ ਕੇਸ਼ੀ ਇਸ਼ਨਾਨ ਕਰਕੇ ਆਇਆ ਤੇ ਮੈਂ ਅਰਦਾਸ ਕਰਦਾ ਪਿਆ ਸੀ ਇਸ਼ਨਾਨ ਕਰਦੇ ਕਰਦੇ ਗੁਰੂ ਪਾਤਸ਼ਾਹ ਜੀ ਨੂੰ। ਮੈਂ ਕਿਹਾ ਕਮਾਲ ਹੋ ਜਾਏ ਗੁਰੂ ਪਾਤਸ਼ਾਹ ਜੀ, ਅਗਰ ਅੱਜ ਮੰਮੀ ਵੀ ਕਹਿੰਦੇ ਚੱਲ ਮੈਂ ਵੀ ਚੱਲਣਾ ਅੰਮ੍ਰਿਤ ਛਕਣ ਵਾਸਤੇ। ਤੇ ਇਹ 2015 ਦੀ ਗੱਲ ਹੈਗੀ ਵਾਹਿਗੁਰੂ। ਤੇ ਮੰਮੀ ਨੂੰ ਮੈਂ ਹਜੇ ਕੇਸ਼ੀ ਮਤਲਬ ਕਿ ਸਜਾ ਹੀ ਰਿਹਾ ਸੀ, ਸਜਾ ਕੇ ਹਜੇ ਮੈਂ ਖੰਡਾ ਲਾ ਰਿਹਾ ਸੀਗਾ। ਤੇ ਖੰਡਾ ਲਾ ਕੇ ਜਦੋਂ ਮੈਂ ਥੱਲੇ ਆਪਣਾ ਕੁੜਤਾ ਮੈਂ ਪਾਇਆ ਤੇ ਮੰਮੀ ਕਹਿੰਦੇ ਮੈਂ ਵੀ ਜਾਣਾ। ਮੈਂ ਅੰਦਰੋਂ ਇੰਨਾ ਖੁਸ਼ ਸੀਗਾ ਗੁਰੂ ਪਾਤਸ਼ਾਹ ਜੀ ਦਾ। ਮੈਂ ਕਿਹਾ ਮੰਮੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਅਗਰ ਅੱਜ ਇਸ ਘਰ ਦੇ ਵਿੱਚ ਤੁਸੀਂ ਆ ਗਏ ਨਾ ਫਿਰ ਪਿੱਛੇ ਨਹੀਂ ਮੁੜਨ ਦੇਣਾ ਤੁਹਾਨੂੰ। ਫਿਰ ਅਗਰ ਤੁਸੀਂ ਪਿੱਛੇ ਮੁੜਨ ਦਾ ਸੋਚਿਆ ਤੇ ਫਿਰ ਤੁਸੀਂ ਮੈਨੂੰ ਦੂਰ ਪਾਓਗੇ ਆਪਣੇ ਆਪ ਤੋਂ। ਇਹ ਮੈਂ ਨਾਲ ਕਹਿ ਵੀ ਦਿੱਤਾ ਮੰਮੀ ਨੂੰ। ਮੈਂ ਕਿਹਾ ਮੈਨੂੰ ਇੰਨਾ ਵੀ ਭਰੋਸਾ ਹੈਗਾ ਗੁਰੂ ਪਾਤਸ਼ਾਹ ਜੀ ਤੇ ਕਿ ਉਹ ਤੁਹਾਨੂੰ ਕਦੇ ਵੀ ਆਪਣੇ ਆਪ ਤੋਂ ਦੂਰ ਨਹੀਂ ਰੱਖਣਗੇ। ਪਰ ਮੈਂ ਗੱਲ ਕਰ ਰਿਹਾ ਕਿ ਤੁਹਾਡੀ ਜਿਹੜਾ ਜਿਸ ਪਰਿਵਾਰ ਚ ਅਸੀਂ ਪਹਿਲਾਂ ਬਿਲੋਂਗ ਕਰਦੇ ਸੀਗੇ ਉਹ ਪਰਿਵਾਰ ਨੇ ਸਾਨੂੰ ਐਕਸੈਪਟ ਨਹੀਂ ਕਰਨਾ ਤੇ ਤੁਹਾਨੂੰ ਬਹੁਤ ਕੁਝ ਸੁਣਨਾ ਵੀ ਪੈ ਸਕਦਾ। ਮੈਨੂੰ ਕਹਿੰਦੇ ਗੁਰਨੂਰ ਸਿੰਘ ਤੈਨੂੰ ਹੁਣ ਇਹ ਗੱਲ ਕਹਿਣ ਦੀ ਲੋੜ ਨਹੀਂ, ਜੋ ਮੈਨੂੰ ਗੁਰੂ ਪਾਤਸ਼ਾਹ ਜੀ ਨੇ 2-3 ਸਾਲਾਂ ਦੇ ਵਿੱਚ ਦੇ ਦਿੱਤਾ ਨਾ, ਇੰਨਾ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਸੁੱਖ ਨਹੀਂ ਮਾਣਿਆ। ਤੇ ਮੈਨੂੰ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਕੀ ਦਿਖਾ ਦਿੱਤਾ, ਕਿੰਨੀ ਵੱਡੀਆਂ ਬਖਸ਼ਿਸ਼ਾਂ ਦੇ ਦਿੱਤੀਆਂ ਕਿ ਜੋ ਇੰਨੇ ਦ੍ਰਿੜ ਹੈਗੇ ਆ। ਤੇ ਮੈਂ ਮੰਮੀ ਨੂੰ ਇਹ ਗੱਲ ਕਹੀ, ਮੈਂ ਕਿਹਾ ਹਜੇ ਵੀ ਮੈਂ ਹੁਣ ਜਾ ਰਿਹਾ, ਅਗਰ ਤੁਹਾਡੇ ਕੋਲ ਹਜੇ ਵੀ 15 ਮਿੰਟ ਹੈਗੇ ਆ ਠੀਕ ਹੈ, ਆਪਣੇ ਆਪ ਨੂੰ ਪੱਕਾ ਕਰ ਲਓ। ਤੇ ਮੰਮੀ ਥੋੜਾ ਹਜੇ ਕੇਸਕੀ ਵਾਸਤੇ ਜੇ ਮੰਨਦੇ ਨਹੀਂ ਪਏ ਸੀ ਉਦੋਂ। ਤੇ ਮੈਂ ਕਿਹਾ ਮੰਮੀ ਆਣਾ ਤੇ ਕੇਸਕੀ ਚ ਹੀ ਆਣਾ ਪੈਣਾ ਤੁਹਾਨੂੰ। ਤੇ ਫਿਰ ਮੰਮੀ ਮੈਨੂੰ ਫਿਰ ਜਾਣ ਵੇਲੇ ਰੋਕਿਆ, ਕਹਿੰਦੇ ਅਗਰ ਮੈਂ ਸਿਰ ਤੇ ਸਿਰਫ ਰੁਮਾਲ ਰੱਖ ਲਾਂ ਏਦਾਂ ਰੱਖ ਲਾਂ। ਤੇ ਮੈਨੂੰ ਅੰਦਰੋਂ ਹੀ ਆਵਾਜ਼ ਆਈ ਤੂੰ ਮਨਾ ਨਾ ਕਰ। ਤੇ ਮੈਂ ਕਿਹਾ ਰੁਮਾਲ ਨਹੀਂ ਰੱਖਣ ਦੇਵਾਂਗਾ ਪਰ ਛੋਟੀ ਕੇਸੀ ਸਜਾਣੀ ਪੈਣੀ ਤੁਹਾਨੂੰ ਛੋਟੀ ਜੀ। ਤੇ ਮੈਨੂੰ ਲੱਗਿਆ ਕਿ ਚਲੋ ਐਂਟਰੀ ਤਾਂ ਕਰਾਈ ਘਰ ਦੀ। ਜਦੋਂ ਕਈ ਵਾਰੀ ਅਸੀਂ ਸੰਗਤ ਚ ਮੈਂ ਖੁਦ ਦੇਖਿਆ ਕਿ ਕਈ ਬੱਚੇ ਪਹਿਲੇ ਏਦਾਂ ਆਉਂਦੇ ਸੀ, ਬਾਅਦ ਚ ਬਖਸ਼ਿਸ਼ ਹੋ ਜਾਂਦੀ ਸੀ ਤੇ ਉਹ ਕੇਸਕੀ ਸਜਾ ਲੈਂਦੇ ਹੁੰਦੇ ਸੀਗੇ। ਤੇ ਮੰਮੀ ਦੇ ਥੋੜੀ ਦਾੜੀ ਵੀ ਆਉਂਦੀ ਹੁੰਦੀ ਸੀਗੀ ਥੱਲੇ, ਜਿੱਦਾਂ ਬਜ਼ੁਰਗਾਂ ਦੀ ਕਈ ਵਾਰੀ ਆ ਜਾਂਦੀ। ਉਹਨਾਂ ਨੂੰ ਮੰਮਾ ਨੂੰ ਉਸ ਚੀਜ਼ ਤੇ ਉਹ ਵੀ ਸੀਗਾ ਕਿ ਇਹ ਕਿੱਦਾਂ ਹੈਂਡਲ ਹੋਊਗਾ, ਇਹ ਕੀ ਕਰਾਂਗੇ, ਇਹਦਾ ਕਿ ਵੱਧ ਜਾਣੀ ਹੈ ਮੇਰਾ ਚਿਹਰਾ। ਤੇ ਮੈਂ ਕਿਹਾ ਕਿ ਤੇਰੇ ਕੰਤ ਨੂੰ ਤੇ ਚਿਹਰਾ ਤੁਹਾਡਾ ਭਾਂਦਾ ਨਹੀਂ ਪਿਆ ਹਨਾ। ਤੇ ਮੈਂ ਕਿਹਾ ਕਿ ਉਹ ਤਨ ਸੇਜੇ ਜਾਏ ਵਾਲੀ ਗੱਲ ਕਹੀ ਮੈਂ, ਠੀਕ ਹੈ ਤੇਰੇ ਕੰਤ ਨਾ ਪਾ। ਮੈਂ ਕਿਹਾ ਤੁਹਾਡੇ ਕੰਤ ਅਸਲੀ ਤੁਹਾਡੇ ਘਰ ਵਾਲੀ ਤੁਹਾਡਾ ਚਿਹਰਾ ਚੰਗਾ ਲੱਗਦਾ ਨਹੀਂ, ਤੂੰ ਕਿਹਦੇ ਵਾਸਤੇ ਸਵਰ ਰਹੀ ਹੈ ਦੱਸ ਮੈਨੂੰ ਫਿਰ। ਤੇ ਮੰਮੀ ਨੂੰ ਗੁਰਬਾਣੀ ਦੀ ਤੁਕ ਮੈਂ ਲੈ ਕੇ ਗੁਰਬਾਣੀ ਚ ਦਿਖਾਈ ਹੈ, ਦੇਖੋ ਆ ਕੀ ਲਿਖਿਆ ਗੁਰੂ ਸਾਹਿਬ ਜੀ ਨੇ। ਤੇ ਮੰਮੀ ਚੁੱਪ ਕਰ ਗਏ। ਤੇ ਚਲੋ ਜੀ ਮੰਮੀ ਜਸਕੀਰਤ ਸਿੰਘ ਨੇ ਕੀ ਕੀਤਾ ਕਿ ਛੋਟਾ ਜਿਹਾ 2.5 ਮੀਟਰ ਦੀ ਜਾਂ ਪਟਕੀ ਰੁਮਾਲ ਕੱਟ ਕੇ ਤੇ ਅਸੀਂ ਜਿੱਦਾਂ ਲਪੇਟ ਕੇ ਪਿੱਛੋਂ ਅੰਦਰ ਪਾਉਂਦੇ ਉਦਾਂ ਦੀ ਬਣ ਕੇ ਮੰਮੀ ਨੂੰ ਆਪ ਲੈ ਕੇ ਖੜਾ ਕਰਤਾ। ਤੇ ਮੈਂ ਅਜੇ ਅੰਮ੍ਰਿਤ ਸੰਚਾਰ ਦੇ ਵਿੱਚ ਸੀਗਾ, ਮੈਨੂੰ ਲੱਗਦਾ ਨਹੀਂ ਸੀ ਕਿ ਮੰਮੀ ਅੰਦਰ ਆ ਜਾਣਗੇ, ਕਿਉਂਕਿ ਮੈਨੂੰ ਲੱਗਦਾ ਸੀ ਦੋ ਹਜੇ ਕਰਮ ਅੱਗੇ ਆ ਰਿਹਾ, ਇੱਕ ਕੇਸਕੀ ਵਾਲਾ ਤੇ ਦੂਜਾ ਦਾੜੀ ਵਾਲਾ। ਤੇ ਮੈਂ ਕਿਹਾ ਮੈਨੂੰ ਲੱਗਦਾ ਕਿਤੇ ਡੋਲ ਨਾ ਜਾਣ। ਤੇ ਮੈਂ ਜਦੋਂ ਮੈਂ ਗੁਰੂ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਤੇ ਮੰਮੀ ਵਾਸਤੇ ਤਾਂ ਮੈਨੂੰ ਗੁਰੂ ਸਾਹਿਬ ਨੇ ਕਿਹਾ ਆਗੇ ਸੁਖ ਮੇਰੇ ਮੀਤਾ ਵਾਲੀ ਗੱਲ ਹੁਕਮਾਈ, ਆਲਾ ਹੁਕਮਨਾਮਾ ਆਇਆ। ਤੇ ਮੈਨੂੰ ਲੱਗਿਆ ਕਿ ਮੰਮੀ ਨੇ ਆ ਜਾਣਾ ਹੁਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਮੈਨੂੰ ਲੱਗਿਆ ਕਿ ਮੰਮੀ ਨੇ ਆ ਜਾਣਾ ਹੁਣ। ਤੇ ਮੈਂ ਕਿਹਾ ਠੀਕ ਹੈ। ਤੇ ਜਦੋਂ ਅਸੀਂ ਅੰਦਰ ਸੀਗੇ, ਜਦੋਂ ਆਪਾਂ ਸੰਗਤ ਨੂੰ ਬੁਲਾਇਆ ਕਿ ਹਾਂ ਵੀ ਜਿਹੜੇ ਜਿਨ੍ਹਾਂ ਨੇ ਪਹਿਲੀ ਵਾਰੀ ਅੰਮ੍ਰਿਤ ਛਕਣਾ, ਪਹਿਲਾਂ ਜਿਹੜੇ ਕੁਰੈਤੀ ਹੈਗੇ ਜਿਹਨਾਂ ਕੁਰੈਤ ਹੋਈ ਗੁਰੂ ਉਹ ਅੱਗੇ ਆ ਜਾਣ ਪਹਿਲਾਂ, ਫਿਰ ਬਾਅਦ ਚੋਂ ਮੈਨੂੰ ਮੈਂ ਵੇਟ ਕਰਦਾ ਪਿਆ ਸੀਗਾ ਕਿ ਕਦੋਂ ਮੰਮੀ ਆ ਕੇ ਫਤਿਹ ਬੁਲਾਉਣ। ਤੇ ਵਾਹਿਗੁਰੂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਜਦੋਂ ਉਹ ਸੰਗਤ ਦੀ ਪੇਸ਼ੀ ਹੋਈ। ਉਸ ਤੋਂ ਬਾਅਦ ਆ ਕੇ ਜਦੋਂ ਮੰਮੀ ਅੰਦਰ ਆਏ ਤੇ ਮੈਂ ਬੜਾ ਖੁਸ਼ ਹੋਇਆ ਕਿ ਮੈਂ ਕਿਹਾ ਮੰਮੀ ਨੂੰ ਮੈਂ ਇਸ਼ਾਰਾ ਕੀਤਾ, ਫਤਿਹ ਬੁਲਾਈ ਮੰਮੀ ਨੂੰ। ਤੇ ਮੈਂ ਸ਼ੁਕਰਾਨਾ ਕੀਤਾ ਇਸ਼ਾਰੇ ਵਿੱਚ। ਮੈਂ ਕਿਹਾ ਤੁਹਾਡਾ ਬਹੁਤ ਸ਼ੁਕਰ ਹੈ ਤੇ ਗੁਰੂ ਸਾਹਿਬ ਦਾ ਬਹੁਤ ਸ਼ੁਕਰ ਹੈ
ਤੇ ਫਿਰ ਮੰਮੀ ਤੇ ਗੁਰੂ ਪਾਤਸ਼ਾਹ ਜੀ ਨੇ ਇੰਨੀ ਬਖਸ਼ਿਸ਼ ਕੀਤੀ ਤੇ ਮੰਮੀ ਫਿਰ ਇੰਨੀ ਬਖਸ਼ਿਸ਼ ਹੋਈ ਮੰਮੀ ਤੇ, ਕਿਉਂਕਿ ਦੇਖੋ ਸੁਭਾਅ ਦੀ ਗੱਲ ਹੈ ਜੀ, ਜਿਹੜਾ ਜਿਹਦੇ ਅੰਦਰ ਸਾਫ਼ ਹੈ ਨਾ ਉਹ ਤੇ ਰੰਗ ਦਿਖਣੇ ਜਲਦੀ ਸ਼ੁਰੂ ਹੋ ਜਾਂਦੇ ਆ। ਤੇ ਮੇਰੇ ਮਾਤਾ ਪਿਤਾ ਦਾ ਸੁਭਾਅ ਬੜਾ ਹੀ ਕਲੀਅਰ ਸੀਗਾ, ਕੋਈ ਮਨ ਦੇ ਵਿੱਚ ਫੈਬ ਨਹੀਂ, ਈਰਖਾ ਦਵੈਖ ਨਹੀਂ, ਕੋਈ ਕੁਛ ਨਹੀਂ। ਤੇ ਗੁਰੂ ਪਾਤਸ਼ਾਹ ਜੀ ਦੀ ਇੰਨੀ ਬਖਸ਼ਿਸ਼ ਹੋਈ ਕਿ ਅਸੀਂ ਬੜਾ ਕੁਝ ਦੇਖਿਆ ਜਦੋਂ ਅਸੀਂ ਸਿਮਰਨ ਕਰਦੇ ਹੁੰਦੇ ਸੀ ਇਕੱਠੇ। ਕਈ ਵਾਰੀ ਅਸੀਂ ਮੰਮੀ ਨੂੰ ਬੜਾ ਕੁਝ ਦਿਖਾਈ ਦਿੱਤਾ ਗੁਰੂ ਪਾਤਸ਼ਾਹ ਜੀ ਨੇ। ਕਈ ਵਾਰੀ ਮੰਮਾ ਕਹਿੰਦੇ ਕਿ ਮੈਨੂੰ ਗੁਰੂ ਪਾਤਸ਼ਾਹ ਜੀ ਇੱਥੇ ਲੈ ਕੇ ਗਏ, ਉੱਥੇ ਮੈਨੂੰ ਬਹੁਤ ਸਿਮਰਨ ਹੋ ਰਿਹਾ ਸੀਗਾ। ਕਈ ਵਾਰੀ ਮੰਮੀ ਸੁੱਤੇ ਸੁੱਤੇ ਸੰਗਤ ਬਹੁਤ ਕਰਦੇ ਹੁੰਦੇ ਸੀ। ਮੰਮੀ ਮੈਨੂੰ ਕਹਿੰਦੇ ਕਿ ਅੱਜ ਮੈਂ ਥੱਕੀ ਹੋਈ ਹੈਗੀ, ਮੈਂ ਕਿਉਂ ਕੀ ਹੋ ਗਿਆ? ਕਹਿੰਦੇ ਮੈਂ ਸੰਗਤ ਕਰਕੇ ਆਈ ਆ। ਤੇ ਮੈਂ ਕਿਹਾ ਕਿੱਥੇ ਸੰਗਤ ਕਰਕੇ ਆਏ ਹੋ? ਤੇ ਜਦੋਂ ਬੰਦਾ ਹੁਣ ਸਰੀਰਕ ਤੌਰ ਤੇ ਕਈ ਵਾਰੀ ਥੱਕ ਜਾਂਦਾ ਬੈਠਾ ਬੈਠਾ, ਤੇ ਮੈਨੂੰ ਸਮਝ ਆਉਂਦੀ ਸੀ ਜਿਹੜੀ ਖੇਡਾਂ ਗੁਰੂ ਸਾਹਿਬ ਨਾਲ ਵਰਤ ਰਹੀਆਂ ਮੰਮੀ ਨਾਲ। ਤੇ ਵਾਹਿਗੁਰੂ ਮੈਂ ਇਹ ਦੱਸਣਾ ਚਾਹੁੰਦਾ ਸੰਗਤ ਨੂੰ ਕਿ ਇੰਨੀ ਬਖਸ਼ਿਸ਼ ਮੈਂ ਦੇਖੀ ਆ ਨਾ ਗੁਰੂ ਸਾਹਿਬ ਦੀ ਕਿਰਪਾ ਨਾਲ। ਸੁਭਾਅ ਦੇ ਵਿੱਚ ਇੰਨਾ ਚੇਂਜ ਦੇਖਿਆ ਕਿ ਉਹ ਗੁਰਬਾਣੀ ਦੀ ਗੱਲਾਂ ਉਹ ਮੰਮੀ ਨੇ ਸੁਣੀਆਂ ਜਦੋਂ ਸ਼ੁਰੂ ਕੀਤੀਆਂ, ਇੰਨਾ ਇਸ ਚੀਜ਼ ਨੂੰ ਅਸੈਪਟ ਕਰਾਇਆ ਗੁਰੂ ਪਾਤਸ਼ਾਹ ਜੀ ਨੇ ਕਿ ਮੰਮਾ ਇੱਕ ਦਿਨ ਵੀ ਇਦਾਂ ਦਾ ਨਹੀਂ ਸੀਗਾ ਕਿ ਉਹ, ਬਲਕਿ ਕਈ ਵਾਰੀ ਮੈਂ ਹੋ ਜਾਂਦਾ ਸੀ ਬਿਜੀ ਤੇ ਮੰਮੀ ਨਾ ਮੈਨੂੰ ਪਹਿਲਾਂ ਹੀ ਮੰਮਾ ਨੇ ਲੰਗਰ ਬਣਾ ਕੇ ਰੱਖ ਦੇਣਾ, ਚੱਲ ਅਸੀਂ ਸੰਗਤ ਕਰਨੀ ਆ। ਤੇ ਕਈ ਵਾਰੀ ਮੰਮਾ ਨੇ ਬੜਾ ਕੁਝ ਗੁਰੂ ਸਾਹਿਬ ਨੇ ਦਿਖਾਇਆ ਮੰਮੀ ਨੂੰ ਵੀ ਮੇਰੇ, ਤੇ ਇਹਨਾਂ ਦੋਨਾਂ ਨੇ ਆਪਸ ਵਿੱਚ ਜਦੋਂ ਸੰਗਤ ਕਰਨੀ ਤੇ ਕਮਾਲ ਦੀ ਬਖਸ਼ਿਸ਼ ਹੁੰਦੀ ਸੀ ਸਾਡੇ ਪਰਿਵਾਰ ਤੇ। ਵਾਹਿਗੁਰੂ ਮੈਂ ਸੰਗਤ ਨੂੰ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਆਪ ਨੰਗਾ ਸੀਗਾ ਤਾਂ ਗੁਰੂ ਪਾਤਸ਼ਾਹ ਜੀ ਮੈਨੂੰ ਕੱਪੜੇ ਦੇ ਦਿੱਤੇ, ਪਰ ਮੈਂ ਕਦੀ ਵੀ ਆਪਣੇ ਮਾਂ ਨੂੰ ਪਿਓ ਨੂੰ ਇਦਾਂ ਨਹੀਂ ਕਿਹਾ ਕਿ ਹਾਂ ਬਈ ਤੁਸੀਂ ਵੀ ਆ ਜਾਓ ਇੱਧਰ। ਮੈਂ ਬੜੀ ਸਹਿਜ ਨਾਲ ਗੁਰੂ ਸਾਹਿਬ ਨੂੰ ਅਰਦਾਸ ਕਰਦਾ ਰਿਹਾ ਤੇ ਗੁਰੂ ਪਾਤਸ਼ਾਹ ਜੀ ਨੇ ਮੇਰੇ ਘਰ ਤੇ ਉਹ ਬਖਸ਼ਿਸ਼ਾਂ ਦੇ ਭੰਡਾਰ ਸੁੱਟੇ ਕਿ ਜਿਹੜੇ ਮੁੱਕਦੇ ਨਹੀਂ, ਵਧੀ ਜਾਂਦੇ ਆ। ਤੇ ਇਸ ਤੋਂ ਬਾਅਦ ਜਿਹੜੀਆਂ ਹੋਰ ਵੀ ਕਿੰਨੀਆਂ ਬਖਸ਼ਿਸ਼ਾਂ ਹੋਈਆਂ ਕਿ ਮੰਮੀ ਨੇ ਮੈਨੂੰ ਇੱਕ ਦਿਨ ਇਹ ਵੀ ਕਹਿ ਦਿੱਤਾ ਕਿ ਮੈਂ ਇਹ ਦਾੜੀ ਰੱਖਣੀ ਛੱਡ, ਮਤਲਬ ਕਿ ਜਿਹੜੀ ਦਾੜੀ ਆਉਂਦੀ ਹੈ ਨਾ, ਮੈਂ ਇਹਦੇ ਬਾਰੇ ਸੋਚਣਾ ਬੰਦ ਕਰ ਦੇਣਾ ਹੁਣ। ਇਹਦੇ ਵਾਸਤੇ ਆਪ ਜੀ ਯਕੀਨ ਕਰੋ ਕਿ ਮੈਂ ਕਿੱਦਾਂ, ਮਾਫ ਕਰੇ ਵਾਹਿਗੁਰੂ ਮੈਨੂੰ ਪਤਾ ਨਹੀਂ ਮੈਂ ਸਹੀ ਕੀਤਾ ਕਿ ਗਲਤ ਕੀਤਾ। ਇੱਕ ਦਿਨ ਮੈਂ ਮੰਮੀ ਸੁੱਤੇ ਹੋਏ ਸੀਗੇ ਤੇ ਮੈਂ ਮੰਮੀ ਦੇ, ਕਈ ਵਾਰੀ ਹੁੰਦਾ ਨਾ ਕਿ ਮਤਲਬ ਕਿ ਆਪਾਂ ਮੰਮੀ ਪਾਪਾ ਦੇ ਸਿਰ ਤੇ ਹੱਥ ਸਰਾਂਦੇ ਹੁੰਦੇ ਏਦਾਂ ਕਰਕੇ। ਤੇ ਮੈਂ ਗੁਰੂ ਪਾਤਸ਼ਾਹ ਨੂੰ ਨਾ ਉਸ ਦਿਨ ਅਰਦਾਸ ਕੀਤੀ, ਮੈਂ ਗੁਰੂ ਪਾਤਸ਼ਾਹ ਜੀ ਤੁਸੀਂ ਮਾਂ ਦੀ ਨਾ ਮੇਰੀ ਮੱਤ ਬਦਲ ਦਿਓ। ਤੇ ਫਿਰ ਮੈਂ ਮਾਂ ਸਾਹਿਬ ਕੌਰ ਨੂੰ ਕਿਹਾ, ਮੈਂ ਕਿਹਾ ਮਾਂ ਸਾਹਿਬ ਕੌਰ ਜੀ ਤੁਸੀਂ ਵੀ ਮਾਂ ਹੋ ਤੇ ਇਹ ਵੀ ਮਾਂ ਹੈ ਮੇਰੀ, ਹਨਾ। ਤੇ ਮੈਂ ਕਿਹਾ ਆ ਕਰਮ ਨਾ ਇਹਨਾਂ ਦੇ ਅੱਗੇ ਆ ਰਿਹਾ ਤੇ ਇਹ ਦੁਨਿਆਵੀ ਸੋਚ ਬੜੀ ਵੱਡੀ ਹੈਗੀ ਆ। ਤੇ ਮੈਂ ਸਮਝ ਸਕਦਾ ਕਿ ਇੱਕ ਆਨੀ ਸੁਭਾਵਿਕ ਹੈਗੀ ਹੈ ਕਿਉਂਕਿ ਜ਼ਿੰਦਗੀ ਦੀ ਅੱਧੀ ਜ਼ਿੰਦਗੀ ਇਹਨਾਂ ਨੇ ਇਸੇ ਚੀਜ਼ 'ਚ ਗੁਜ਼ਾਰੀ ਆ। ਤੇ ਮੈਂ ਮਾਂ ਸਾਹਿਬ ਕੌਰ ਨੂੰ ਕਿਹਾ ਕਿ ਮਾਂ ਜੀ ਤੁਸੀਂ ਵੀ ਨਾ ਆ ਮੇਰੀ ਮਾਂ ਤੇ ਕਿਰਪਾ ਕਰੋ, ਤੇ ਜਿੱਦਾਂ ਪਿਤਾ ਜੀ ਨੇ ਮੇਰੇ ਪਿਓ ਤੇ ਕਿਰਪਾ ਕੀਤੀ, ਤੁਹਾਡਾ ਵੀ ਫਰਜ਼ ਹੈਗਾ, ਤੁਹਾਡੇ ਵੀ ਕੁਝ ਜ਼ਿੰਮੇਵਾਰੀਆਂ ਹੈਗੀਆਂ ਨੇ ਤੇ ਮੈਂ ਕੁਝ ਮੰਗ ਨਹੀਂ ਰਿਹਾ ਤੁਹਾਡੇ ਤੋਂ, ਤੁਸੀਂ ਮੇਰੀ ਮਾਂ ਤੇ ਕਿਰਪਾ ਕਰ ਦਿਓ, ਮਤ ਦੂਰ ਹੋ ਜਾਏ ਇਹਨਾਂ ਦੀ। ਤੇ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਤੇ ਮੰਮਾ ਨੇ ਉਸ ਚੀਜ਼ ਦਾ ਖਿਆਲ ਹੀ ਛੱਡ ਦਿੱਤਾ। ਤੇ ਥੋੜੇ ਟਾਈਮ ਬਾਅਦ ਮੇਰੀ ਮੰਮੀ ਨੇ ਦਸਤਾਰ ਵੀ ਪ੍ਰੋਪਰ ਜਿੱਦਾਂ ਅਸੀਂ ਸਜਾਉਂਦੇ ਆ ਕੇਸਕੀ ਪ੍ਰੋਪਰਲੀ ਉਸ ਦਾ ਸਜਾਣੀ ਸ਼ੁਰੂ ਕਰ ਦਿੱਤੀ। ਤੇ ਮੇਰੇ ਰਿਸ਼ਤੇਦਾਰਾਂ ਨੇ ਬੜਾ ਕੋਸਿਆ ਕਿ ਤੂੰ ਇਹ ਕੀ ਕਰਨ ਲੱਗ ਗਈ ਆ, ਤੂੰ ਉਹਦੇ ਪਿੱਛੇ ਤੁਰਨ ਲੱਗ ਗਈ, ਉਹ ਤੇ ਹੈ ਹੀ ਇਦਾਂ ਦਾ, ਤੂੰ ਵੀ ਇਦਾਂ ਹੀ ਹੋ ਗਿਆ, ਤੁਸੀਂ ਦੋਨੋਂ, ਤੁਸੀਂ ਉਹਦੇ ਕੋਲ ਜਾ ਹੀ ਨਾ ਕਰੋ, ਤੁਸੀਂ ਉਹਦੇ ਕੋਲ ਜਾਂਦੇ ਹੋ ਤਾਂ ਤੁਹਾਨੂੰ ਪਤਾ ਨਹੀਂ ਕੀ ਹੋ ਜਾਂਦਾ। ਤੇ ਬੜਾ ਨੈਗੇਟਿਵ ਕੀਤਾ ਮੇਰੇ ਮਾਪਿਆਂ ਨੂੰ, ਪਰ ਗੁਰੂ ਬੜਾ ਬੇਅੰਤ ਹੈ, ਗੁਰੂ ਦੀ ਬਖਸ਼ਿਸ਼ਾਂ ਬੜੀਆਂ ਬੇਅੰਤ ਹੈ ਜੋ ਮਾਇਆਵੀ ਸੋਚ ਨੂੰ ਅੱਗੇ ਆਣ ਹੀ ਨਹੀਂ ਦਿੰਦੀਆਂ। ਤੇ ਗੁਰੂ ਪਾਤਸ਼ਾਹ ਜੀ ਨੇ ਇਦਾਂ ਦੇ ਖੇਡ ਵਰਤਾਏ ਕਿ ਇੰਨੀ ਬਖਸ਼ਿਸ਼ਾਂ ਵਰਤਾਈਆਂ ਕਿ ਇੰਨਾ ਭਰੋਸਾ ਵਧੀਆ ਗੁਰੂ ਪਾਤਸ਼ਾਹ ਜੀ ਤੇ, ਇੰਨਾ ਭਰੋਸਾ ਵਧੀਆ ਗੁਰੂ ਪਾਤਸ਼ਾਹ ਜੀ ਤੇ ਕਿ ਉਹ ਆਪਣੇ ਆਪ ਤੋਂ ਹੁਣ ਤੱਕ ਇਦਾਂ ਵਿਸ਼ਵਾਸ ਰੱਖਦੇ ਆ। ਤੇ ਮੈਂ ਕੁਝ ਅੱਗੇ ਜਦੋਂ ਮੈਨੂੰ ਸਮਾਂ ਮਿਲਿਆ ਤੇ ਮੈਂ ਤੁਹਾਨੂੰ ਹੋਰ ਵੀ ਇੱਕ ਦੋ ਗੱਲਾਂ ਸ਼ੇਅਰ ਕਰਨਾ ਚਾਹੂੰਗਾ ਵਾਹਿਗੁਰੂ। ਤੇ ਅੱਜ ਮੇਰੇ ਮਾਪੇ ਦੋਨੋਂ ਮਾਪੇ ਬੜੇ ਜੁੜੇ ਹੋਏ ਹੈਗੇ ਆ, ਬਹੁਤ ਸੰਗਤ ਕਰਦੇ ਆ, ਬਹੁਤ ਸੇਵਾ ਕਰਦੇ, ਬਹੁਤ